ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਵਾਹਿਗੁਰੂ ਵਾਹਿਗੁਰੂ
ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ 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 ਰਾਰ ਕਾਰਤ ਝੂਠੀ ਲਗ ਗਾਥਾ ਰਾਰ ਕਰਤ ਝੂਠੀ ਲਗ ਗਾਥਾ ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ ਹਰ ਰਸ ਛੋੜ ਹੋਸ਼ ਰਸ ਮਾਤਾ 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 ਹਰ ਮਹਿ ਬਾਸਤ ਬਾਹਰ ਉੱਠ ਜਾਤਾ ਘਰ ਮਹਿ ਬਸਤ ਬਾਹਰ ਉੱਠ ਜਾਤਾ ਬਾਸਤ ਬਾਹਰ ਉੱਠ ਜਾਤਾ ਘਰ ਮਹਿ ਬਸਤ ਬਾਹਰ ਉੱਠ ਜਾਤਾ ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ ਰਾਰ ਕਾਰਤ ਝੂਠੀ ਲਗ ਗਾਥਾ ਰਾਰ ਕਰਤ ਝੂਠੀ ਲਗ ਗਾਥਾ ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ ਸੁਣੀ ਨ ਜਾਈ ਸਚ ਅੰਮ੍ਰਿਤ ਗਾਥਾ ਅਜ ਹੋ ਸਾਹਿਬ ਕਾ ਸੇਵ ਬਿਰਾਨੀ ਅਜ ਹੋ ਸਾਹਿਬ ਕਾ ਸੇਬ ਬਿਰਾਨੀ ਅਜ ਹੋ ਸਾਹਿਬ ਕਾ ਸੇਵ ਬਿਰਾਨੀ ਅਜ ਹੋ ਸਾਹਿਬ ਕਾ ਸੇਬ ਬਿਰਾਨੀ ਐਸੇ ਗੁਨਾ ਅਸ਼ਾਦਿਓ ਪ੍ਰਾਨੀ ਐਸੇ ਗੁਨਾਹ
ऐसे गुनाह शब्दों पानी सुनी न जाई सच अमृत गाथा सुनी न जाई सच अमृत गाथा रार कारत चुप्पी लग गाथा रार करत झूठी लगदा था सुनी न जाई सच अमृत गाथा सुनी न जाई सच अमृत गाथा इस स्यों लोक जो सद ही संगी इस स्यों लोक जो सत ही संगी इस स्यों लोक जो सद ही संगी इस स्यों लोक जो सत ही संगी काम न आवे तो फिर मंगी 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 सुनी न जाई सच अमृत गाथा सुनी न जाई सच अमृत गाथा रार कारत चुप्पी लग गाथा करत झूठी लगदा था सुनी न जाई सच अमृत गाथा सुनी न जाई सच अमृत गाथा आहो नानक प्राग दीन दयाला कहो नानक प्रभ दीन दयाला आहो नानक प्राग दीन दयाला कहो नानक प्रभ दीन दयाला ज्यों पावै त्यों कर प्रतिपाला ज्यों पावे त्यों कर प्रतिपाला ज्यों पावै त्यों कर प्रतिपाला ज्यों पावे त्यों कर प्रतिपाला सुनी न जाई सच अमृत गाथा 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 रार कारत चुप्पी लग गाथा करत
ਤੇ ਅੰਮ੍ਰਿਤ ਗਾਥਾ ਵਾਹਿਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਸਤਸੰਗੀ ਜਨੋ ਵਡਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਦੇ ਮਹਾਨ ਤੀਰਥ ਤੇ ਆ ਕੇ ਗੁਰਬਾਣੀ ਗਿਆਨ ਦੇ ਇਸ਼ਨਾਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਸੱਚੇ ਗਿਆਨ ਦੀ ਗੱਲ ਸੁਣਦੇ ਹਾਂ ਤਾਂ ਸਾਡਾ ਮਨ ਇਸ਼ਨਾਨ ਕਰਦਾ ਹੈ। ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਵੇ। ਗੁਰੂ ਜੀ ਫਰਮਾਨ ਕਰਦੇ ਹਨ, ਭਾਈ ਗਿਆਨ ਦਾ ਇਸ਼ਨਾਨ ਕਰਨਾ ਚਾਹੀਦਾ ਹੈ। ਗਿਆਨ ਮਹਾਰਸ ਨਹਾਈਐ ਭਾਈ, ਮਨ ਤਾਂ ਨਿਰਮਲ ਹੋਏ। ਫਿਰ ਮਨ ਤੇ ਤਨ ਦੋਨੇ ਹੀ ਪਵਿੱਤਰ ਹੋ ਜਾਂਦੇ ਆ। ਸਰੀਰਕ ਇਸ਼ਨਾਨ ਕਰਕੇ ਸਰੀਰ ਪਵਿੱਤਰ ਨਹੀਂ ਹੁੰਦਾ, ਸਫਾਈ ਹੋ ਜਾਂਦੀ ਹੈ। ਸਫਾਈ ਤਾਂ ਹੋ ਜਾਂਦੀ ਹੈ ਸਰੀਰ ਦੀ, ਸੁੱਚਾ ਨਹੀਂ ਹੁੰਦਾ। ਸੁੱਚਾ ਕਹਿ ਲਓ, ਪਵਿੱਤਰ ਕਹਿ ਲਓ, ਕੀ ਗੱਲ ਹੈ ਨਾ। ਪਵਿੱਤਰ ਸਰੀਰ ਉਹ ਹੁੰਦਾ ਹੈ ਜਿਸ ਵਿਚਲਾ ਮਨ ਪਵਿੱਤਰ ਹੈ। ਜੇ ਸਰੀਰ ਵਿਚਲਾ ਮਨ ਪਵਿੱਤਰ ਹੋਵੇ ਤਾਂ ਸਰੀਰ ਕਈ ਵਾਰ ਮੰਨ ਲਓ ਕਿਸੇ ਕਾਰਨ ਇਸ਼ਨਾਨ ਨੂੰ ਪਾਣੀ ਨਹੀਂ ਮਿਲਿਆ, ਵੈਸੇ ਤਾਂ ਆਪਾਂ ਇਸ਼ਨਾਨ ਕਰਦੇ ਹਾਂ, ਲੇਜੀ ਨਹੀਂ ਹੋਣਾ। ਜਿਵੇਂ ਸਿੰਘ ਜੰਗਲਾਂ ਵੇਜਾਂ 'ਚ ਰਹਿੰਦੇ, ਕਿ ਵਾਰੀ ਮੂੰਹ ਧੋਣ ਨੂੰ ਪਾਣੀ ਵੀ ਨਹੀਂ ਮਿਲਦਾ ਸੀਗਾ, ਤਾਂ ਵੀ ਪਵਿੱਤਰ ਸੀ। ਜਾਂ ਕਿਸੇ ਬਿਮਾਰੀ ਦੀ ਹਾਲਤ ਵਿੱਚ ਜਾਂ ਕਿਸੇ ਸਫ਼ਰ ਦੀ ਹਾਲਤ ਵਿੱਚ ਨਹੀਂ ਇਸ਼ਨਾਨ ਕਰ ਸਕੇ ਤਾਂ ਗੁਰਬਾਣੀ ਨਾਲ ਜੁੜਿਆ ਹੋਇਆ ਮਨੁੱਖ ਸਰੀਰਕ ਇਸ਼ਨਾਨ ਕਰਨ ਤੋਂ ਬਿਨਾਂ ਵੀ ਪਵਿੱਤਰ ਹੈ। ਇਸ਼ਨਾਨ ਕਰਦੇ ਫਿਰ ਨਾ ਭੁੱਲ ਜਾਓ। ਸੋ ਕਹਿਣ ਦਾ ਭਾਵ ਕੀ ਹੈ, ਇਸ਼ਨਾਨ ਅਸੀਂ ਸਰੀਰ ਦੀ ਸਫਾਈ ਵਾਸਤੇ ਕਰਦੇ ਹਾਂ। ਇਸ਼ਨਾਨ ਕਰਕੇ ਸਰੀਰ ਪਵਿੱਤਰ ਥੋੜਾ ਹੁੰਦਾ ਹੈ, ਸੁੱਚਾ ਥੋੜਾ ਹੁੰਦਾ ਹੈ। ਨਹੀਂ, ਗੁਰੂ ਬਾਬਾ ਜੀ ਦਾ ਫੈਸਲਾ ਹੀ ਹੈ, ਧਿਆਨ 'ਚ ਆ ਗਿਆ ਨਾ। ਸੂਚੇ ਇਹ ਨਾ ਆਖੀਆਂ ਹੈ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਗੁਰੂ ਜੀ ਕਹਿੰਦੇ ਸੁੱਚੇ ਤਾਂ ਉਹੀ ਨੇ ਭਾਈ, ਪਵਿੱਤਰ ਤਾਂ ਉਹੀ ਨੇ। ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਵਿੱਚੋਂ ਮਾਲਕ ਵਸ ਜਾਂਦਾ। ਸਿਰਫ ਸਰੀਰ ਧੋ ਕੇ ਪਵਿੱਤਰ ਨਹੀਂ ਹੁੰਦਾ। ਸੂਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ। ਇਸ ਕਰਕੇ ਠੀਕ ਹੈ, ਸਰੀਰ ਦਾ ਇਸ਼ਨਾਨ ਸਹਿਯੋਗੀ ਤਾਂ ਆਪਾਂ ਕਹਿ ਸਕਦੇ ਹਾਂ। ਸਹਿਯੋਗੀ ਦਾ ਭਾਵ ਸਮਝ ਗਏ ਨਾ, ਵੀ ਆਪਾਂ ਸੁੱਤੇ ਉੱਠ ਕੇ ਇਸ਼ਨਾਨ ਕਰਦੇ ਹੀ ਹਾਂ ਪਹਿਲਾਂ, ਕਿ ਸੁਸਤੀ ਰਹਿ ਜਾਂਦੀ ਹੈ ਨਾ। ਸਹਿਯੋਗੀ ਹੈ, ਚੁਸਤ ਤਾਂ ਹੋ ਹੀ ਜਾਂਦਾ ਨਾ, ਕਹਿੰਦੇ ਤਾਂ ਨਹੀਂ ਨਹਾਉਣਾ ਚੰਗੀ ਗੱਲ ਹੈ। ਫਿਰ ਜੇ ਆਪਾਂ ਕੰਮਕਾਰ ਕੀਤਾ, ਮੰਨ ਲਓ ਮਿੱਟੀ ਘੱਟਾ ਪੈ ਗਿਆ, ਮੁੜਕਾ ਲੈ ਕੇ ਆਪਾਂ ਮੁੜਕਾ ਸੁਕਾ ਕੇ ਕਹਿ ਲਓ, ਫਿਰ ਆਪਾਂ ਇਸ਼ਨਾਨ ਕਰ ਹੀ ਲੈਂਦੇ ਹਾਂ, ਵੀ ਸਫਾਈ ਹੋ ਜਾਂਦੀ ਹੈ, ਠੀਕ ਹੈ। ਇੱਦਾਂ ਸਰੀਰਕ ਇਸ਼ਨਾਨ ਸਹਿਯੋਗੀ ਹੈ। ਚੁਸਤ ਹੋ ਜਾਈਦਾ ਇਸ਼ਨਾਨ ਕਰਕੇ, ਸਾਫ਼ ਹੋ ਜਾਈਦਾ, ਥੋੜਾ ਫਰੈਸ਼ ਜਿਹਾ ਮਹਿਸੂਸ ਕਰਦੇ ਹਾਂ। ਪਰ ਜੇ ਸੱਚਮੁੱਚ ਧਰਮੀ ਬਣਨਾ ਤਾਂ ਇਸ਼ਨਾਨ ਕਰਨਾ ਝੂਠਿਆ ਹੁੰਦਾ। ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ। ਮਨ ਦਾ ਇਸ਼ਨਾਨ ਬਾਣੀ ਨਾਲ ਨਹੀਂ ਹੁੰਦਾ, ਮਾਫ਼ ਕਰਨਾ, ਪਾਣੀ ਨਾਲ ਨਹੀਂ ਹੁੰਦਾ। ਜੇ ਤੁਹਾਨੂੰ ਪੁੱਛੇ ਕੋਈ ਕਾਤੇ ਨਹੀਂ ਹੁੰਦਾ, ਜਿਵੇਂ ਆਪਾਂ ਕਹਿੰਦੇ ਨਾ ਵੀ ਮਨ ਦਾ ਇਸ਼ਨਾਨ ਪਾਣੀ ਨਾਲ ਨਹੀਂ ਹੁੰਦਾ, ਜੇ ਤੁਹਾਨੂੰ ਪੁੱਛੇ ਕਿਉਂ ਨਹੀਂ ਹੁੰਦਾ ਤਾਂ ਜਵਾਬ ਕੀ ਹੁੰਦਾ ਸੌਖਾ ਜਿਹਾ, ਕਿਉਂਕਿ ਪਾਣੀ ਦੀ ਪਹੁੰਚ ਮਨ ਤੱਕ ਨਹੀਂ। ਪਾਣੀ ਦੀ ਪਹੁੰਚ ਹੀ ਨਹੀਂ ਮਨ ਤੱਕ, ਮਨ ਤੱਕ ਬਾਣੀ ਦੀ ਪਹੁੰਚ ਹੈ। ਜਿਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਪਾਣੀ ਚਿੱਤ ਨਾ ਧੋਪੀ। ਜਿਹੜਾ ਪਾਣੀ ਹੈ ਨਾ, ਇਹ ਚਿੱਤ ਨੂੰ ਨਹੀਂ ਧੋਂਦਾ, ਮਨ ਦੀ ਮੈਲ ਨਹੀਂ ਲਾਉਂਦਾ। ਭਾਵ ਪਾਣੀ ਚਿੱਤ ਨਾ ਧੋਪੀ, ਮੁੱਖ ਪੀਤਾ ਤੇ ਖਜਾਇਆ। ਠੀਕ ਹੈ, ਇੱਕ ਹੋਰ ਗੁਣ ਦੱਸਦਾ ਪਾਣੀ ਦਾ ਵੀ, ਪਿਆਸ ਲੱਗੀ ਹੈ ਤਾਂ ਪੀਣ ਵਾਲਾ ਪਾਣੀ ਪੀ ਲਓ, ਪਿਆਸ ਬੁੱਝ ਜਾਂਦੀ ਹੈ।
ਪਾਣੀ ਕੋਈ ਮਾਮੂਲੀ ਚੀਜ਼ ਨਹੀਂ, ਪਾਣੀ ਜੀਵਨ ਹੈ ਸਾਡਾ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਹੋਏ। ਪਰ ਅੱਤ ਕਥਨੀ ਨਹੀਂ ਕਰਨੀ, ਭਾਵੇਂ ਇਹ ਨਹੀਂ ਕਹਿ ਦੇਣਾ ਵੀ ਪਾਣੀ ਮਨ ਦੀ ਮੈਲ ਵੀ ਲਾਹੁੰਦਾ ਹੁੰਦਾ। ਇਹ ਅੱਤ ਕਥਨੀ ਹੋ ਗਈ ਨਾ। ਠੀਕ ਹੈ, ਪਾਣੀ ਸਾਡਾ ਜੀਵਨ ਹੈ, ਪਾਣੀ ਪਿਆਸ ਬੁਝਾਉਂਦਾ ਹੈ, ਪਾਣੀ ਸਾਡੇ ਸਰੀਰ ਦੀ ਸਫਾਈ ਕਰਦਾ ਹੈ। ਕੱਪੜੇ ਆਪਾਂ ਸਾਰੇ ਧੋਂਦੇ ਹਾਂ, ਫਰਸ਼ ਧੋਂਦੇ ਹਾਂ, ਪਰ ਮਨ ਨਹੀਂ ਧੋਤਾ ਜਾਂਦਾ। ਜੇ ਤੂੰ ਮਨ ਦੀ ਸਫਾਈ ਕਰਨੀ ਹੈ ਤਾਂ ਗੁਰਬਾਣੀ ਸੁਣਨਾ ਜ਼ਰੂਰੀ ਹੈ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਰਹੋ ਵਿਚਾਰ। ਸੋ ਗਿਆਨ ਦਾ ਇਸ਼ਨਾਨ ਕਰਨ ਵਾਸਤੇ ਪਹੁੰਚੇ ਹਾਂ ਸਤਸੰਗ ਵਿੱਚ, ਕਿਉਂਕਿ ਸੰਗਤ ਮੀਤ ਮਲਾਪ ਪੂਰਾ ਨਾ ਬਣੋ। ਇੱਥੇ ਪੂਰਾ ਇਸ਼ਨਾਨ ਹੁੰਦਾ ਹੈ, ਕਿਉਂਕਿ ਸਤਿਗੁਰੂ ਤੀਰਥ ਤੇ ਆਪਾਂ ਆ ਗਏ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਗੁਰੂ ਤੀਰਥ ਹੈ, ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ ਸਾਰਿਆਂ ਤੋਂ ਵੱਡਾ ਇਸ਼ਨਾਨ ਹੈ। ਗੁਰ ਗਿਆਨ ਮੱਜਨ ਅਪਰੰਪਰਾ, ਸਾਰਿਆਂ ਤੋਂ ਵੱਡਾ ਨਹਾਉਣ ਹੈ ਗੁਰੂ ਦੇ ਗਿਆਨ ਮੱਜਣਾ। ਗੁਰੂ ਨਾਨਕ ਬਾਬਾ ਜੀ ਦਾ ਵਚਨ ਹੈ ਧਨਾਸਰੀ ਰਾਗ ਦੇ ਵਿੱਚ, ਧਨਾਸਰੀ ਮਹਿਲਾ ਪਹਿਲਾ ਦਾ ਪਾਠ ਹੈ ਵੀ ਗੁਰੂ ਦਾ ਜੋ ਪਵਿੱਤਰ ਵਚਨ ਹੈ, ਗੁਰਵਾਕ ਨਿਰਮਲ ਸਦਾ ਚਾਨਣ। ਗੁਰੂ ਦਾ ਪਵਿੱਤਰ ਵਚਨ ਸਦਾ ਦੀ ਸੋਝੀ ਕਰਾ ਦਿੰਦਾ ਹੈ, ਸਦਾ ਦਾ ਚਾਨਣ ਹੋ ਜਾਂਦਾ ਸਾਡੇ ਅੰਦਰ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਣਾ। ਗੁਰੂ ਦਾ ਪਵਿੱਤਰ ਵਚਨ ਸੁਣਨਾ ਨਿਤ ਸੱਚੇ ਤੀਰਥ ਦਾ ਇਸ਼ਨਾਨ ਹੈ। ਇਹੀ ਨਿਤ ਸਾਚ ਤੀਰਥ ਮਜਣਾ ਹੈ। ਇਸ ਕਰਕੇ ਐਵੇਂ ਝੋਲ ਚੱਕ ਕੇ ਨਾ ਤੁਰੇ ਫਿਰਿਆ ਕਰੋ। ਵੈਸੇ ਤਾਂ ਸਿਆਣੇ ਬੈਠੇ ਤੁਹਾਨੂੰ ਸੋਝੀ ਆ ਚੁੱਕੀ ਹੈ, ਦੂਜਿਆਂ ਨੂੰ ਦੱਸਿਆ ਕਰੋ। ਕਿਉਂ ਦੇਖ ਰਹੇ ਹਾਂ ਜ਼ਿਆਦਾ ਸੋਝੀ ਵਾਲੀ ਸੰਗਤ ਹੈ। ਮਾਈਆਂ ਭੈਣਾਂ ਵੀ ਖਿਆਲ ਕਰਨਾ ਵੀ ਐਵੇਂ ਨਾ ਝੋਲ ਚੱਕ ਕੇ ਤੁਰਿਆ ਫਿਰਿਆ ਕਰੋ ਵੀ ਨਹਾਉਣ ਚਲਦੇ ਨਹਾਉਣ ਜਾਂਦੇ। ਸੱਚੇ ਗਿਆਨ ਦੀ ਗੱਲ ਸੁਣ ਲਈ ਬਸ ਇਸ਼ਨਾਨ ਹੋ ਗਿਆ। ਸਾਰੇ ਤੀਰਥ ਹੀ ਨਹਾਤੇ ਜਾਂਦੇ ਆ ਬਸ ਜਦੋਂ ਸੱਚਾ ਗਿਆਨ ਸੁਣ ਲਿਆ। ਇੱਕ ਨਹੀਂ, ਜਿੰਨੇ ਵੀ ਤੀਰਥ ਮੰਨੇ ਨੇ ਨਾ, ਮੰਨੋ ਬਾਤ ਤਾਂ ਕਹਿੰਦਾ ਤੁਸੀਂ 68 ਤੀਰਥ ਹੈ ਜੀ, 68। ਗੁਰੂ ਸਾਹਿਬ ਕਹਿੰਦੇ ਕਿੱਥੇ ਕਿੱਥੇ ਧੱਕੇ ਖਾਏ ਆ, ਕਿੱਥੇ ਕਿੱਥੇ ਨਹਾਉਣ ਜਾਏ, ਆ ਜਾ ਤੇਰੇ ਇੱਥੇ ਹੀ ਕਰਾ ਦਈਏ ਸਾਰੇ ਨਹਾਉਣ। ਕਿਵੇਂ ਹੁੰਦੇ ਆ? ਸੁਣਿਆ ਸੁਣਿਆ 60 ਕਾ ਇਸ਼ਨਾਨ। ਸੁਣਿਆ ਦਾ ਭਾਵ ਜੇ ਸੁਣ ਲਈਏ, ਜੇ ਸੁਣ ਲਈਏ ਸੱਚੇ ਗਿਆਨ ਨੂੰ। 68 ਤੀਰਥ ਨੂੰ ਨਹਾਉਣ ਹੋ ਗਿਆ ਇੱਥੇ ਬੈਠੇ। 60 ਕਾ ਇਸ਼ਨਾਨ। ਜਪਜੀ ਸਾਹਿਬ ਚ ਰੋਜ਼ ਹੀ ਪੜ੍ਹਦੇ ਵਿਚਾਰਿਆ ਕਰੋ। ਬਸ ਸੁਣਨ ਦੇ ਨਾਲ ਹੀ 68 ਤੀਰਥਾਂ ਦੇ ਨਹਾਉਣ ਹੋ ਗਏ। ਬਾਹਰਲੇ ਨਹਾਉਣ ਧੋਣ ਦੇ ਚੱਕਰ ਤਾਂ ਮੁੱਕ ਗਏ ਸਾਰੇ ਨਾ, ਵੀ ਹੁਣ ਨਹਾਉਣ ਜਾਣਾ ਹੈ। ਇਸ਼ਨਾਨ ਹੋ ਗਏ ਸਾਰੇ। ਰਹੋ ਵਿਚਾਰ। ਸੋ ਐਸਾ ਸੱਚਾ ਇਸ਼ਨਾਨ ਕਰਨ ਵਾਸਤੇ ਆਪਾਂ ਸੱਚੇ ਤੀਰਥ ਤੇ ਜੁੜ ਬੈਠੇ ਹਾਂ ਸਤ ਸੰਗਤ ਦੇ ਵਿੱਚ। ਵੱਡ ਭਾਗੇ ਹਾਂ, ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸ਼ਬਦ ਆਪਾਂ ਗਾਇਨ ਕੀਤਾ ਹੈ ਧਨਾਸਰੀ ਰਾਗ ਦੇ ਵਿੱਚੋਂ, ਪੰਜਵੇਂ ਪਾਤਸ਼ਾਹ ਜੀ ਦਾ ਧਨਾਸਰੀ ਮਹਿਲਾ ਪੰਜਵਾਂ ਜੋ ਗਾਇਨ ਕੀਤਾ ਸ਼ਬਦ। ਇੱਕ ਵਾਰੀ ਪਾਠ ਕਰ ਦੇਵਾਂ ਫਿਰ ਵਿਚਾਰ ਸਮਝਦੇ ਹਾਂ। ਹਰ ਰਸ ਛੋੜ ਹੋਸ਼ੈ ਰਸ ਮਾਤਾ, ਘਰ ਮਹਿ ਵਸਤ ਬਾਹਰ ਉੱਠ ਜਾਤਾ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲਗ ਗਾਥਾ। ਸੇਬ ਬਿਰਾਨੀ ਐਸੇ ਗੁਨਾਹ, ਅਸ਼ਾਦਿਓ ਪ੍ਰਾਨੀ ਤਿਸ ਸਿਉ ਲੋਕ। ਜੋ ਸਦ ਹੀ ਸੰਗੀ ਕਾਮ ਨ ਆਵੈ, ਸੋ ਫਿਰ ਫਿਰ ਮੰਗੀ। ਕਹੋ ਨਾਨਕ ਪ੍ਰਭ ਦੀਨ ਦਇਆਲਾ, ਜਿਉ ਭਾਵੈ ਤਿਉ ਕਰ ਪ੍ਰਤਿਪਾਲਾ।
ਇਹ ਹੈ ਪੂਰਾ ਸ਼ਬਦ ਜੋ ਆਪਾਂ ਗਾਇਨ ਕੀਤਾ। ਇੱਕ ਇੱਕ ਪੰਕਤੀ ਦੀ ਹੁਣ ਆਪਾਂ ਵਿਚਾਰ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਧਿਆਨ ਨਾਲ ਸੁਣਨਾ ਹੈ, ਕਿਉਂਕਿ ਗੁਰਬਾਣੀ ਦੀ ਕਥਾ ਬਹੁਤ ਧਿਆਨ ਲਾ ਕੇ ਸੁਣਨੀ ਪੈਂਦੀ ਹੈ। ਵਿਆਖਿਆ ਹੁੰਦੇ ਹੁੰਦੇ ਹੋਰ ਬਹੁਤ ਪ੍ਰਮਾਣ ਆ ਜਾਂਦੇ ਆ ਗੁਰਬਾਣੀ ਵਿੱਚੋਂ, ਤੇ ਮੂਲ ਪੰਕਤੀ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਹੁਣ ਪਹਿਲੀ ਪੰਕਤੀ ਹੈ, ਹਰ ਰਸ ਛੋੜ ਹੋਸ਼ੈ ਰਸ ਮਾਤਾ। ਸੋ ਗੁਰੂ ਦੇ ਗਿਆਨ ਤੋਂ ਬਿਨਾ ਇਹ ਮਨੁੱਖ ਕੀ ਕਰਦਾ ਹੈ? ਮਨੁੱਖ ਇਸਤਰੀ ਪੁਰਸ਼ ਕੋਈ ਆ, ਸਾਂਝਾ ਲਫ਼ਜ਼ ਕੀ ਹੁੰਦਾ? ਮਨੁੱਖ ਮਾਨਸ ਦੇਹੀ। ਮਨੁੱਖ ਹਰੀ ਰਸ ਨੂੰ ਛੱਡ ਕੇ ਹੋਸ਼ੇ ਰਸਾਂ ਦੇ ਵਿੱਚ ਮਸਤ ਹੋ ਜਾਂਦਾ ਹੈ। ਹਰ ਰਸ ਛੋੜ ਹੋਸ਼ੈ ਰਸ ਮਾਤਾ। ਹੋਸ਼ੇ ਰਸ ਕਿਹੜੇ ਹੁੰਦੇ ਨੇ? ਕੱਚੇ ਰਸ ਕਹਿ ਲਓ, ਥੋੜਾ ਚਿਰ ਰਹਿਣ ਵਾਲਾ ਰਸ ਕਹਿ ਲਓ, ਸਰੀਰਕ ਚਸਕੇ ਵੀ ਕਹਿ ਸਕਦੇ ਹਾਂ, ਪਦਾਰਥਵਾਦੀ ਰਸ ਵੀ ਕਹਿ ਸਕਦੇ ਹਾਂ। ਇਹ ਸਾਰੇ ਹੋਸ਼ੇ ਰਸ ਹਨ। ਸੋ ਹਰੀ ਰਸ ਨੂੰ ਛੱਡ ਕੇ ਹੋਸ਼ੇ ਰਸਾਂ ਦੇ ਵਿੱਚ ਮਸਤ ਹੋ ਜਾਂਦਾ ਹੈ। ਸਰੀਰਕ ਚਸਕਿਆਂ ਦੇ ਵਿੱਚ ਉਲਝ ਕੇ ਹੀ ਬਹੁਤੀ ਦੁਨੀਆ ਮਰ ਜਾਂਦੀ ਹੈ। ਕੋਈ ਅੱਖਾਂ ਦੇ ਰਸ ਵਿੱਚ ਮਰ ਜਾਂਦਾ ਹੈ, ਗੰਦੀਆਂ ਪਿਕਚਰਾਂ ਵੇਖਦਾ, ਅਸ਼ਲੀਲ ਤਸਵੀਰਾਂ ਵੇਖਦਾ, ਅੱਧ ਨੰਗੇ ਨਾਚ ਵੇਖਦਾ। ਬਹੁਤ ਦੁਨੀਆ ਅੱਖਾਂ ਦੇ ਰਸ ਵਿੱਚ ਮਰ ਜਾਂਦੀ ਹੈ। ਬਹੁਤ ਲੋਕ ਨੇ ਜਿਹੜੇ ਕੰਨ ਰਸ 'ਚ ਮਰ ਜਾਂਦੇ ਆ। ਕੰਨਾਂ ਦੇ ਨਾਲ ਗੰਦੀਆਂ ਟੇਪਾਂ, ਲੱਚਰਵਾਦ ਸੁਣਨਾ। ਬਹੁਤ ਕਿਹਾ, ਸਾਰੇ ਨਹੀਂ ਕਿਹਾ, ਬਹੁਤੇ। ਕੋਈ ਜੀਵ ਦੇ ਰਸ ਵਿੱਚ ਮਰ ਜਾਂਦਾ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤਕਿਤਾ, ਜਿਚਰ ਹਰ ਰਸ ਪੱਲੇ ਨਾ ਪਾਈ। ਹਰ ਰਸ ਪਾਈ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਈ। ਇਹ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਸਾਈ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਈ। ਇੱਕ ਤਾਂ ਆਪਾਂ ਲੋੜ ਮੁਤਾਬਕ ਸਾਰੀ ਛਕਦੇ ਹਾਂ ਨਾ, ਇੱਕ ਹੁੰਦਾ ਵੀ ਸਰੀਰਕ ਰਸਾਂ ਦੇ ਵਿੱਚ ਹੀ ਖਚਤ ਹੋ ਜਾਂਦਾ। ਫਿਰ ਬੜੀਆਂ ਵੈਰਾਈਟੀਆਂ ਚੱਲਦੀਆਂ, ਬੜੇ ਤਰ੍ਹਾਂ ਦੇ ਹੋਟਲ ਲੱਭੇ ਜਾਂਦੇ ਨੇ, ਬੜੇ ਤਰ੍ਹਾਂ ਦੇ ਰੈਸਟੋਰੈਂਟ ਲੱਭੇ ਜਾਂਦੇ ਆ। ਫਿਰ ਸਟਾਰ ਚੱਲ ਪੈਂਦੇ ਆ ਗਾਹਾਂ, 3 ਸਟਾਰ, 5 ਸਟਾਰ, 7 ਸਟਾਰ। ਸਟਾਰ ਪਤਾ ਨਹੀਂ ਵੱਧ ਨਾ ਗਏ ਹੁਣ, ਮੈਂ ਤਾਂ 7 ਹੀ ਪਤਾ ਮੈਨੂੰ। ਕਹਿਣ ਦਾ ਭਾਵ ਫਿਰ ਹੱਦ ਨਹੀਂ ਕੋਈ। ਭੋਜਨ ਸਰੀਰ ਦੀ ਲੋੜ ਹੈ, ਖਾਣ ਪੀਣ ਲੋੜ ਹੈ, ਅਸੀਂ ਜਿਉਣ ਵਾਸਤੇ ਖਾਂਦੇ ਹਾਂ, ਨਾ ਕਿ ਖਾਣ ਵਾਸਤੇ ਜਿਉਂਦੇ ਹਾਂ। ਬਸ ਇੰਨੀ ਕੀ ਫਰਕ ਹੈ ਗੱਲ, ਬਸ ਇੰਨੀ ਨੁਕਤਾ ਨਾ। ਫਿਰ ਕਹਦੇ ਮੈਂ ਹਿਲਾਈ ਨਾ, ਅਸੀਂ ਜਿਉਣ ਵਾਸਤੇ ਖਾਂਦੇ ਹਾਂ ਕਿਉਂਕਿ ਸਰੀਰ ਦੀ ਲੋੜ ਹੈ, ਨਾ ਕਿ ਖਾਣ ਵਾਸਤੇ ਜਿਉਂਦੇ ਹਾਂ। ਜੀਵਨ ਦਾ ਮਕਸਦ ਖਾਣ ਪੀਣ ਨਹੀਂ, ਪਰਪਜ, ਮਕਸਦ, ਉਦੇਸ਼, ਟੀਚਾ, ਲਕਸ਼। ਲਕਸ਼ ਤਾਂ ਇੱਕੋ ਹੀ ਹੈ ਭਾਈ, ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ। ਖਾਣਾ ਪੀਣਾ ਨਿਸ਼ਾਨਾ ਨਹੀਂ, ਖਾਣਾ ਪੀਣਾ ਸਾਡੇ ਸਰੀਰ ਦੀ ਲੋੜ ਹੈ। ਠੀਕ ਹੈ, ਲੋੜ ਮੁਤਾਬਕ ਪੌਸ਼ਟਿਕ ਭੋਜਨ ਛਕੋ, ਬੈਲੈਂਸ ਡਾਈਟ, ਜਿਹਦੇ ਵਿੱਚ ਲੋੜੀਂਦੇ ਤੱਤ ਹੋਣ। ਸਰੀਰ ਵਾਸਤੇ ਲੋੜੀਂਦੇ ਤੱਤ ਹੋਣ, ਐਸਾ ਭੋਜਨ ਛਕਦੇ ਹੀ ਆ। ਚਲੋ ਥੋੜਾ ਟੇਸਟ ਵੀ ਚਲੋ ਹੋਵੇ, ਛਕਿਆ ਜਾਂਦਾ, ਤਾਂ ਵੱਖਰਾ ਵਿਸ਼ਾ ਨਾ। ਤੇ ਬਹੁਤੇ ਕਹਿਣ ਦਾ ਭਾਵ ਵੀ ਜੀਭ ਦੇ ਚਸਕਿਆਂ 'ਚ ਹੀ ਮਰ ਜਾਂਦੇ ਨੇ। ਕੋਈ ਅੱਖਾਂ ਦੇ ਚਸਕੇ 'ਚ ਮਰ ਜਾਂਦਾ, ਕੋਈ ਕੰਨਾਂ ਦੇ ਚਸਕੇ 'ਚ, ਕਿਸੇ ਨੂੰ ਸਾਰੇ ਵੀ ਹੁੰਦੇ ਚਸਕੇ ਇਕੱਠੇ। ਕੋਈ ਚਮੜੀ ਦੇ ਚਸਕੇ 'ਚ ਮਰ ਜਾਂਦਾ, ਨਜਾਇਜ਼ ਸੰਬੰਧਾਂ ਦੇ ਨਰਕ ਵਿੱਚ ਪੈ ਜਾਂਦਾ। ਇਹ ਕਾਮ ਨਰਕ ਵਿਸਰਾਮ। ਹੁਣ ਨਰਕ ਕੋਈ ਤਾਂ ਥੋੜਾ ਕਦੇ ਬਣਿਆ। ਚਲੋ ਆਪਣਾ ਵਿਸ਼ਾ ਨਹੀਂ, ਅੱਗੇ ਆਪਾਂ ਗੱਲ ਕਰਾਂਗੇ, ਕਿਉਂਕਿ ਵਿੱਚ ਜਿਹੜੀ ਗੱਲ ਆ ਜਾਵੇ ਉਹ ਤਾਂ ਕੂਕ ਮਾਤਰੀ ਦੱਸੀ ਜਾਂਦੀ ਹੈ ਨਾ, ਸਬਜੈਕਟ ਨਹੀਂ ਆਪਣਾ, ਪਰ ਇਸ਼ਾਰਾ ਕਰਦੇ ਆ ਵੀ ਨਰਕ ਤੇ ਸੁਰਗ ਦੀ ਕੋਈ ਭੂਗੋਲਿਕ ਸਥਿਤੀ ਨਹੀਂ। ਜੇ ਇਹਨੂੰ ਸੌਖੀ ਭਾਸ਼ਾ 'ਚ ਕਹਿ ਲਓ, ਇਹ ਤਾਂ ਸਟੀਕ ਭਾਸ਼ਾ ਹੋ ਗਈ ਨਾ, ਵੀ ਨਰਕ ਤੇ ਸੁਰਗ ਦੀ ਕੋਈ ਭੂਗੋਲਿਕ ਸਥਿਤੀ ਨਹੀਂ। ਇਹਨੂੰ ਸੌਖੀ ਭਾਸ਼ਾ 'ਚ ਕਹਿ ਲਓ ਵੀ ਨਰਕ ਤੇ ਸੁਰਗ ਕਿਸੇ ਖਾਸ ਥਾਂ ਤੇ ਨਹੀਂ ਬਣੇ ਹੋਏ, ਕਿਸੇ ਖਾਸ ਥਾਂ ਤੇ ਨਹੀਂ ਬਣੇ ਹੋਏ। ਨਰਕ ਸੁਰਗ ਮਨ ਦੀ ਅਵਸਥਾ ਹੈ। ਜਦੋਂ ਕੋਈ ਕਾਮੀ ਹੋ ਕੇ ਨਜਾਇਜ਼ ਸੰਬੰਧਾਂ 'ਚ ਪੈ ਗਿਆ, ਉਹ ਨਜਾਇਜ਼ ਸੰਬੰਧਾਂ ਦੇ ਨਰਕ 'ਚ ਪੈ ਗਿਆ। ਉਹ ਨਰਕ 'ਚ ਜਿਉਂ ਰਿਹਾ ਮਨੁੱਖ। ਜਿਹੜਾ ਕਾਮੀ ਹੋ ਕੇ ਜਿਉਂ ਰਿਹਾ ਨਾ, ਉਹ ਨਰਕ ਵਿੱਚ ਹੈ। ਇਹ ਤਾਂ ਹੁੰਦਾ। ਜਿਹੜਾ ਗਿਆਨ ਨਾਲ ਟੁੱਟ ਕੇ ਜਿਉਂ ਰਿਹਾ, ਉਹ ਨਰਕ ਵਿੱਚ ਹੈ।
ਨਰਕ ਕੂਪ ਮੈਂ ਗੋਤੇ ਖਾਵੈ ਜਿਉ ਜਲ ਤੇ ਬਾਹਰ ਮੀਨਾ ਹੈ। ਜਿਵੇਂ ਪਾਣੀ ਤੋਂ ਬਾਹਰ ਮੱਛੀ ਨਰਕ ਵਿੱਚ ਗੋਤੇ ਖਾਂਦੀ ਹੈ। ਕਹਤਾ ਨਾ ਹੁਣ ਦੱਸੋ ਮੈਨੂੰ ਪਾਣੀ ਤੋਂ ਬਾਹਰ ਨਰਕ ਬਣਿਆ ਹੋਇਆ ਕਿਤੇ? ਤਾਂ ਕਹਿਣ ਦਾ ਭਾਵ ਹੈ ਵੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ, ਪਾਣੀ ਦੇ ਕੰਢੇ 'ਤੇ ਨਰਕ ਆ ਗਿਆ ਮੱਛੀ ਦੇ ਭਾਵ ਆਪਾਂ ਉੱਥੇ ਕੋਈ ਨਰਕ ਬਣਿਆ ਥੋੜਾ ਹੋਇਆ ਹੈ। ਪਾਣੀ ਵਿੱਚ ਕਰ ਦਿਓ ਸੁਰਗ, ਪਾਣੀ ਤੋਂ ਮੜਾ ਬਾਹਰ ਕਰ ਦਿਓ ਨਰਕ। ਭਾਵ ਕਿ ਨਰਕ ਸੁਰਗ ਦੀ ਕੰਧ ਸਾਂਝੀ ਹੈ। ਇੱਥੋਂ ਗੱਲਾਂ ਬਣੀਆਂ ਹੁੰਦੀਆਂ, ਅਸੀਂ ਸਮਝਦੇ ਵੀ ਸ਼ਾਇਦ ਕੋਈ ਤਾਂ ਬਣਿਆ ਹੋਇਆ ਉੱਥੇ ਨਰਕ ਸੁਰਗ ਇਕੱਠੇ ਬਣੇ ਆ, ਕੰਧ ਸਾਂਝੀ ਹੈ। ਇੱਦਾਂ ਨਹੀਂ ਹੁੰਦਾ ਇਹ ਗੱਲਾਂ। ਨਰਕ ਤੇ ਸੁਰਗ ਦੀ ਕੰਧ ਸਾਂਝੀ ਹੈ। ਮੱਛੀ ਪਾਣੀ ਵਿੱਚ ਹੈ, ਸਵਰਗ ਵਿੱਚ ਹੈ। ਉਦਾਹਰਨ ਹੈ ਨਾ ਗੱਲ। ਤੇ ਪਾਣੀ ਤੋਂ ਮੜਾ ਬਾਹਰ ਕਰ ਦਿਓ ਮੂੰਹ ਨੂੰ, ਬਸ ਪਾਣੀ ਦੇ ਨਾਲ ਹੀ ਕੰਢੇ 'ਤੇ ਨਰਕ ਆ ਗਿਆ। ਉਹ ਦੇਖ ਲਓ ਕਿਵੇਂ ਤੜਫੀ ਜਾਂਦੀ ਹੈ, ਕਿਵੇਂ ਤੜਪ ਰਹੀ ਹੈ, ਲੋਟਰੀਆਂ ਖਾ ਰਹੀ ਹੈ, ਪ੍ਰਾਣ ਛੱਡ ਰਹੀ ਹੈ, ਨਰਕ ਵਿੱਚ ਗੋਤੇ ਖਾ ਰਹੀ ਹੈ। ਏਦਾਂ ਹੀ ਮੱਛੀ ਪਾਣੀ ਤੋਂ ਬਾਹਰ ਨਰਕ ਵਿੱਚ ਹੈ ਤੇ ਮਨੁੱਖ ਪਾਣੀ ਤੋਂ ਬਾਹਰ ਨਰਕ ਵਿੱਚ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ ਜਿਤਰੇ ਮਾਇਆ ਵਿੱਚ ਨਾ ਕੋਈ ਕਰ ਸਕਿਆ ਕਿਸ ਥਾਂ ਰੋਗੇ ਰੋਜ਼। ਚਲੋ ਅੱਗੇ ਅੱਗੇ ਚੱਲਦਾ। ਸੋ ਆਪਾਂ ਸਮਝ ਰਹੇ ਸੀ ਏਦਾਂ ਹਰ ਗੱਲ ਨੂੰ, ਚਲੋ ਵਿੱਚੋਂ ਨੁਕਤਾ ਆ ਗਿਆ, ਏਦਾਂ ਅਸੀਂ ਹਰ ਗੱਲ ਨੂੰ ਗੁਰਬਾਣੀ ਵਿੱਚੋਂ ਦ੍ਰਿੜ ਕਰਨਾ ਸਮਝਣਾ। ਸੋ ਹਰੀ ਰਸ ਨੂੰ ਛੱਡ ਕੇ ਮਨੁੱਖ ਹੋਸ਼ੇ ਰਸਾਂ ਦੇ ਵਿੱਚ, ਕੱਚੇ ਰਸਾਂ ਵਿੱਚ ਕਹਿ ਲਓ, ਸਰੀਰਕ ਚਸਕਿਆਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ। ਹਰ ਰਸ ਛੋੜ ਹੋਸ਼ੈ ਰਸ ਮਾਤਾ, ਘਰ ਮਹਿ ਵਸਤ ਬਾਹਰ ਉੱਠ ਜਾਤਾ। ਅਗਲੀ ਪੰਕਤੀ ਕਹਿੰਦੇ ਜੋ ਇਹ ਵਸਤ ਲੱਭਦਾ ਹੈ ਨਾ, ਉਹ ਇਹਦੇ ਘਰ ਵਿੱਚ ਹੀ ਹੈ। ਮਨ ਕੀ ਚਾਹੁੰਦਾ ਹੈ? ਸੁੱਖ, ਸ਼ਾਂਤੀ, ਆਨੰਦ, ਇਹੀ ਚਾਹੁੰਦਾ ਨਾ। ਸੁੱਖ ਵੀ ਕਿਹੋ ਜਿਹਾ ਚਾਹੁੰਦਾ ਹੈ ਵੀ ਜਿਹੜਾ ਕਦੇ ਮੁੱਕੇ ਨਾ। ਸ਼ਾਂਤੀ ਕਿਹੜੀ ਚਾਹੁੰਦਾ ਹੈ? ਜਿਹੜੀ ਸਦਾ ਬਣੀ ਰਹੇ। ਆਨੰਦ ਕਿਹੜਾ ਚਾਹੁੰਦਾ ਹੈ? ਵੀ ਜੋ ਸਦਾ ਹੀ ਬਣਿਆ ਰਹੇ। ਸਦੀ ਵੀ ਇਹੀ ਚਾਹੁੰਦਾ ਨਾ। ਇਹ ਸਰੀਰ ਰੂਪੀ ਘਰ 'ਚ ਜੋ ਮਨ ਆ ਸੁੱਖ, ਸ਼ਾਂਤੀ, ਆਨੰਦ ਚਾਹੁੰਦਾ ਹੈ ਨਾ, ਇਹ ਸੁੱਖ, ਸ਼ਾਂਤੀ, ਆਨੰਦ ਵਸਤ ਲਫ਼ਜ਼ ਕਹਿ ਦਿੱਤਾ ਨਾ ਵੀ ਚਾਹੁੰਦਾ ਜੋ ਮਨੁੱਖ ਖਾਸ, ਇਹ ਤਾਂ ਸਰੀਰ ਰੂਪੀ ਘਰ ਦੇ ਵਿੱਚ ਹੈ। ਪਰ ਇਹ ਬਾਹਰ ਉੱਠ ਕੇ ਤੁਰਿਆ ਜਾਂਦਾ ਹੈ। ਕੋਈ ਸਿਨੇਮੇ 'ਚ ਜਾ ਕੇ ਲੱਭਦਾ ਹੈ, ਕੋਈ ਕਲੱਬਾਂ ਪੱਬਾਂ 'ਚ, ਕੋਈ ਸ਼ਰਾਬਾਂ ਕਲਾਬਾਂ 'ਚੋਂ, ਜੁੰਗਲੀ ਦੇ ਯਾਰਾਂ ਨਾਲ ਪਿਆਲੇ ਛੜਕਾ ਕੇ, ਕੋਈ ਨੰਗੇ ਨਾਚਾਂ 'ਚੋਂ ਲੱਭਦਾ ਤਾਂ ਸੁੱਖ, ਸ਼ਾਂਤੀ, ਆਨੰਦ ਹੀ ਹੈ ਨਾ। ਹੋਰ ਕੀ ਲੱਭਦਾ ਹੁਣ ਦੱਸੋ? ਲੱਭਦਾ ਤਾਂ ਇਹੀ ਕੁਛ ਹੀ ਹੈ ਨਾ। ਪਰ ਭਾਲ ਗਲਤ ਹੋ ਗਈ। ਲੱਭਦਾ ਸ਼ਾਂਤੀ ਹੈ। ਕਿਸੇ ਨੂੰ ਪੁੱਛ ਲਓ ਵੀ ਗਿਆ ਸੀ ਕੀ ਕਰਨ ਗਿਆ ਸੀ, ਕਹਿੰਦੇ ਮਨੋਰੰਜਨ ਕਰਨ ਗਿਆ ਸੀ। ਮਨੋਰੰਜਨ ਦਾ ਕੋਈ ਮਨ ਦੀ ਸ਼ਾਂਤੀ ਚਾਹੁੰਦਾ, ਰਿਲੈਕਸੇਸ਼ਨ ਚਾਹੁੰਦਾ, ਸੁੱਖ ਚਾਹੁੰਦਾ, ਮਨ ਦਾ ਆਨੰਦ। ਪਰ ਭਾਲ ਗਲਤ ਹੋ ਗਈ ਨਾ। ਗੁਰੂ ਜੀ ਕਹਿੰਦੇ ਸ਼ਾਂਤੀ, ਸੁੱਖ, ਆਨੰਦ ਚਾਹੁੰਦਾ ਸਾਡਾ ਆਪਾ ਹੈ, ਉਹ ਆਪੇ ਦਾ ਸੁਭਾਅ ਹੈ, ਉਹ ਅਸੀਂ ਮਾਣਿਆ ਹੋਇਆ ਹੈ, ਉਹ ਅਸੀਂ ਮਾਣਿਆ ਹੋਇਆ। ਗਹਿਰੀ ਗੱਲ ਸਮਝੋ। ਇਹ ਚਾਹਤ ਪਰਮੇਸ਼ਰ ਵੱਲੋਂ ਹੀ ਹਰ ਮਨੁੱਖੀ ਮਨ ਦੇ ਵਿੱਚ, ਹਰ ਮਨੁੱਖੀ ਮਨ ਸੁੱਖ, ਸ਼ਾਂਤੀ, ਆਨੰਦ ਚਾਹੁੰਦਾ। ਇਹ ਮੰਗ ਬਿਲਕੁਲ ਸਾਂਝੀ ਹੈ ਹਰ ਮਨੁੱਖ ਦੀ। ਪਰ ਗੁਰੂ ਜੀ ਕਹਿੰਦੇ ਭਾਲ ਗਲਤ ਹੈ ਨਾ। ਸਿਨੇਮਿਆਂ ਦੇ ਵਿੱਚੋਂ ਸੁੱਖ, ਸ਼ਾਂਤੀ ਨਹੀਂ ਮਿਲਣਾ। ਪੱਬਾਂ ਕਲੱਬਾਂ ਦੇ ਵਿੱਚੋਂ, ਨੰਗੇ ਨਾਚਾਂ ਚੋਂ, ਜਾਂ ਫਿਰ ਪਿਆਲੇ ਦੇ ਯਾਰਾਂ ਚੋਂ ਕੁਛ ਨਹੀਂ ਮਿਲਣਾ। ਇਸ ਕਰਕੇ ਇਹ ਸੁੱਖ, ਸ਼ਾਂਤੀ, ਆਨੰਦ ਲੱਭਣ ਬਾਹਰ ਤੁਰਿਆ ਜਾਂਦਾ ਹੈ। ਪਰ ਜੇ ਸੱਚਮੁੱਚ ਚਾਹੁੰਦਾ ਹੈ, ਇਹ ਆਪਣੇ ਸਰੀਰ ਰੂਪੀ ਘਰ ਵਿੱਚੋਂ ਮਿਲਦਾ। ਜੇ ਆਪਣੇ ਆਪ ਦੇ ਅੰਦਰ ਜੁੜੇ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵਹੀਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਸਰੀਰ ਰੂਪੀ ਘਰ ਦੇ ਵਿੱਚ ਹਿਰਦੇ ਦੇ ਘਟ ਤੇ ਅੰਮ੍ਰਿਤ ਹੈ। ਤੇ ਸੰਬੋਧਨ ਕੀਤੇ ਮਨ ਨੂੰ ਵੀ ਐ ਮਨ ਆਪਣੇ ਅੰਦਰ ਟਿਕੇ ਰਹੋ। ਮਨ ਰੇ ਥਿਰ ਰਹੋ ਦਾ ਭਾਵ ਟਿਕੇ ਰਹੋ। ਮਤ ਕਤ ਜਾਹੀ ਜੀਓ, ਮਤਾਂ ਕਿਤੇ ਮਨ ਦਾ ਸੁੱਖ, ਸ਼ਾਂਤੀ, ਆਨੰਦ ਬਾਹਰ ਲੱਭਣ ਨਾ ਜਾਏ। ਸਰੀਰ ਦੀਆਂ ਲੋੜਾਂ ਤਾਂ ਬਾਹਰੋਂ ਹੀ ਪੂਰੀਆਂ ਹੁੰਦੀਆਂ, ਕੋਈ ਸ਼ੱਕ ਨਹੀਂ ਇਹਦੇ ਵਿੱਚ।
ਜਿਹਦੇ ਵਾਸਤੇ ਕੋਈ ਮਿਹਨਤ ਮਜ਼ਦੂਰੀ ਕਰਦਾ ਹੈ, ਕੋਈ ਖੇਤੀ ਪੱਤੀ ਦਾ ਕੰਮ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਠੀਕ ਕਰਨਾ ਬਣਦਾ, ਆਪਾਂ ਕਰਦੇ ਹੀ ਆ ਸਾਰਾ, ਲੋੜਾਂ ਹੁੰਦੀਆਂ, ਪਰ ਮਨ ਦੀਆਂ ਲੋੜਾਂ ਅੰਦਰੋਂ ਪੂਰੀਆਂ ਹੁੰਦੀਆਂ, ਤਨ ਦੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ, ਮਨ ਦੀਆਂ ਲੋੜਾਂ ਅੰਦਰੋਂ ਪੂਰੀਆਂ ਹੁੰਦੀਆਂ। ਗੜਬੜ ਕਦੋਂ ਹੁੰਦੀ ਹੈ? ਜਦੋਂ ਅਸੀਂ ਮਨ ਦੀਆਂ ਲੋੜਾਂ ਵੀ ਬਾਹਰੋਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ। ਇੱਥੇ ਆ ਕੇ ਉਲਝ ਗਿਆ ਮਨੁੱਖ। ਇਸ ਕਰਕੇ ਜੋ ਤੂੰ ਲੱਭਦਾ ਹੈ ਨਾ, ਇਹ ਚਾਹੁੰਦਾ ਹੈ, ਇਹ ਤੇਰੇ ਸਰੀਰ ਰੂਪੀ ਘਰ ਵਿੱਚ। ਇਸ ਕਰਕੇ ਮਨਾ ਆਪਣੇ ਅੰਦਰ ਟਿਕ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਜਦੋਂ ਤੂੰ ਮਨ ਦਾ ਸੁੱਖ ਸ਼ਾਂਤੀ ਆਨੰਦ ਬਾਹਰ ਲੱਭਦਾ ਹੈ, ਇਸੇ ਚੱਕਰ ਦੇ ਵਿੱਚ ਗੁਰੂ ਜੀ ਕਹਿੰਦੇ ਤੂੰ ਬਹੁਤ ਦੁੱਖ ਪਾਉਣੇ, ਸੁੱਖ ਮਿਲਦਾ ਨਹੀਂ ਸਗੋਂ ਬਹੁਤ ਦੁਖੀ ਹੋ ਜਾਂਦੇ ਬਦਫੈਲੀਆਂ ਦੇ ਵਿੱਚ। ਸੋ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਨਤੀਜਾ ਕੀ ਨਿਕਲਿਆ? ਬਹੁਤ ਦੁੱਖ ਦਾ ਨਤੀਜਾ ਨਿਕਲਿਆ ਵੀ ਤੂੰ ਤਾਂ ਪਹਿਲਾਂ ਤੋਂ ਵੀ ਦੁਖੀ ਹੋ ਗਿਆ, ਗਿਆ ਸੀ ਮਨੋਰੰਜਨ ਕਰਨਾ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ। ਇਹ ਸੁੱਖ ਸ਼ਾਂਤੀ ਆਨੰਦ ਦਾ ਤੇਰਾ ਆਪਾ ਹੈ, ਜੋ ਪਰਮੇਸ਼ਰ ਦੀ ਅੰਸ਼ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟਿਆ ਨਾ ਭਰਮ ਕੀ ਕਾਈ। ਇਹਦਾ ਤੇਰਾ ਆਪਣਾ ਆਪ ਹੈ। ਇਹ ਤੂੰ ਕਿੱਥੇ ਲੱਭਦਾ? ਇਹ ਤੂੰ ਕਿੱਥੇ ਲੱਭਦਾ? ਤੇ ਆਪਣੇ ਆਪੇ ਨਾਲ ਜੁੜ। ਕਿੰਨਾ ਗਿਆਨ ਮਿਲ ਗਿਆ ਆਪਾਂ ਨੂੰ ਜੇ ਸਮਝ ਲਈਏ, ਦੋ ਪੰਕਤੀਆਂ ਮੰਨ ਲਈਏ ਜੇ ਹੁਣ ਤੱਕ ਕਰ ਲਈਆਂ ਆਪਾਂ, ਤਾਂ ਅਸੀਂ ਹੋਸ਼ੇ ਰਸਾਂ ਤੋਂ ਬਚ ਸਕਦੇ ਹਾਂ ਤੇ ਸੱਚਮੁੱਚ ਅਸੀਂ ਮਨ ਦਾ ਸੁੱਖ ਸ਼ਾਂਤੀ ਆਨੰਦ ਆਪਣੇ ਸਰੀਰ ਰੂਪੀ ਘਰ ਵਿੱਚ, ਆਪਣੇ ਆਪੇ ਵਿੱਚ ਹੀ ਲੱਭ ਸਕਦੇ ਹਾਂ। ਘਰ ਮੈਂ ਵਸਤ ਮੂੜਾ ਬਾਹਰ ਭਾਲੇ। ਕਹਿੰਦੇ ਮੂਰਖ ਬਾਹਰ ਲੱਭਦਾ, ਘਰ ਮੈਂ ਵਸਤ ਮੂੜਾ ਬਾਹਰ ਭਾਲੇ। ਮਨਮੁਖ ਅੰਧ ਫਿਰੇ ਬੇਤਾਲੇ। ਕਹਿੰਦੇ ਮਨਮੁਖ ਨੇ ਭੂਤਰੇ ਵਾਂਗ ਤੁਰੇ ਫਿਰਦੇ ਨੇ, ਬਾਹਰ ਭੜਕਦੇ, ਬਦਫੈਲੀਆਂ ਕਰਦੇ। ਮਨਮੁਖ ਅੰਧ ਫਿਰੇ ਬੇਤਾਲੇ, ਜਿੱਥੈ ਵਸਤ ਹੋਵੇ ਤਿੱਥੋਂ ਕੋਈ ਨਾ ਪਾਵੇ। ਮਨਮੁਖ ਭਰਮ ਭੁਲਾਵਣਿਆ। ਜਿੱਥੋਂ ਮਿਲਣਾ ਉੱਥੋਂ ਕੋਈ ਪਾਉਂਦਾ ਨਹੀਂ, ਤੇ ਮਨਮੁਖ ਭਰਮਾਂ ਦੇ ਵਿੱਚ ਭੁੱਲਿਆ ਫਿਰਦਾ ਹੈ। ਭੁੱਲਿਆ ਮੀਨ ਗਲਤ ਰਾਹ ਪਿਆ ਫਿਰਦਾ ਹੈ। ਹਰ ਰਸ ਛੋੜ ਹੋਸ਼ੈ ਰਸ ਮਾਤਾ, ਘਰ ਮਹਿ ਵਸਤ ਬਾਹਰ ਉੱਠ ਜਾਤਾ। ਦੋ ਪੰਕਤੀਆਂ ਦੀ ਵਿਆਖਿਆ ਪੂਰੀ ਹੋ ਗਈ। ਅਗਲੀ ਪੰਕਤੀ, ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ, ਰਾਰ ਕਰਤ ਝੂਠੀ ਲਗ ਗਾਥਾ। ਰਹਾਓ। ਕਹਿੰਦੇ ਕਾਰਨ ਕੀ ਹੈ? ਇਹਨੂੰ ਸੱਚ ਦਾ ਪਤਾ ਕਿਉਂ ਨਹੀਂ ਲੱਗਦਾ? ਗੁਰੂ ਜੀ ਕਹਿੰਦੇ ਸੱਚ ਦਾ ਪਤਾ ਕੀ ਲੱਗੇ? ਸੱਚੀ ਕਥਾ ਤੋਂ ਸੁਣੀ ਨਹੀਂ ਜਾਂਦੀ। ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ। ਲਫ਼ਜ਼ ਤਾਂ ਕਥਾ ਹੀ ਹੈ, ਪਰ ਇੱਥੇ ਕਾਥਾ ਭਾਵ ਕੇ ਕਾਮ ਤੋਂ ਪੂਰਾ ਕੀਤਾ ਹੈ। ਅਰਥ ਭਾਵ ਜਦੋਂ ਲਵਾਂਗੇ ਆਪਾਂ ਉਦੋਂ ਕਥਾ ਦੀ ਗੱਲ ਹੀ ਕਰ ਰਹੇ ਹਾਂ ਗੁਰੂ ਜੀ। ਸੋ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਕਹਿੰਦੇ ਸੱਚੀ ਅੰਮ੍ਰਿਤ ਕਥਾ, ਆਤਮਿਕ ਜੀਵਨ ਦੇ ਨਾਲ ਹੀ ਕਥਾ ਸੁਣੀ ਹੋਈ ਨਹੀਂ ਜਾਂਦੀ ਇੱਥੋਂ, ਕਿ ਸੱਚ ਦਾ ਪਤਾ ਲੱਗੇਗੀ ਇਹਨੂੰ। ਤੁਸੀਂ ਪੁੱਛੋਗੇ ਸੁਣੀ ਕਿਉਂ ਨਹੀਂ ਜਾਂਦੀ? ਅਗਲੀ ਪੰਕਤੀ ਵਿੱਚ ਦੱਸਤਾ ਕਾਰਨ। ਰਾਰ ਕਰਤ ਝੂਠੀ ਲਗ ਗਾਥਾ। ਰਹਾਓ। ਕਹਿੰਦੇ ਸੱਚੀ ਕਥਾ ਤਾਂ ਕੀ ਸੁਣਨੀ ਹੈ? ਸੱਚੀ ਕਥਾ ਕਰਨ ਵਾਲਾ ਤਾਂ ਝਗੜਾ ਕਰਦਾ ਹੈ। ਰਾਰ ਦਾ ਤਾਂ ਝਗੜਾ। ਸੱਚੀ ਕਥਾ ਕਰਨ ਲੱਗ ਪਓ, ਗ੍ਰੰਥੀ ਸਿੰਘ ਬਾਣੀ 'ਚ ਜੋ ਲਿਖਿਆ ਕਥਾ ਕਰਨ ਲੱਗ ਪਵੇ, ਅੱਧੇ ਪਿੰਡ ਵਾਲੇ ਆ ਕੇ ਲੜ ਪੈਣਗੇ, ਅੱਧੀ ਪਿੰਡ ਦੀਆਂ ਮਾਈਆਂ ਕਹਿਣਗੀਆਂ ਭਾਈ ਨੂੰ ਕੱਢੋ। ਗੱਲ ਕੀ ਹੋ ਗਈ? ਕਹਿੰਦੇ ਤੜਕੀ ਲੱਗ ਜਾਂਦਾ। ਅਗਲੀ ਗੱਲ ਤਾਂ ਕਹਿੰਦੀ ਤੜਕੀ ਲੱਗ ਜਾਂਦਾ, ਕਹਿੰਦੀਆਂ ਗੱਲਾਂ ਵੀ ਜੀ ਬਾਣੀ 'ਚ ਜੋ ਲਿਖਿਆ ਸੁਣਾਉਣ ਲੱਗ ਜੇ, ਸਹਿ ਨਹੀਂ ਹੁੰਦਾ। ਪਿੰਡ ਵਾਲੇ ਕੱਢ ਦੇਣਗੇ ਉਹਨੂੰ, ਕਹਿੰਦੇ ਕੱਢੋ ਉਹਨੂੰ ਬਰੇ ਯਾਰ, ਤੜਕੀ ਲੱਗ ਜਾਂਦਾ। ਅਗਲੀ ਗੱਲ ਤਾਂ ਪੂਰੀ ਗੱਲ ਤਾਂ ਕਹਿੰਦੇ ਨਹੀਂ, ਤੜਕੀ ਬਾਣੀ ਦੀ ਕਥਾ ਕਰਨ ਲੱਗ ਜਾਂਦਾ, ਤਾਂ ਕਹਿੰਦੇ ਨਹੀਂ। ਉਹ ਅੱਧੀ ਗੱਲ ਤਾਂ ਉਹ ਜਵਾਨ ਰੁਕਦੀ ਆ ਉੱਥੇ, ਤਾਂ ਕੱਲਾ ਨਹੀਂ ਕਹੀ ਜਾਂਦੇ ਤੜਕੀ ਲੱਗ ਜਾਂਦਾ। ਤਾਂ ਕੱਢੋ ਪਰੇ ਨੂੰ, ਤੜਕੀ ਲੱਗ ਜਾਂਦਾ। ਤਾਂ ਸੱਚ ਜਾਣੋ ਜੀ ਤੁਸੀਂ, ਇਹ ਆ ਬਾਣੀ 'ਚ ਵੀ ਇਹੀ ਲਿਖਿਆ। ਕਥਾ ਸੁਣਨੀ ਸੌਖੀ ਹੈ ਕਿਤੇ? ਹਰ ਕੋਈ ਨਹੀਂ ਤਾਂ ਹਾਂ ਠੀਕ ਹੈ, ਚੋਣਵੇਂ ਸੁਣਦੇ ਆ ਭਾਗਾਂ ਨਾਲ। ਸੱਚੀ ਕਥਾ ਤਾਂ ਸੁਣੀ ਨਹੀਂ ਜਾਂਦੀ। ਸੋ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਕਾਰਨ ਕੀ ਹੈ? ਰਾਰ ਕਰਤ, ਕਹਿੰਦੇ ਝਗੜਾ ਕਰਦੇ ਆ। ਕਿਉਂ ਕਰਦੇ ਆ? ਉਹ ਵੀ ਦੱਸਦਾ ਕਿ ਝੂਠੀ ਲੰਗ ਗਾਥਾ। ਕਹਿੰਦੇ ਝੂਠੀਆਂ ਕਹਾਣੀਆਂ ਪਿੱਛੇ ਲੱਗੇ ਹੋਏ ਆ।
ਵੀ ਗੱਪ ਕਹਾਣੀਆਂ ਸੁਣਾਓ, ਚਾਅ ਨਾਲ ਸੁਣਦੀ ਹੈ ਦੁਨੀਆ। ਡੇਰਿਆਂ ਵਿੱਚ ਵੱਧ ਕੋਈ ਜਾਂਦੇ ਆ, ਕੋਈ ਡੇਰਿਆਂ ਵਾਲੇ ਬਾਬੇ ਗੱਪ ਕਹਾਣੀਆਂ ਸੁਣਾਉਂਦੇ ਆ। ਇਹ ਕਹਾਣੀਆਂ ਸੁਣਾਓ ਗੱਪ, ਇਹ ਤਾਂ ਸੱਚੀ ਹੁੰਦੀ ਹੈ ਨਾ, ਉਹਨੂੰ ਗੱਪ ਕਹਾਣੀਆਂ। ਝੂਠੀ ਗਾਥਾ ਕਿਹਾ ਨਾ, ਵੀ ਝੂਠੀ ਗਾਥਾ ਭਾਵ ਝੂਠੀਆਂ ਕਹਾਣੀਆਂ। ਕਹਿੰਦੇ ਝੂਠੀਆਂ ਕਹਾਣੀਆਂ ਦੇ ਪਿੱਛੇ ਲੱਗਦੀ ਹੈ ਦੁਨੀਆ। ਝੂਠੀਆਂ ਕਹਾਣੀਆਂ ਸੁਣਾਓ, ਕਹਿੰਦੇ ਖੁਸ਼ ਹੋ ਕੇ ਸੁਣਦੇ ਆ। ਤੇ ਝੂਠੀਆਂ ਕਹਾਣੀਆਂ ਦੇ ਪਿੱਛੇ ਲੱਗੀ ਹੋਈ ਦੁਨੀਆ ਸੱਚੀ ਕਥਾ ਕਰਨ ਵਾਲੇ ਨਾਲ ਝਗੜਾ ਕਰਦੀ ਹੈ। ਇਹੀ ਵਰਤ ਰਿਹਾ ਜੀ ਬਾਣੀ ਸਪਸ਼ਟ ਲਿਖਿਆ, ਝਗੜਾ ਕਰਦੇ ਨੇ, ਝਗੜਾ। ਤੇ ਸੱਚ ਸੁਣਿਆ ਕਿਉਂ ਨਹੀਂ ਜਾਂਦਾ? ਉਹਦੇ ਵੀ ਕਈ ਕਾਰਨ ਨੇ। ਇੱਕ ਤਾਂ ਝੂਠੀਆਂ ਕਹਾਣੀਆਂ ਨਾਲ ਜੁੜੇ ਹੋਗੇ, ਇੱਕ ਭਾਵ ਕਿ ਸੱਚ ਚੋਟ ਕਰਦਾ ਹੈ, ਹੈਮਰਿੰਗ ਹਥੌੜੇ ਦੀ ਤਰ੍ਹਾਂ। ਸੱਚ ਚੋਟ ਕਾਤੇ ਕਰਦਾ ਹੈ? ਸੱਚ ਮਨੁੱਖ ਦੇ ਜੀਵਨ ਦੀ ਘਾੜਤ ਘੜਦਾ ਹੈ, ਘਾੜਤ ਘੜਦਾ ਹੈ ਸੱਚ ਦਾ ਹਥੌੜਾ। ਭਾਵ ਕਿ ਸੱਚ ਦਾ ਹਥੌੜਾ ਮਨੁੱਖ ਦੇ ਵਿੰਗਵਾਜ ਦੇ ਕਹਿ ਲਓ, ਦੇਸੀ ਭਾਸ਼ਾ ਕਹਿ ਲਓ, ਚਿੱਬ ਕੱਢ ਦਿੰਦਾ ਹੈ। ਸੱਚ ਦਾ ਹਥੌੜਾ ਮਨੁੱਖ ਦੇ ਕਹਿ ਦਿਓ ਤੁਸੀਂ ਵੀ, ਚਿੱਬ ਕੱਢ ਦਿੰਦਾ ਹੈ। ਹੁਣ ਜਿਹਨੂੰ ਤਾਂ ਚਿੱਬ ਕਢਾਉਣੀ ਹੈ ਉਹ ਤਾਂ ਸੁਣ ਲੈਂਦਾ ਹੈ, ਜਿਹੜਾ ਚਿੱਬ ਨਹੀਂ ਕਢਾਉਣਾ ਚਾਹੁੰਦਾ ਉਹ ਸੁਣਦੇ ਨਹੀਂ, ਉਹ ਤਕਲੀਫ ਮੰਨਦਾ। ਆਹ ਚੱਕਰ ਹੈ। ਇਸ ਗੱਲ ਨੂੰ ਬਾਣੀ ਚ ਏਦਾਂ ਵੀ ਲਿਖ ਦਿੱਤਾ, ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਸਤਿਪੁਰਸ਼ਾਂ ਦੇ ਵਚਨ ਨੇਜਿਆਂ ਵਰਗੇ ਹੁੰਦੇ ਆ, ਪਰ ਸਤਿਪੁਰਸ਼ਾਂ ਦੇ ਨੇਜੇ ਦੀ ਚੋਟ ਸੁਹੀ ਕਰਦੀ ਹੈ, ਦੁਹੀ ਨਹੀਂ ਕਰਦੀ। ਇਹ ਗਰੰਟੀ ਵੀ ਡਾਕਟਰ ਟੀਕਾ ਲਾਉਂਦਾ ਨਾ, ਡਾਕਟਰ ਦਾ ਇੰਜੈਕਸ਼ਨ ਸੁਹੀ ਕਰਦਾ ਕਿ ਦੁਹੀ? ਸੁਹੀ ਕਰਦਾ, ਪਰ ਸੂਈ ਦੀ ਪੀੜ ਤਾਂ ਹੁੰਦੀ ਹੋਈ ਹੈ, ਉਹ ਵੀ ਥੋੜੀ ਹੁੰਦੀ ਹੈ। ਸੂਈ ਵੀ ਬੜੇ ਢੰਗ ਨਾਲ ਹੀ ਲਾਉਂਦਾ, ਬਸ ਉਨੀ ਕੀ ਪੀੜ ਵੱਧ ਨਹੀਂ ਕੋਈ ਹੋਰ, ਇੰਨੀ ਕੀ ਬਸ, ਇੰਨੀ ਕੀ ਪੀੜ ਤਾਂ ਹੁੰਦੀ ਹੈ, ਬਸ ਇੰਨੀ ਪੀੜ ਹੀ ਨਹੀਂ ਸਹਿੰਦੇ। ਜਿਵੇਂ ਬੱਚੇ ਵਾਂਗੂ ਲੱਗ ਪੈਂਦੇ ਚੀਕਾਂ ਮਾਰਦਾ, ਜਵਾਬ ਨਹੀਂ ਚੀਕਾਂ ਮਾਰਦਾ ਹੁੰਦਾ। ਇਹੀ ਹਾਲ ਦੁਨੀਆ ਦਾ। ਇਸ ਕਰਕੇ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ, ਕਬੀਰ ਚੋਟ ਸੁਹੇਲੀ ਸੇਲ ਕੀ, ਸਤਿਪੁਰਸ਼ਾਂ ਦੇ ਨੇਜੇ ਦੀ ਚੋਟ ਸੁਖੀ ਕਰਦੀ ਹੈ। ਪਰ ਨੇਜਾ ਨਾਲ ਕਹਿਤਾ, ਇਹ ਹੁੰਦੇ ਤਿੱਖੇ ਨੇ ਬੋਲ, ਰੁੱਖੇ ਨਹੀਂ ਤਿੱਖੇ। ਸਪਸ਼ਟ ਹੋ ਗਿਆ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ। ਜਦੋਂ ਇੱਕ ਵਾਰੀ ਸੱਚੇ ਬਚਨ ਦਾ ਨੇਜਾ ਲੱਗਦਾ ਹੈ ਬਾਣੀ ਰਾਹੀਂ, ਇੱਕ ਵਾਰੀ ਤਾਂ ਕਹਿੰਦੇ ਸਾਂਝਾ ਚੜ੍ਹਦਾ ਹੈ। ਉਸਾਸ ਦਾ ਭਾਵ ਵੀ ਸਾਂਝਾ ਚੜ੍ਹਦਾ, ਇੱਕ ਵਾਰੀ ਤਾਂ ਹੌਂਕਾ ਜਿਹਾ ਲੈਂਦਾ ਵੀ ਜਦੋਂ ਲੱਗਦਾ ਹੈ। ਕੇਰਾਂ ਤਾਂ ਕਹਿੰਦੇ ਸਾਂਝਾ ਚੜ੍ਹਦਾ ਵੀ ਤਾਂ ਦੱਸੇ। ਲਾਗਤ ਲੈ ਉਸਾਸ ਚੋਟ ਸਹਾਰੈ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਸੋ ਆਪਾਂ ਨੂੰ ਸਮਝ ਆ ਗਈ ਕਿ ਸੱਚ, ਸੱਚੀ ਕਥਾ ਇਹ ਬਹੁਤੀ ਦੁਨੀਆ ਨਹੀਂ ਸੁਣ ਸਕਦੀ, ਵਿਰਲੇ ਵਿਰਲੇ ਸੁਣਦੇ। ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ, ਰਾਰ ਕਰਤ ਝੂਠੀ ਲੱਗ ਗਾਥਾ। ਆ ਵੀ ਥੋੜਾ ਜਿਹਾ ਸਮਝ ਲਿਓ, ਇਹ ਝੂਠੀਆਂ ਕਹਾਣੀਆਂ ਪਿੱਛੇ ਲੱਗੇ ਲੋਕ ਸੱਚੀ ਕਥਾ ਨਹੀਂ ਸੁਣਦੇ, ਕਿਉਂਕਿ ਸੱਚੀ ਕਥਾ ਝੂਠੀ ਕਹਾਣੀ ਨੂੰ ਰੱਦ ਕਰਦੀ ਹੈ। ਹੁਣ ਜਿਹੜੇ ਕਹਾਣੀ ਨਾਲ ਜੁੜੇ ਹੋਏ ਨੇ ਉਹ ਕਹਾਣੀ ਛੱਡਣ ਨੂੰ ਤਿਆਰ ਨਹੀਂ, ਉਹ ਕਹਾਣੀ ਫੜ ਲੈਂਦੇ ਨੇ, ਕਥਾ ਛੱਡ ਦਿੰਦੇ ਨੇ। ਆਹ ਚੱਕਰ ਵੀ ਹੈ, ਇਹ ਆਹ ਵੱਡਾ ਚੱਕਰ ਹੈ, ਇਹ ਚੱਕਰ ਬਹੁਤ ਵੱਡਾ ਹੈ। ਤੇ ਝੂਠੀ ਕਹਾਣੀ ਦੇ ਉੱਤੇ ਚੱਲਦਾ ਕੰਮ, ਬੜਾ ਕੁਝ ਚੱਲਦਾ। ਝੂਠੀ ਕਹਾਣੀ ਤੇ, ਝੂਠੀ ਕਹਾਣੀ ਮੈਂ ਤੁਹਾਨੂੰ ਪਾ ਦੇਵਾਂ ਗੱਲ ਸਮਝਾਉਣ ਵਾਸਤੇ। ਇਤਿਹਾਸ ਦੇ ਵਿੱਚ ਵਰਤੀ ਹੋਈ, ਨਾਲ ਸਾਖੀ ਹੋ ਜੂ ਇਤਿਹਾਸ ਦੀ। ਹੁਣ ਇੱਥੇ ਰੁਕ ਗਏ ਆਪਾਂ, ਅਗਲਾ ਅੱਗੇ ਸ਼ਬਦ ਫਿਰ ਚੱਲਣਾ ਹੈ ਵੀ ਝੂਠੀਆਂ ਕਹਾਣੀਆਂ ਨਾਲ ਜੁੜੇ ਲੋਕ ਤੇ ਝੂਠੀਆਂ ਕਹਾਣੀਆਂ ਕਿਵੇਂ ਬਣਾਈਆਂ ਜਾਂਦੀਆਂ, ਝੂਠੀਆਂ ਕਹਾਣੀਆਂ ਬਣਾ ਕੇ ਕਿਵੇਂ ਡੇਰੇ ਚਲਾਏ ਜਾਂਦੇ ਨੇ। ਤੁਹਾਨੂੰ ਇਤਿਹਾਸ ਵਿੱਚੋਂ ਸਾਖੀ ਸੁਣਾਉਂਦਾ ਹਾਂ ਹੁਣ ਮੈਂ, ਅੱਗੇ ਸ਼ਬਦ ਫਿਰ ਚੱਲਣਾ ਹੈ। ਗੜ੍ਹ ਸ਼ੰਕਰ ਸੁਣਿਆ ਪਿੰਡ ਦਾ ਨਾਮ ਗੜ੍ਹ ਸ਼ੰਕਰ, ਹੁਸ਼ਿਆਰਪੁਰ ਦੇ ਕੋਲੇ, ਹੁਸ਼ਿਆਰਪੁਰ। ਇੱਥੇ ਗੜ੍ਹ ਸ਼ੰਕਰ ਦੇ ਵਿੱਚ ਇੱਕ ਪਖੰਡੀ ਹੈ ਜਿਹਦਾ ਨਾਮ ਦੱਸਿਆ ਇਤਿਹਾਸ ਨੇ ਮਹੇਸ਼ਾ, ਮਹੇਸ਼ਾ ਜੋਗੀ। ਇਹ 5ਵੇਂ ਪਾਤਸ਼ਾਹ ਵੇਲੇ ਦੀ ਕਥਾ ਹੈ। ਮਹੇਸ਼ਾ ਜੋਗੀ ਕੀ ਹੋਇਆ,
ਇਹਦੇ 5-7 ਬੰਦੇ ਇਹਦੇ ਨਾਲ ਹੋਰ ਰਲ ਗਏ, ਇਹਦੇ ਜੁੰਡਲੀ ਦੇ ਯਾਰ ਵੀ ਕਹਿ ਸਕਦੇ, ਦਲਾਲ ਟਾਈਪ ਹਿੱਸੇ ਪੱਤੀ ਵਾਲੇ, ਵੀ ਜਦੋਂ ਡੇਰਾ ਚੱਲਦਾ ਨਾ ਉਦੋਂ ਦਲਾਲ ਨਾ ਰਲਦੇ ਹੈ। ਉਹ ਦਲਾਲ ਇਸਤਰੀਆਂ ਵੀ ਹੋ ਸਕਦੀਆਂ, ਉਹ ਦਲਾਲ ਪੁਰਸ਼ ਵੀ ਹੋ ਸਕਦੇ ਹੈ। ਦਲਾਲ ਦੀ ਗੱਲ ਹੈ ਆਮ ਹਾਲਤ ਵਿੱਚ ਮਾਂ ਭੈਣ ਧੀ ਦਾ ਸਤਿਕਾਰ ਹੈ, ਗੁੱਸਾ ਨਾ ਕਰ ਜੇ ਕਿਤੇ। ਲਿਖਿਆ ਬਾਣੀ 'ਚ ਪ੍ਰਮਾਣ ਨਾਲ ਲੈ ਲਿਆ ਕਰੋ। ਉਹ ਜੁੰਡਲੀ ਬਣਦੀ ਹੈ, ਫੇਰ ਡੇਰਾ ਤਿਆਰ ਹੁੰਦਾ ਹੈ। ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਵੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ, ਗਧਾ ਚੰਦਨ ਖੌਲੀਐ ਭੀ ਸਾਹੂ ਸਿਉ ਪਾਨ। ਇਦਾਂ ਇਹ ਲੋਕ ਇਕੱਠੇ ਹੁੰਦੇ ਨੇ ਭਾਵ ਚੋਰਾਂ ਯਾਰਾਂ ਰੰਡੀਆਂ। ਚੋਰ ਲੋਕਾਂ ਦੀਆਂ ਜੇਬਾਂ ਧਰਮ ਦੀ ਆੜ ਵਿੱਚ ਚਰਾਉਣ ਵਾਲਿਆਂ ਦੀ ਗੱਲ ਚੱਲ ਰਹੀ ਹੈ ਇੱਥੇ। ਇੱਕ ਆਮ ਚੋਰ ਹੁੰਦੇ ਉਹਦੀ ਗੱਲ ਨਹੀਂ ਚੱਲ ਰਹੀ ਇੱਥੇ। ਪ੍ਰਕਾਰ ਨੂੰ ਸਮਝਣਾ ਹੁੰਦਾ ਨਾ, ਧਰਮ ਦੀ ਆੜ ਦੇ ਵਿੱਚ ਲੋਕਾਂ ਦੀਆਂ ਜੇਬਾਂ ਨੂੰ ਚਰਾਉਣ ਵਾਲੇ, ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਮਨੁੱਖਤਾ ਦਾ, ਤੇ ਉਹਦੇ ਨਾਲ ਯਾਰ ਹੁੰਦੇ ਨੇ ਉਹਦੇ। ਚੋਰਾਂ ਯਾਰਾਂ, ਜੱਜਾ ਇੱਥੇ ਜੱਜੇ ਵਾਲਾ ਇੱਕ ਜੱਜਾ ਹੁੰਦਾ, ਉਹ ਯਾਰ ਸ਼ੁਭ ਦੋਸਤ ਦਾ ਪ੍ਰਤੀਕ ਹੈ। ਜਿਵੇਂ ਸਾਡਾ ਸੱਚਾ ਯਾਰ ਇੱਕੋ ਮਾਲਕ ਪਰਮੇਸ਼ਰ ਹੈ। ਸੋ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ, ਇਹ ਫਰਕ ਰੱਖ ਉੱਥੇ ਜਈ ਹੈ ਯਾਰ, ਇੱਥੇ ਜੱਜਾ ਯਾਰ। ਯਾਰ ਮਾੜੇ ਬੰਦਿਆਂ ਲਈ ਵਰਤਿਆ ਜਾਂਦਾ, ਬਰੀਕੀਆਂ ਹੋਈਆਂ ਨਾ ਦੇਖੋ ਬਾਣੀ ਦੀਆਂ। ਸੋ ਜੱਗੇ ਵਾਲਾ ਉਹ ਸ਼ੁਭ ਅਰਥਾਂ ਵਿੱਚ ਵਰਤਿਆ ਜਾਂਦਾ। ਹੁਣ ਇੱਥੇ ਲਿਖਿਆ ਚੋਰਾਂ, ਤੇ ਇਹਦੇ ਨਾਲ ਇਹਦੇ ਯਾਰ ਇਕੱਠੇ ਹੋ ਗਏ। ਖਾਊ ਪੀਊ ਯਾਰ, ਪਿਆਲੇ ਦੇ ਯਾਰ, ਦਲਾਲ ਵੀ ਹਿੱਸਾ ਪਤੀ ਤੁਹਾਨੂੰ ਵਿੱਚ ਮਿਲਿਆ ਕਰੂ, ਉੱਥੇ ਮੇਰੀ ਵਿਡਾਈ ਕਰੋ। ਕਹਾਣੀ ਬਣਾਤੀ ਵੀ ਕਹਾਣੀਆਂ ਫੈਲਾਓ ਵੀ ਬਾਬਾ ਜੀ ਬੜੇ ਕਰਨੀ ਵਾਲੇ ਆ, ਬਾਬਾ ਜੀ ਏਦਾਂ ਹੈ, ਬਾਬਾ ਜੀ ਕੋਲ ਫਲਾਣੇ ਸਾਲ ਤੋਂ ਕੈਂਸਰ ਆਇਆ, ਉਹ ਠੀਕ ਕਰਤਾ, ਫਲਾਣੇ ਸਾਲ ਤੋਂ ਬਾਬਾ ਆ ਇਹਨਾਂ ਦੇ 12 ਸਾਲ ਹੋ ਗਏ, ਬੱਚਾ ਨਹੀਂ ਹੁੰਦਾ ਸੀ, ਬਾਬਾ ਜੀ ਨੂੰ ਸੇਵ ਦੇਤਾ, ਸਾਲ ਮਗਰੋਂ ਜੋੜੇ ਮੁੰਡੇ ਹੋ ਗਏ। ਇਦਾਂ ਦੇ ਕੋਈ ਫਲਾਣ ਦੇ ਰਹਿੰਦਾ ਬਾਬਾ, ਇਦਾਂ ਦੇ ਪਤਾ ਨਹੀਂ ਕਿੰਨੀਆਂ ਕਹਾਣੀਆਂ ਫੈਲਾ ਦਿੱਤੀਆਂ ਜਾਂਦੀਆਂ ਬੜੇ ਤਰ੍ਹਾਂ ਦੀਆਂ। ਸੋ ਉਹ ਯਾਰਾਂ ਨੇ ਫਲਾਉਣੀਆਂ ਹੁੰਦੀਆਂ। ਆਪਾਂ ਸੋਚਦੇ ਵੀ ਸ਼ਾਇਦ ਇਹ ਸ਼ਰਧਾਲੂ ਨੇ, ਇਹ ਆਈ ਹੋਇਆ ਨਹੀਂ, ਉਹ ਬਾਬੇ ਦੇ ਯਾਰ ਹੁੰਦੇ ਨੇ। ਉਹ ਬਾਣੀ 'ਚ ਕਿੰਨੇ ਇਸ਼ਾਰੇ ਦਿੱਤੇ ਹੋਏ ਆ, ਉਹ ਚੋਰ ਦੇ ਯਾਰ ਨੇ। ਉਹ ਚੋਰ ਯਾਰ ਇਕੱਠੇ ਹੋਏ ਨੇ ਸਾਰੇ। ਡੇਰੇ ਤਾਂ ਚੱਲਦੇ ਨੇ, ਤੇ ਨਾਲ ਚੋਰਾਂ ਯਾਰਾਂ ਰੰਡੀਆਂ ਭਾਵ ਕੇ ਦਲਾਲਾਬਾਜ਼ ਔਰਤਾਂ। ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਕੁੱਟਣੀਆਂ ਦਲਾਲਬਾਜ਼, ਉਹਦੇ ਜਾਲ 'ਚ ਫਸਾਉਣ ਵਾਲੀਆਂ ਬੀਬੀਆਂ ਨੂੰ ਫਿਰ ਉਹ ਉਹਨਾਂ ਵੱਲੋਂ ਹੁੰਦੀ ਹੈ ਛੱਡੀ ਹੋਈ, ਉਹਦੇ ਜਾਲ 'ਚ ਫਸਾਉਂਦੀ ਹੈ ਜਾ ਕੇ। ਬੀਬੀਆਂ ਬਹੁਤ ਗੱਲਾਂ ਵਿੱਚ ਆ ਜਾਂਦੀਆਂ। ਬੀਬੀਆਂ ਕੋਈ ਇਦਾਂ ਦੀ ਹੁੰਦੀ, ਉਹ ਪ੍ਰੇਰ ਕੇ ਲੈ ਕੇ ਜਾਂਦੀ ਹੈ, ਉਸ ਡੇਰੇ ਦੀ ਦਲਾਲ ਹੁੰਦੀ ਆ, ਉਹਨਾਂ ਨੂੰ ਪ੍ਰੇਰ ਕੇ ਕਹਾਂ ਜਾਲ 'ਚ ਫਸਦੀ ਹੈ। ਇਦਾਂ ਇਹ ਗਰੁੱਪ ਹੁੰਦਾ ਹੈ। ਸਪਸ਼ਟ ਹੋ ਗਈ ਨਾ ਗੱਲ। ਹੁਣ ਸੱਚੀ ਕਥਾ ਨਾ, ਹੁਣ ਕਈਆਂ ਨੂੰ ਇਦਾਂ ਲੱਗੂ ਵੀ ਤਾਂ ਚੋਟ ਹੋ ਗਈ, ਨਾ ਚੋਟ ਵੀ ਹੋਈ, ਸੱਚ ਚੋਟ ਕਰੋ। ਇਦਾਂ ਗਰੁੱਪ ਹੁੰਦਾ ਹੈ ਗਰੁੱਪ। ਸੋ ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਬੇਦੀਨਾ ਕੀ ਦੋਸਤੀ। ਇਹ ਬੇਦੀਨ ਲੋਕਾਂ ਦੀ ਆਪਸ ਵਿੱਚ ਦੋਸਤੀ ਹੁੰਦਾ, ਉਹਨਾਂ ਦਾ ਦੀਨ ਧਰਮ ਇਹਨਾਂ ਦਾ ਕੋਈ ਨਹੀਂ ਹੁੰਦਾ, ਬੇਦੀਨ ਹੁੰਦੇ ਨੇ। ਉਹ ਤਾਂ ਆੜ ਲਈ ਹੁੰਦੀ ਹੈ ਸਿਰਫ ਇਹਨਾਂ ਨੇ। ਇਹਨਾਂ ਦੀ ਪਛਾਣ ਕੀ ਕਰਾਤੀ, ਇਹ ਬੇਦੀਨ ਹੈ। ਇਹਨਾਂ ਦੀ ਆਪਸ ਵਿੱਚ ਦੋਸਤੀ ਮਿਲੀ ਭੁਗਤ ਹੈ। ਵੇਦੀਨਾ ਕੀ ਦੋਸਤੀ, ਵੇਦੀਨਾ ਦਾ ਖਾਣ, ਤੇ ਇਹਨਾਂ ਵੇਦੀਨਾਂ ਦਾ ਆਪਸ ਵਿੱਚ ਹੀ ਖਾਣ ਪਾਣ ਹੁੰਦਾ ਹੈ। ਉਦਾਂ ਹੀ ਸ਼ਰਾਬਾਂ ਕਬਾਬਾਂ, ਹੋਰ ਕਈ ਤਰ੍ਹਾਂ ਦੇ ਉਦਾਂ ਦੇ ਖਾਣੇ, ਤਾਮਕ ਸਾਊ, ਹੋਰ ਸਾਰਾ ਕੁਛ ਉਦਾਂ ਦਾ ਖਾਣ ਪੀਣ ਹੁੰਦਾ ਲੋਕਾਂ ਦਾ ਆਪਸ ਦੇ ਵਿੱਚ। ਵੇਦੀਨਾ ਕੀ ਦੋਸਤੀ ਵੇਦੀਨਾ ਦਾ ਖਾਣ, ਸਿਫਤੀ ਸਾਰ ਨਾ ਜਾਣੀ। ਇਹਨਾਂ ਦੇ ਇਹ ਸਿਫਤ ਦੀ ਸਾਰ ਨਹੀਂ ਜਾਣਦੇ। ਪਰਮੇਸ਼ਰ ਨਾਲ ਧਰਮ ਨਾਲ ਇਹਨਾਂ ਦਾ ਸੰਬੰਧ ਕੋਈ ਨਹੀਂ ਹੁੰਦਾ। ਇਹਨਾਂ ਵਿੱਚ ਸਦਾ ਸ਼ੈਤਾਨ ਵਸਦਾ ਹੈ, ਸਦਾ ਵਸਦਾ ਸ਼ੈਤਾਨ। ਉਹ ਵਸਦਾ ਹੋਇਆ ਸ਼ੈਤਾਨ ਕੀ ਕਰਦਾ ਹੈ? ਸ਼ੈਤਾਨੀਅਤ ਬਹੁਤ, ਕੋਈ ਸ਼ੈਤਾਨੀਅਤ ਚਲਾਉਂਦਾ ਹੈ ਵੀ ਅੱਖਾਂ ਦਾ ਬਗੇ ਰੱਬ ਦਿਖਾ ਦਿੰਦੇ ਆ। ਪਿੱਛੇ ਚੱਲਿਆ ਸੀ ਤੁਹਾਨੂੰ, ਜੋ ਪੁਰਾਣੀ ਗੱਲ ਹੋ ਗਈ, ਉਹ ਤਾਂ ਬਾਬਾ ਫਰਿੱਜ ਲੱਗਿਆ ਪਿਆ, ਫਰਿੱਜ ਵਿੱਚ ਲੱਗਿਆ ਪਿਆ, ਤਾਂ ਪਤਾ ਹੀ ਤੁਹਾਨੂੰ। ਹਾਂਜੀ, ਕੋਈ ਸ਼ੈਤਾਨ ਫਿਰ ਐਂ ਕਰ ਲੈਂਦਾ, ਸ਼ੈਤਾਨੀਅਤ ਹੁੰਦੀ ਹੈ ਨਾ ਐਂ।
ਦੇਖੋ ਦੇਖੋ ਦੇਖੋ, ਦੋਨੇ ਹੱਥਾਂ ਦੇ ਵਿਚਕਾਰ ਦੇਖੋ ਦੇਖੋ, ਬਸ ਇਹੀ ਨਿਰੰਕਾਰ ਹੈ। ਬੜਾ ਸ਼ੈਤਾਨੀਅਤ ਹੁੰਦੀ ਹੈ ਨਾ, ਇਦਾਂ ਦੀਆਂ ਸ਼ੈਤਾਨੀਅਤ। ਪਤਾ ਨਹੀਂ ਕਿਹੜੇ ਕਿਹੜੇ ਗੁਫਾਵਾਂ ਦੇ ਵਿੱਚ ਡੇਰਿਆਂ 'ਚ ਸ਼ੈਤਾਨੀਅਤ ਚੱਲਦੀ ਹੈ, ਸਰ ਉਹ ਤਾਂ ਸਪਸ਼ਟ ਹੋ ਗਿਆ ਸਾਰਾ ਕੁਛ। ਇਦਾਂ ਭਾਈ ਇਹ ਸ਼ੈਤਾਨ ਹੁੰਦੇ ਨੇ ਇਕੱਠੇ ਹੋਏ, ਇਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰਮੇਸ਼ਰ ਦੀ ਸਿਫਤ ਸਲਾਹ ਦੀ ਕੋਈ ਸਾਰ ਨਹੀਂ ਜਾਣਦੇ ਇਹ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ। ਇਹਨਾਂ ਨੂੰ ਤੁਸੀਂ ਕਿੰਨਾ ਸਮਝਾਓ, ਜਿਹੜੇ ਇਹ ਜਾਲ 'ਚ ਫਸੇ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਹੁੰਦਾ ਤਾਂ ਜਾਂਦੀ ਉਸ ਜਾਲ ਦੇ ਵਿੱਚ ਫਸੇ ਆ। ਤੇ ਉਹਨਾਂ ਦੀ ਹਾਲਤ ਕੀ ਹੁੰਦੀ, ਕਹਿੰਦੇ ਗਦਾ ਚੌਂਕ ਚੰਦਨ ਖੋਲ ਗਿਆ, ਕਹਿੰਦੇ ਗਦੇ ਦੇ ਉੱਤੇ ਚੰਦਨ ਮਲ ਗਏ, ਭੀ ਸਾਹੂ ਸਿਓ ਪਾਣ, ਕਹਿੰਦੇ ਫਿਰ ਉਹਨੇ ਸਵਾਹ ਵਿੱਚ ਜਾ ਕੇ ਪੈਣਾ, ਸਵਾਹ 'ਚ ਹੀ ਲਿਟਣਾ। ਇਦਾਂ ਕਹਿੰਦੇ ਭਾਈ ਇਹ ਡੇਰਿਆਂ 'ਚ ਫਸੇ ਲੋਕ ਹੈ, ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਜਿੰਨਾ ਚੰਦਨ ਮੰਨ ਲਓ, ਇਹਨਾਂ ਦੀ ਹਾਲਤ ਗਧਿਆਂ ਵਾਲੀ ਹੈ, ਇਹਨਾਂ ਨੇ ਉਸੇ ਸਵਾਹ 'ਚ ਹੀ ਲਿਟਣਾ ਜਾ ਕੇ। ਬੋਲੋ ਸਤਨਾਮ। ਕਿੰਨਾ ਸੱਚ ਬਾਣੀ ਦਾ। ਇਹਨਾਂ ਨੇ ਉਹੀ ਖੇ ਖਾਣੀ ਹੈ ਜਾ ਕੇ, ਇਹਨਾਂ ਦੀ ਖੇ ਉੱਥੇ ਮਿਲਦੀ ਹੈ, ਇਹਨਾਂ ਨੇ ਉਹੀ ਖੇ ਖਾਣੀ ਹੈ ਜਿਹੜੀ। ਬਸ ਇਸ਼ਾਰੇ ਹੁੰਦੇ ਆ, ਨੂੰ ਸਟੀਕ ਭਾਸ਼ਾ ਵਿੱਚ ਇਸ਼ਾਰੇ ਦਿੱਤੇ ਬਾਣੀ ਨੇ ਵੀ ਕੀ ਚੱਲਦਾ। ਸੋ ਏਦਾਂ ਭਾਈ ਇਹ ਲੋਕ ਹੁੰਦੇ ਨੇ, ਤੇ ਕਹਾਣੀਆਂ ਜੋੜ ਦਿੱਤੀਆਂ ਜਾਂਦੀਆਂ ਬਸ ਡੇਰੇ ਨਾਲ। ਲੈ ਬਹੁਤੇ ਡੇਰੇ ਤਾਂ ਹੀ ਚੱਲੀ ਜਾਂਦੇ ਆ ਵੀ ਇੰਨੀ ਗੱਲ ਫੈਲਾ ਦਿਓ ਵੀ ਬਾਬਾ ਜੀ ਪੂਰਨਮਾਸ਼ੀ ਨੂੰ ਸੇਬ ਦਿੰਦੇ ਆ, ਤੇ ਉਹਨਾਂ ਦੇ ਘਰੇ ਇੱਕ ਕਾਕਾ ਹੁੰਦਾ, ਕਾਕੀ ਨਹੀਂ ਹੁੰਦੀ, ਕਾਕਾ ਹੀ ਹੁੰਦਾ ਹੈ। ਬਸ ਫਿਰ ਉਹ ਡੇਰਾ ਕਾਮਯਾਬ ਹੋ ਜਾਂਦਾ। ਵੀ ਮੰਨ ਲਓ 20 ਬੀਬੀਆਂ ਸੇਬ ਲੈ ਗਈਆਂ, ਹੁਣ 20 ਦੀ 20 ਤਾਂ ਲੜਕੀਆਂ ਨਹੀਂ ਹੋਣੀਆਂ, ਮੰਨ ਲਓ 20 ਦੇ ਵਿੱਚੋਂ 10 ਲੜਕੇ ਵੀ ਹੋ ਗਏ, ਤਾਂ ਉਹ ਬਾਬੇ ਦਾ ਨਾਂ ਪੈ ਗਿਆ ਨਾ। ਉਹ ਕੀ ਕਹਿਣਗੇ ਵੀ ਬਾਬਾ ਜੀ ਤੋਂ ਸੇਬ ਲਿਆਂਦਾ ਸੀ। ਜਿਹੜੇ ਲੜਕੀਆਂ ਹੋ ਗਏ ਚੁੱਪ ਕਰ ਜਾਣਗੇ, ਕਿਸੇ ਹੋਰ ਬਾਬੇ ਕੋਲੇ ਵਗ ਜਾਣਗੇ। ਨਹੀਂ ਫਿੱਟ ਆਇਆ ਕੰਮ, ਐਵਰੇਜ ਹੈ ਨਾ, ਐਵਰੇਜ 10 ਵੀ 8 ਵੀ ਜਿੰਨੇ ਵੀ ਲਾ ਲਓ ਤੁਸੀਂ, ਉਹਨਾਂ ਨੇ ਬੱਲੇ ਬੱਲੇ ਕਰਨੀ ਹੈ। ਇੱਕ ਇੱਕ ਨੇ 20 ਨੂੰ ਦੱਸਣਾ, ਹੋਰ ਵੱਧ ਆ ਗਈਆਂ, ਉਹਨਿਆਂ ਨੂੰ ਪਾ ਕੇ ਉਹਦੇ ਵਿੱਚ ਹੋਰ ਵੱਧ ਐਵਰੇਜ ਨਿਕਲੂ। ਭਾਵ ਕਿ ਕਦੇ ਵੀ ਇਹ ਕੰਮ ਫੇਲ ਨਹੀਂ, ਜਿਹੜਾ ਮਰਜੀ ਕਾਕੇ ਦੇਣ ਲੱਗ ਜੇ ਪੂਰਨਮਾਸ਼ੀ ਨੂੰ, ਡੇਰਾ ਫੇਲ ਨਹੀਂ ਹੁੰਦਾ, ਕਿਉਂਕਿ ਐਵਰੇਜ ਤਾਂ ਨਿਕਲਣੀ ਹੁੰਦੀ ਹੈ। ਐਵਰੇਜ ਤਾਂ ਨਿਕਲਣੀ ਹੈ। ਹੁਣ 100 ਮਾਈ ਨੂੰ ਸੇਬ ਲੈ ਗਈ, 100 ਦੇ ਵਿੱਚੋਂ ਕਿੰਨੇ ਮੁੰਡੇ ਤਾਂ ਹੋਣੇ ਹੀ ਹੋਣੇ, ਕਿੰਨੀਆਂ ਲੜਕੀਆਂ ਹੋਣੀਆਂ, ਤਾਂ ਮਾਲਕ ਪਰਮੇਸ਼ਰ ਦੀ ਖੇਡ ਹੈ। ਲੜਕਾ ਲੜਕੀ ਤੱਕ, ਪਰ ਨਾ ਭਾਈ ਜੂ ਨਾਲ ਜੁੜ ਗਿਆ ਨਾ, ਜੁੜ ਗਿਆ ਨਾਲ, ਤੇ ਡੇਰਾ ਮਸ਼ਹੂਰ ਹੋ ਗਿਆ ਵੀ ਪੂਰਨਮਾਸ਼ੀ ਨੂੰ ਫਲ ਪਾਏ ਜਾਂਦੇ ਉੱਥੇ। ਭਾਈ ਬਸ ਜੀ ਪਤਾ ਨਹੀਂ ਕਿੰਨਿਆਂ ਨੂੰ ਬਾਬਿਆਂ ਨੇ ਬੱਚੇ ਦੇਤੇ, ਕਿੰਨਿਆਂ ਨੂੰ। ਜੇ ਤੁਸੀਂ ਉਸ ਡੇਰੇ ਤੇ ਜਾ ਕੇ ਕਹੋਗੇ ਪਖੰਡ ਹੈ, ਤੁਹਾਨੂੰ ਲੋਕ ਪੈ ਜਾਣਗੇ, ਕਿਉਂਕਿ ਉੱਥੇ ਉਹੀ ਆਏ ਆ ਜਿਨ੍ਹਾਂ ਤੇ ਉਹ ਤੁੱਕਾ ਫਿੱਟ ਆ ਗਿਆ। ਤੁਹਾਨੂੰ ਕਹਿਣਗੇ ਸੰਤ ਕਰਨੇ ਤੱਕ ਮਹਾ ਹਥਿਆਰ, ਸੰਤ ਕਰਨੇ ਤੱਕ ਪਰਮੇਸ਼ਰ ਮਾਰਾ। ਸੱਚ ਜਾਣੋ ਤੁਸੀਂ ਏਦਾਂ ਹੀ ਕਹਿੰਦੇ ਕਿ ਨਹੀਂ ਕਹਿੰਦੇ? ਨਾ ਉਹਨੂੰ ਸੰਤ ਪਤਾ, ਨਾ ਨਿੰਦਾ ਦਾ ਪਤਾ ਵੀ ਨਿੰਦਾ ਕੀ ਨਹੀਂ ਹੈ, ਕਿਉਂਕਿ ਉੱਥੇ ਉਹੀ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਤੋਂ ਸੇਬ ਵਾਲਾ ਨੁਕਤਾ ਚੱਲ ਗਿਆ। ਦਿਲ ਦੀ ਗੱਲ ਕੁਛ ਨਹੀਂ, ਡੇਰਾ ਚੱਲ ਗਿਆ, ਬਸ ਮਸ਼ਹੂਰ ਹੋ ਗਿਆ ਡੇਰਾ ਜੀ। ਪੂਰਨਮਾਸ਼ੀ ਨੂੰ ਬੜਾ ਇਕੱਠ ਹੁੰਦਾ, ਸੇਬ ਦਿੰਦੇ ਆ ਬਾਬੇ, ਫਲ ਪਾਉਂਦੇ ਆ, ਬੱਚਿਆਂ ਦੀ ਬਖਸ਼ਿਸ਼ ਕਰਦੇ ਕਿ ਦੱਸੋ। ਸੋ ਕਹਿਣ ਦਾ ਭਾਵੇਂ ਗੱਲਾਂ ਦ੍ਰਿੜ ਕਰਨ ਦੀ ਕੋਸ਼ਿਸ਼ ਕਰੋ, ਹੋਰਾਂ ਨੂੰ ਵੀ ਸਮਝਾਓ, ਤੁਸੀਂ ਸਮਝੋ। ਸਮਝ ਆ ਗਈ ਆਪਾਂ ਨੂੰ? ਏਦਾਂ ਦੀਆਂ ਕਹਾਣੀਆਂ ਮਗਰ ਲੱਗੇ ਲੋਕ ਸੱਚੀ ਕਹਾਣੀ ਸੁਣਦੇ ਬਾਣੀ ਦੀ, ਉਹਨਾਂ ਦੇ ਬਾਬੇ ਵੀ ਨਹੀਂ ਸੁਣਨ ਦਿੰਦੇ। ਚਲੋ ਮੈਂ ਹੁਣ ਨਾ ਕਾਹਨੂੰ ਰਹਿਣਾ, ਅਸੀਂ ਪਿੱਛੇ ਜਿਹੇ ਇੱਕ ਇਲਾਕੇ 'ਚ ਦੀਵਾਨ ਲਾਉਣ ਗਏ, ਇੱਧਰ ਨੂੰ ਪਟਿਆਲੇ ਕੰਨੀ ਨੂੰ, ਤੇ ਪ੍ਰਬੰਧਕਾਂ ਨੇ ਤਾਂ ਪ੍ਰਚਾਰ ਕੀਤਾ ਦੀਵਾਨਾਂ ਦਾ ਵੀ ਸੰਗਤ ਆਇਓ ਭਾਈ, ਦੀਵਾਨ ਨੇ ਆਪਣੇ ਪੰਥ ਸਿੰਘ ਦੇ ਬਾਣੀ ਦੀ ਗੱਲ ਸੁਣਾਉਣਗੇ। ਤੇ ਨਾਲ ਹੀ ਬਰਾਬਰੀ ਇੱਕ ਬਾਬੇ ਨੇ ਪ੍ਰਚਾਰ ਸ਼ੁਰੂ ਕਰਤਾ, ਆਪਣੇ ਚੇਲੇ ਰਾਹੀਂ ਘਰੋਂ ਘਰ ਹੀ ਪਹੁੰਚੇ, ਕਹਿੰਦੇ ਪੰਥ ਸਿੰਘ ਦੇ ਦੀਵਾਨ ਨਾ ਸੁਣ ਲਓ ਜਾ ਕੇ, ਕਹਿੰਦੇ ਪਾਪ ਲੱਗੂਗਾ, ਕਹਿੰਦੇ ਨਿੰਦਾ ਕਰਦਾ ਮਹਾਂਪੁਰਖਾਂ ਦੀ, ਕਹਿੰਦੇ ਪੱਟੇ ਜਾਓਗੇ ਦੀਵਾਨ ਸੁਣ ਲਿਓ। ਜਿੰਨੇ ਦਿਨ ਪ੍ਰਬੰਧਕ ਕਰਦੇ ਰਹੇ ਪ੍ਰਚਾਰ, ਉਹਨਾਂ ਦੇ ਨਹੀਂ ਬਾਬੇ ਦੇ ਚੇਲੇ ਘਰ ਘਰ ਪ੍ਰਚਾਰ ਕਰਦੇ ਰਹੇ, ਦੇਖਿਓ ਸੁਣਨ ਵਾਲੇ ਉਹਦੇ ਆ ਕੇ। ਇਹਨੂੰ ਪਤਾ ਵੀ ਜਿਹਨੇ ਕਥਾ ਸੁਣ ਲਈ ਮੁੜ ਕੇ ਡੇਰੇ ਆਉਂਦਾ ਨਹੀਂ। ਬੋਲੋ ਸਤਨਾਮ। ਵੀ ਜਿਹੜਾ ਸੁਣ ਗਿਆ ਪੰਥ ਸਿੰਘ ਨੂੰ ਬਾਣੀ ਦੀ ਕਥਾ, ਅਸੀਂ ਆਪਣੇ ਕੋਲ ਨਹੀਂ ਮੁੜ ਕੇ ਜਾਂਦੇ ਨਹੀਂ। ਇਸ ਕਰਕੇ ਜ਼ੋਰ ਲੱਗ ਜਾਂਦਾ ਵੀ ਨਾ ਉੱਥੇ ਨਾ ਜਾਇਓ, ਉੱਥੇ ਨਾ ਜਾਇਓ। ਹਾਂਜੀ, ਜਦੋਂ ਕੋਈ ਸਾਹਮਣੇ ਬੈਠ ਕੇ ਸੁਣ ਲਈ ਫਿਰ ਕਿਹਨੂੰ ਸ਼ੰਕਾ ਰਹਿੰਦੀ ਨਹੀਂ, ਤੇ ਉਹ ਬਾਣੀ ਸੁਣ ਕੇ ਰਹਿਣ ਦਿੰਦੀ ਨਹੀਂ। ਸੋ ਇਸ ਕਰਕੇ ਸੱਚੀ ਕਥਾ ਨੂੰ ਰੋਕਿਆ ਜਾਂਦਾ ਹੈ ਵੀ ਘੱਟ ਤੋਂ ਘੱਟ ਲੋਕਾਂ ਦੇ ਕੰਨ 'ਚ ਪਵੇ, ਸਮਝ ਨਾ ਕਿਤੇ ਕਿਸੇ ਨੂੰ ਆ ਜਾਏ, ਨਿਕਲ ਨਾ ਜਾਵੇ ਕਿਤੇ ਜਾਲ ਚੋਂ ਕੋਈ, ਦੇਖਿਓ ਕਿਤੇ ਕੋਈ ਨਿਕਲ ਜਾਏ। ਇਸ ਕਰਕੇ ਸੱਚੀ ਕਥਾ ਹੈ ਜਿਹੜੀ ਉਹ ਸੁਣਨੀ ਬੜੀ ਮੁਸ਼ਕਲ ਲੱਗਦੀ ਹੈ ਇਦਾਂ ਦੇ ਲੋਕਾਂ ਨੂੰ। ਸੋ ਆਪਾਂ ਨੂੰ ਸਮਝ ਆ ਗਈ, ਨਾਲ ਆਪਾਂ ਇਤਿਹਾਸ ਵੀ ਵਿਚਾਰੀ ਕਰਾਂਗੇ।
ਲਓ ਜੀ, ਹੁਣ ਇੱਥੇ ਇੱਕ ਗੜ ਸ਼ੰਕਰ ਦੇ ਵਿੱਚ ਪਖੰਡੀ ਹੈ ਤੇ ਇਹਦੇ ਦਲਾਲ ਇਕੱਠੇ ਹੋ ਗਏ ਕੁਝ ਨਾਲ, ਇਹਦੇ ਯਾਰ। ਇਹਨਾਂ ਨੇ ਕੀ ਕੀਤਾ ਜੀ, ਭੋਰਾ ਪੱਟ ਲਿਆ, ਇੱਕ ਭੋਰੇ ਦੇ ਵਿੱਚ ਬਹਿ ਗਿਆ ਮਹੇਸ਼ਾ ਜੋਗੀ। ਮਹੇਸ਼ਾ ਜੋਗੀ ਇੱਥੇ ਬਹਿ ਗਿਆ ਭੋਰੇ 'ਚ। 40 ਕੁ ਦਿਨਾਂ ਮਗਰੋਂ ਭਾਜੀ ਦੇ ਦਲਾਲਾਂ ਨੇ, ਇਹਦੇ ਯਾਰਾਂ ਨੇ ਗੱਲ ਫਲਾਤੀ ਸਾਰੇ 40 ਦਿਨਾਂ ਮਗਰੋਂ। ਕਹਿੰਦੇ ਜੋਗੀ ਜੀ ਤਪੱਸਿਆ ਸੰਪੂਰਨ ਹੋ ਗਈ, ਜੋਗੀ ਜੀ ਨੂੰ ਸ਼ਿਵ ਜੀ ਵਰ ਦੇ ਗਿਆ, ਭੋਰੇ 'ਚ ਬੈਠੇ ਨੂੰ ਵਰ ਦੇ ਗਿਆ ਸ਼ਿਵ ਜੀ। ਸ਼ਿਵ ਜੀ ਵਰ ਦੇ ਗਿਆ ਵੀ ਜਿਹੜਾ ਵੀ ਇਸ ਡੇਰੇ ਤੇ ਆ ਕੇ ਜੋਗੀ ਦੇ ਦਰਸ਼ਨ ਕਰਿਆ ਕਰੂਗਾ ਇੱਕ ਦਿਨ ਤੇ ਪੂਰਾ ਦਿਨ ਸੇਵਾ ਕਰਿਆ ਕਰੂ, ਇੱਕ ਵਾਰੀ ਦਰਸ਼ਨ ਤੇ ਉਸੇ ਦਿਨ ਪੂਰਾ ਦਿਨ ਸੇਵਾ ਕਰਿਆ ਕਰੂ, ਜਿਹੜਾ ਉਹਨੂੰ 1 ਸਾਲ ਦਾ ਸਵਰਗ ਮਿਲ ਜਾ ਕਰੂਗਾ। ਬਸ ਸਵਰਗ ਵਿੱਚ ਸੀਟ ਉਹਦੀ ਹੁਣੇ ਤੁਰਿਆਬ ਹੋ ਜਾਣੀ ਹੈ ਤੇ ਟਾਈਮ 1 ਸਾਲ ਪੱਕਾ ਹੋ ਗਿਆ। ਜਦੋਂ ਫੇਰ ਕਦੀ ਦੂਜੀ ਵਾਰ ਆ ਕੇ ਦਰਸ਼ਨ ਕਰੂ, ਸਾਰਾ ਦਿਨ ਸੇਵਾ ਕਰੂ, ਉਹਦਾ 2 ਸਾਲ ਪੱਕੇ ਹੋ ਗਏ ਸਵਰਗ ਦੇ। ਵੀ ਜਿੰਨੇ ਸਾਲ ਕਿਸੇ ਨੇ ਸਵਰਗ 'ਚ ਰਹਿਣਾ ਉਨੀ ਵਾਰ ਤੁਸੀਂ ਆਓ, ਬਾਰ-ਬਾਰ। ਪਰ ਇੱਕ ਵਾਰੀ 1 ਦਿਨ ਦੀ ਪੂਰੀ ਸੇਵਾ, 1 ਸਾਲ ਦਾ ਸਵਰਗ। ਦੇਖਿਆ ਕਹਾਣੀ, ਹੁਣ ਇਤਿਹਾਸ ਦੀ ਵਰਤੀ ਹੋਈ ਗੱਲ ਹੈ ਤੇ ਫਲਾਤੀ ਸਾਰੇ ਜੀ ਤੇ ਯਾਰਾਂ ਨੇ, ਦਲਾਲਾਂ ਨੇ ਫਲਾਤੀ, ਸਾਰੇ ਕਹਾਣੀ ਫਲਾਤੀ, ਝੂਠੀ ਕਹਾਣੀ ਫੈਲਦੀ ਬਹੁਤ ਜ਼ਿਆਦਾ। ਇੱਕ ਸਾਰੇ ਗੱਲ ਫਲਾਤੀ ਵੀ ਜੋਗੀ ਜੀ ਨੂੰ ਸ਼ਿਵ ਜੀ ਦਾ ਵਰ ਮਿਲ ਗਿਆ, ਸ਼ਿਵ ਜੀ ਕਹਿ ਗਿਆ, ਵਰ ਦੇ ਗਿਆ ਜੋਗੀ ਜੀ ਨੂੰ ਵੀ ਜਿਹੜਾ ਦਰਸ਼ਨ ਕਰੂ ਡੇਰੇ ਤੇ ਆ ਕੇ ਤੇ ਸੇਵਾ ਕਰੂ, 1 ਦਿਨ ਦੀ ਸੇਵਾ 1 ਸਾਲ ਦਾ ਸਵਰਗ। ਫੈਲ ਗਈ ਗੱਲ ਸਾਰੇ, ਜੋ ਸਾਰੇ ਗੱਲ ਫੈਲ ਗਈ। ਹੁਣ ਡੇਰੇ ਨੂੰ ਰਾਹ ਭਰੇ ਆਉਂਦੇ ਆ, ਇਕੱਠ ਹੋਣ ਲੱਗ ਗਿਆ ਵੀ ਕਾਮਯਾਬ ਹੋ ਗਿਆ, ਕਿਉਂ ਗੱਪ ਕਹਾਣੀ ਚੱਲ ਗਈ ਤੇ ਡੇਰਾ ਚੱਲ ਗਿਆ। ਉਹ ਆਉਂਦੇ ਨੇ, ਦੁਨੀਆ ਧੂੜਾਂ ਪੱਟਦੀ ਤੁਰੀ ਆਉਂਦੀ ਹੈ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚੱਲੇ। ਕਹਿੰਦੀ ਬਹੁਤੀ ਦੁਨੀਆ ਦੀ ਹਾਲਤ ਭੇਡ ਚਾਲ ਵਾਲੀ ਹੈ। ਗਿਆਨਵਾਨ ਤਾਂ ਥੋੜੇ ਹੁੰਦੇ ਨੇ ਨਾ, ਗਿਆਨਵਾਨ ਨਹੀਂ ਭੇਡ ਚਾਲ ਕਰਦਾ। ਗਿਆਨਵਾਨ ਤਾਂ 1.25 ਲੱਖ ਬੰਦਾ ਇੱਕ ਪਾਸੇ ਖੜਾ ਹੋਵੇ, ਗੁਰੂ ਨਾਲ ਗਿਆਨ ਨਾਲ ਜੁੜਿਆ ਹੋਇਆ ਮਨੁੱਖ, ਗਿਆਨ ਨਾਲ ਜੁੜਿਆ ਮਨੁੱਖ, ਗੁਰੂ ਨਾਲ ਜੁੜਿਆ ਮਨੁੱਖ, ਬਸ ਉਹ ਖੜਾ ਰਹੂਗਾ। ਗੁਰੂ ਨਾਲ ਜੁੜਿਆ ਮਨੁੱਖ ਇੱਕ ਪਾਸੇ ਖੜਾ ਰਹੂ, ਕਹਿ ਲਓ ਇੱਕ ਪਾਸੇ ਕਹਿ ਲਓ 1.25 ਲੱਖ ਬੰਦਾ ਇੱਕ ਪਾਸੇ ਖੜਾ ਰਹੂ। ਉਹ 1.25 ਲੱਖ ਨੂੰ ਦੇਖ ਕੇ ਹਿਪਨੋਟਾਈਜ਼ ਨਹੀਂ ਹੁੰਦਾ। ਹਾਂ, ਆਪਣਾ ਪੰਜਾਬੀ ਚ ਕਹਿ ਲਓ ਨਾਲ ਹੀ ਸਮੋਹਿਤ ਨਹੀਂ ਹੁੰਦਾ। ਉਹ ਇੱਕ ਪਾਸੇ ਖੜਾ ਨਾ, ਮਤਲਬ ਉਹਦੇ ਤੇ ਅਸਰ ਨਹੀਂ ਹੁੰਦਾ ਕੋਈ। ਨਾ ਅਸਰ ਕਿੱਦਾਂ ਦਾ ਸਮਝ ਗਏ ਵੀ ਕਿਤੇ ਮੈਂ ਨਾ ਗਲਤ ਹੋਵਾਂ, ਕਿਤੇ 1.25 ਲੱਖ ਨਾ ਸਹੀ ਹੋਵੇ। ਇਹ 1.25 ਲੱਖ ਇੱਕ ਪਾਸੇ ਖੜੇ ਆ, ਤੂੰ ਇੱਕ ਪਾਸੇ ਖੜਾ ਹੈ। ਨਹੀਂ, ਉਹਦੇ ਅੰਦਰ ਆਤਮ ਵਿਸ਼ਵਾਸ ਹੈ ਕਿ ਗੁਰੂ ਦੇ ਗਿਆਨ ਦੀ ਕਿਰਪਾ ਸਦਕਾ, ਕਿਰਪਾ ਨਾ ਉਹਦੀ ਹੈ। ਆਤਮ ਵਿਸ਼ਵਾਸ ਫਿਰ ਮਾੜਾ ਨਹੀਂ ਹੁੰਦਾ ਵੀ ਗੁਰੂ ਦੇ ਗਿਆਨ ਦੀ ਕਿਰਪਾ ਸਦਕਾ ਮੈਂ ਸਹੀ ਹਾਂ। ਇਹ 1.25 ਲੱਖ ਗਲਤ ਹੈ, ਇਹ 1.25 ਲੱਖ ਗਲਤ ਹੈ। ਅਕਲ ਨਹੀਂ ਇਹਨਾਂ ਨੂੰ। ਉਹ ਇਸੇ ਨੂੰ ਕਿਹਾ ਸੀ 1.25 ਲੱਖ ਸੇ ਇੱਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਉਂ। ਐਸਾ ਜਾਗਰਤ ਮਨੁੱਖ ਪੈਦਾ ਕਰਨਾ। ਠੀਕ ਹੈ, ਬਾਹਰੀ ਰੂਪ ਦੇ ਵਿੱਚ ਵੀ ਨਹੀਂ ਡੋਲਿਆ, ਚਮਕੌਰ ਦਾ ਜੰਗ ਦੇਖ ਲਓ, ਪਰ ਨਾਲ ਅੰਤਰ ਭਾਵ ਵੀ ਹੁੰਦਾ ਹੈ ਵੀ ਗਿਆਨ ਨਾਲ ਜੁੜਿਆ ਹੋਇਆ ਮਨੁੱਖ ਇੱਕ ਪਾਸੇ ਖੜਾ ਰਹਿੰਦਾ, ਭਾਵੇਂ 1.25 ਲੱਖ ਬੰਦਾ ਇੱਕ ਪਾਸੇ ਖੜਾ ਰਹੇ। ਉਹ 1.25 ਲੱਖ ਨੂੰ ਦੇਖ ਕੇ ਡੋਲਦਾ ਨਹੀਂ ਵੀ ਹੋਏ 1.25 ਲੱਖ ਇੱਕ ਪਾਸੇ ਐਵੇਂ ਵਿੱਚ ਹੀ ਰਲ ਜਾ। ਉਹ ਕਹਿੰਦਾ ਮੈਂ ਨਹੀਂ ਰਲਦਾ ਵਿੱਚ ਇਹਨਾਂ ਦੇ, ਆਪਾਂ ਇੱਕ ਪਾਸੇ ਖੜੇ ਚੰਗੇ ਆ, ਮੈਂ ਨਹੀਂ ਰਲਣਾ 1.25 ਲੱਖ ਚ ਵੀ 1.25 ਲੱਖ ਵੋਟ ਹੈ ਨਾ। ਜਾਗਰਤ ਮਨੁੱਖ ਕੋ 1.25 ਲੱਖ ਦਾ ਹਿੱਸਾ ਨਹੀਂ ਬਣਦਾ, ਇੱਕ ਪਾਸੇ ਖੜਾ ਹੋ। ਆਓ ਨਾਲ ਸਾਖੀ ਧਿਆਨ ਰੱਖਿਓ, ਸਾਖੀ ਨਾਲ ਚੱਲਣੀ ਹੈ। ਹੁਣ ਜੀ ਗਿਆਨ ਤੋਂ ਬਿਨਾਂ ਦੁਨੀਆ ਦੀ ਹਾਲਤ ਭੇਡਾ ਚਾਲ ਵਾਲੀ ਹੈ। ਬਸ ਜਿਉਂ ਗੱਲ ਫੈਲ ਗਈ ਵੀ ਸੁਰਗ ਮਿਲਦਾ, ਸਵਰਗ ਮਿਲਦਾ ਹੈ, ਡੇਰੇ 'ਚ ਜਾ ਕੇ ਸੇਵਾ ਕਰਕੇ ਦਰਸ਼ਨ ਕਰਕੇ ਤੇ 4 ਛਪੇਰੋਂ ਰਾਹ ਭਰੇ ਤੁਰੇ ਆਉਂਦੇ ਨੇ, ਧੂੜਾ ਪੱਟਦੀ ਤੁਰੀ ਆਉਂਦੀ ਹੈ ਦੁਨੀਆ। ਹੋ ਗਿਆ ਇਕੱਠ ਬੜਾ ਜੀ। ਇੱਕ ਦਿਨ ਮਹੇਸ਼ੇ ਜੋਗੀ ਨੇ ਪੁੱਛ ਲਿਆ ਆਪਣੇ ਯਾਰਾਂ ਨੂੰ, ਕਹਿੰਦਾ ਵੀ ਆਪਣੇ ਗੜ ਸ਼ੰਕਰ ਦੇ ਵਿੱਚ ਤਾਂ ਨਹੀਂ ਕੋਈ ਰਿਹਾ। ਗੜ ਸ਼ੰਕਰ ਤਾਂ ਆਪਣਾ ਸਾਰਾ ਡੇਰੇ ਆਉਂਦਾ ਹੀ ਹੋਊਗਾ ਨਾ, ਇੱਥੋਂ ਤਾਂ ਕੋਈ ਨਹੀਂ ਰਿਹਾ। ਹੁਣ ਬਣ ਗਏ ਆਪਣੇ ਸਾਰੇ ਸੇਵਕ। ਉਹ ਕਹਿੰਦੇ ਜੀ ਸਭ ਆਉਂਦੇ ਆ, ਇੱਕ ਨਹੀਂ ਆਉਂਦਾ। ਆ ਰਹੀ ਸਿੱਖ ਦੀ ਗੱਲ,
ਸਾਖੀ ਚੱਲ ਪਈ ਹੁਣ ਦੇਖੋ। ਉਹ ਕਹਿੰਦੀ ਸਭ ਆਉਂਦੇ ਨੇ, ਇੱਕ ਨਹੀਂ ਆਉਂਦਾ। ਕਹਿੰਦੇ ਇੱਕ ਨਹੀਂ ਆਉਂਦਾ, ਕਿਹੜਾ ਰਹਿ ਗਿਆ ਉਹ ਜਿਹੜਾ ਆਪਣੇ ਡੇਰੇ ਨਹੀਂ ਆਉਂਦਾ? ਕਹਿੰਦੇ ਜੀ ਗੁਰੂ ਅਰਜਨ ਸਾਹਿਬ ਦਾ ਸਿੱਖ ਹੈ। ਗੁਰੂ ਅਰਜਨ ਸਾਹਿਬ ਦਾ ਸਿੱਖ ਹੈ। ਕੀ ਨਾਂ ਹੈ ਭਾਈ ਉਹਦਾ? ਜੋਗੀ ਪੁੱਛਦਾ। ਕਹਿੰਦੇ ਜੀ ਉਹਦਾ ਨਾਮ ਹੈ ਭਾਈ ਤਿਲਕਾ। ਭਾਈ ਤਿਲਕਾ। ਕਹਿੰਦੇ ਉਹ ਨਹੀਂ ਕਦੇ ਡੇਰੇ ਆਇਆ। ਦੇਖੋ ਸਾਰਾ ਪਿੰਡ ਜਾਂਦਾ, ਭਾਈ ਤਿਲਕਾ ਨਹੀਂ ਜਾਂਦਾ। ਸਟੈਂਡ ਹੈ ਨਾ ਸਿੱਖ ਦਾ, ਕਿਉਂ ਗਿਆਨ ਹੈ ਉਸਨੂੰ, ਗੁਰਬਾਣੀ ਦਾ ਗਿਆਨ ਹੈ, ਉਹਨੂੰ ਪਤਾ ਵੀ ਤਾਂ ਸਵਰਗ ਕਿੱਥੇ ਬਣਿਆ ਹੋਇਆ। ਇਹ ਤਾਂ ਲਾਰੇ ਨੇ, ਜਿਵੇਂ ਲੀਡਰ ਲਾਰੇ ਲਾਉਂਦੇ ਹੁੰਦੇ ਆ, ਇਹ ਬਾਬਿਆਂ ਦੇ ਲਾਰੇ ਆ ਵੀ ਮਰਨ ਤੋਂ ਬਾਅਦ ਸੁਰਗ ਮਿਲੂਗਾ। ਉਹਨੂੰ ਗਿਆਨ ਹੈ ਬਾਣੀ ਦਾ, ਉਹਨੂੰ ਪਤਾ ਵੀ ਇਦਾਂ ਸਵਰਗ ਤੱਕ ਹੀ ਨਹੀਂ ਤੇ ਮਿਲਣਾ ਕਿੱਥੋਂ ਹੈ। ਤੇ ਨਾ ਹੀ ਇਹ ਜਿਹੇ ਸਵਰਗ 'ਚ ਬਸਣ ਦੀ ਇੱਛਾ ਕਰਨੀ ਚਾਹੀਦੀ ਹੈ। ਹੁਣ ਕਿਉਂ ਨਹੀਂ ਡੋਲਿਆ ਇਹ ਕਹਾਣੀ ਮਗਰ, ਕਿਉਂ ਨਹੀਂ ਲੱਗਿਆ? ਕਿਉਂਕਿ ਗਿਆਨ ਹੈ। ਭਾਈ ਤਿਲਕਾ ਨੂੰ ਬਾਣੀ ਪੜ੍ਹਦਾ ਹੈ। ਆ ਦੇਖੋ ਉਹ ਕਬੀਰ ਸਾਹਿਬ ਦੇ ਵਚਨ ਵੀ ਪੜ੍ਹਦਾ ਭਾਈ ਤਿਲਕਾ। ਕਬੀਰ ਸੁਰਗ ਵਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਉਹ ਪੜ੍ਹਦਾ ਬਾਣੀ ਚੋਂ। ਕਬੀਰ ਸਾਹਿਬ ਕਹਿੰਦੇ ਐਵੇਂ ਸੁਰਗਾਂ 'ਚ ਵਸਣ ਦੀ ਇੱਛਾ ਨਹੀਂ ਰੱਖਣੀ ਚਾਹੀਦੀ, ਇਹ ਲਾਰਾਂ 'ਚ ਲੱਗਣਾ ਚਾਹੀਦਾ ਕਿ ਸੁਰਗਾਂ 'ਚ ਵਸਾਂਗੇ। ਕਬੀਰ ਸੁਰਗ ਵਾਸ ਨਾ ਵਾਂਛੀ ਹੈ, ਕਹਿੰਦੇ ਸੁਰਗਾਂ 'ਚ ਵਸਣ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਕਿਹੜੇ ਤਾਹਾਂ ਵਾਲੇ ਸੁਰਗਾਂ 'ਚ ਵਸੇਗਾ ਤੂੰ? ਡਰ ਗਿਆ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਣੀ ਨਾ ਕੀਜੈ ਆਸ। ਕਿਤੇ ਲਿਖਿਆ ਬਾਣੀ ਕਬੀਰ ਨਰਕ ਸੁਰਗ ਤੇ ਮੈਂ ਰਹੇ ਉਹ ਸਤਿਗੁਰ ਕੇ ਪ੍ਰਸਾਦ। ਹੁਣ ਪੜ੍ਹ ਭਾਈ ਤਿਲਕੇ ਨੂੰ ਗਿਆਨ ਹੈ ਨਾ ਬਚਨਾਂ ਦਾ, ਵੀ ਸਤਿਗੁਰ ਸੱਚੇ ਗਿਆਨ ਦੀ ਬਖਸ਼ਿਸ਼ ਹੋਏ ਨਾ, ਮੈਂ ਤਾਂ ਨਰਕਾਂ ਸੁਰਗਾਂ ਦੇ ਚੱਕਰਾਂ ਤੋਂ ਹੀ ਬਚ ਗਿਆ। ਕਬੀਰ ਸਾਹਿਬ ਕਹਿੰਦੇ ਨਹੀਂ ਤਾਂ ਨਰਕਾਂ ਸੁਰਗਾਂ ਦੇ ਚੱਕਰਾਂ 'ਚ ਪਾ ਕੇ ਲੁੱਟ ਲਈ ਦੁਨੀਆ। ਕਹਿੰਦੇ ਕਰ ਦਿਓ ਪੁੰਨਦਾਨ ਸਵਰਗ ਮਿਲੂ, ਕਰ ਦਿਓ ਬੱਚੇ ਵਾਲੀ ਗਾਂ ਦਾਨ, ਪੂਛ ਫੜ ਕੇ ਲੰਘ ਜਾਓਗੇ ਬਤਰਨੀ ਨਦੀ ਵਿੱਚ, ਤਾਂ ਡੁੱਬ ਜਾਓਗੇ ਨਰਕਾਂ ਦੀ ਨਦੀ 'ਚ। ਤੇ ਲੋਕਾਂ ਦੇ ਮਨ ਵਾਲੀ ਗੱਲ। ਪਰ ਭਾਈ ਤਿਲਕਾ ਜੀ ਨੂੰ ਤਾਂ ਗਿਆਨ ਹੈ ਨਾ ਬਾਣੀ ਦਾ, ਇਸ ਕਰਕੇ ਉਹ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਬਚ ਗਿਆ ਨਰਕ ਸੁਰਗ ਦੇ ਚੱਕਰ 'ਚ, ਇਹ ਚੱਕਰ 'ਚ ਹੀ ਲੁੱਟ ਲਈ ਦੁਨੀਆ। ਦੁਬਾਰੇ ਪੜੋ, ਕਬੀਰ ਨਰਕ ਸੁਰਗ ਤੇ ਮੈਂ ਰਹੇ ਹੋ, ਬਚ ਗਿਆ ਮੈਂ ਤਾਂ ਦੋਨਾਂ ਤੋਂ। ਕਬੀਰ ਨਰਕ ਸੁਰਗ ਤੇ ਮੈਂ ਰਹੇ ਹੋ, ਸਤਿਗੁਰ ਕੇ ਪ੍ਰਸਾਦ। ਚਰਨ ਕਮਲ ਕੀ ਮੌਜ ਮੈਂ ਰਹੋ, ਅੰਤ ਅਰ ਆਦ। ਹੁਣ ਤਾਂ ਆਦ ਤੋਂ ਅੰਤ ਭਾਵ ਸਦਾ ਹੀ ਮੈਂ ਤਾਂ ਮਾਲਕ ਪਰਮੇਸ਼ਰ ਦੇ ਚਰਨ ਕਮਲਾਂ ਦੀ ਮੌਜ 'ਚ ਰਹਿੰਦਾ ਹਾਂ। ਭਾਵ ਕਿ ਪਰਮੇਸ਼ਰ ਨਾਲ ਜੁੜ ਕੇ ਜਿਉਣਾ ਹੀ ਸਵਰਗ ਹੈ। ਇੱਕ ਥਾਂ ਏਦਾਂ ਵੀ ਲਿਖਿਆ ਬਾਣੀ 'ਚ, ਭਿਸਤ ਨਜੀਕ ਰਾਖ ਰਹਿਮਾਨਾ। ਭਿਸਤ ਤੇ ਰੁਕਣੇ ਤੱਤੇ ਨੂੰ ਔਂਕੜਾ ਜੀ ਵਿਆਕਰਨ ਜਾਣਦੇ। ਭਿਸਤ ਨਜੀਕ ਨਹੀਂ ਕਹਿਣਾ, ਫਿਰ ਤਾਂ ਸੁਰਗ ਦੇ ਨੇੜੇ ਹੋ ਗਿਆ, ਵੀ ਸੁਰਗ ਕਿਤੇ ਬਣੇ। ਭਿਸਤ ਤੇ ਰੁਕਣੇ ਵੀ ਦੱਸਿਆ, ਤੇ ਭਿਸਤ ਕੀ ਹੁੰਦਾ? ਰੁਕ ਜੋ, ਔਂਕੜ ਲੱਗੀ। ਭਿਸਤ ਨਜੀਕ ਰਾਖ ਰਹਿਮਾਨਾ। ਰਹਿਮਾਨਾ ਤਾਂ ਕਿਰਪਾਲੂ ਦਿਆਲੂ ਪਰਮੇਸ਼ਰ ਜੀ ਆਪਣੇ ਨੇੜੇ ਰੱਖੋ। ਪਰਮੇਸ਼ਰ ਦੇ ਨੇੜੇ ਹੋ ਕੇ ਜਿਉਣਾ ਹੀ ਸਵਰਗ ਹੈ। ਭਾਵੇਂ ਸਵਰਗ ਕੋਈ ਵੱਖਰੀ ਚੀਜ਼ ਨਹੀਂ, ਰੱਬ ਨਾਲ ਜੁੜ ਕੇ ਜਿਉਣਾ ਹੀ ਸਵਰਗ ਹੈ। ਬੋਲੋ ਸਤਨਾਮ। ਦੇਤਾ ਨਾ ਕਹਿੰਦੇ ਹੁਣ ਜਿਹਨੂੰ ਆ ਗਿਆਨ ਆ ਗਿਆ, ਉਹ ਲਾਰਾਂ 'ਚ ਫਸੂ ਕਦੇ? ਬੋਲੋ, ਉਹ ਲਾਰਾਂ 'ਚ ਨਹੀਂ ਫਸਦਾ। ਤੇ ਲਾਰੇ ਵੀ ਬੜੇ ਲਾਉਂਦੇ ਨੇ ਤਾਹਾਂ ਦੇ ਸਵਰਗ ਦੇ ਵਿੱਚ। ਫਿਰ ਨਕਸ਼ਾ ਵੀ ਮਨਮੋਹਣਾ ਬਣਾਉਂਦੇ ਨੇ ਨਾ, ਬੰਦੇ ਦੀ ਵਾਸ਼ਨਾ ਵਾਲਾ ਮਨਮੋਹਣਾ ਸਮਝ ਕੇ ਨਾ। ਜੇ ਪੁੱਛੋ ਵੀ ਕੀ ਚੱਲਦਾ, ਕਹਿੰਦੇ ਉੱਥੇ ਅੰਗੂਰਾਂ ਦੀ ਚੱਲਦੀ ਹੈ, ਅੰਗੂਰਾਂ ਦੀ ਸ਼ਰਾਬ। ਹੋਰ ਕਹਿੰਦੇ ਪਰੀਆਂ ਦੇ ਨਾਚ, ਪਤਾ ਵੀ ਮਨੁੱਖ ਦੀ ਵਾਸ਼ਨਾ ਹੀ ਹੈ, ਪਰੀਆਂ ਦੇ ਨਾਂ ਚੱਲਦੇ, ਸੋਹਣੀਆਂ ਸੋਹਣੀਆਂ ਲੜਕੀਆਂ ਨੱਚਦੀਆਂ ਸਵਰਗਾਂ 'ਚ। ਤੇ ਸਿੱਖ ਕੀ ਕਹੂ? ਚੱਲ ਮੰਨ ਲਓ ਸਿੱਖ ਨੂੰ ਕਹੇ ਕੋਈ, ਆਪਾਂ ਕੀ ਕਹਾਂਗੇ? ਆਪਾਂ ਕਹਾਂਗੇ ਭਾਈ ਅਸੀਂ ਤਾਂ ਇੱਥੇ ਕਦੇ ਠੇਕੇ ਦੇ ਕੋਲ ਦੀ ਨਹੀਂ ਲੰਘੇ, ਦੂਰ ਦੀ ਲੰਘੀ ਦਾ, ਤੇ ਸਵਰਗਾਂ 'ਚ ਜਾ ਕੇ ਜ਼ਰੂਰੀ ਵੀ ਨਹੀਂ ਹੈ। ਇਹੀ ਕਹਾਂਗੇ ਆਪਾਂ ਤਾਂ, ਜਿਹਦੇ ਅੰਦਰ ਵਾਸ਼ਨਾ ਹੋਈ ਪੀਣ ਦੀ, ਉਹ ਤਾਂ ਬਹੁਤ ਗੱਲ ਬਣ ਗਈ ਯਾਰ। ਅੰਗੂਰਾਂ ਦੀ, ਅੰਗੂਰਾਂ ਦੀ ਚੱਲਦੀ ਹੈ ਕਹਿੰਦੇ। ਪਰੀਆਂ ਦੇ ਨਾਚ ਬਾਰੇ ਆਪਾਂ ਕੀ ਕਹਾਂਗੇ? ਭਾਈ ਅਸੀਂ ਤਾਂ ਲੜਕੀਆਂ ਨੱਚਦੀਆਂ ਇੱਥੇ ਨਹੀਂ ਕਦੇ ਦੇਖੀਆਂ, ਅਸੀਂ ਤਾਂ ਇੱਥੇ ਵੀ ਕੋਈ ਵਿਆਹ ਸ਼ਾਦੀ ਹੋਵੇ ਭਾਈ ਸ਼ਗਨ ਦੇ ਕੇ ਉਹਦੀ ਮੁੜਿਆ ਹੋਈ ਨੇ, ਬਸ ਬਾਹਰੋਂ ਅੰਦਰੋਂ ਜੀ, ਬਸ ਗੇਟ ਜੀ ਕੋਲੋਂ ਜੀ। ਅਸੀਂ ਤਾਂ ਕਦੇ ਇੱਥੇ ਲੜਕੀਆਂ ਨੱਚਦੀਆਂ ਨਹੀਂ ਦੇਖੀਆਂ। ਤੇ ਸੁਰਗਾਂ ਦੇ ਪਰੀਆਂ ਦੇ ਨਾਚ ਜ਼ਰੂਰੀ ਦੇਖਣੇ, ਸਾਡੀ ਤਾਂ ਵਾਸ਼ਨਾ ਨਹੀਂ ਮਨ 'ਚ ਕਿ ਨਾਚ ਦੇਖਣੇ ਨੇ। ਇਹੀ ਕਹਾਂਗੇ ਆਪਾਂ। ਫਿਰ ਆਪਾਂ ਕੀ ਕਹਾਂਗੇ? ਇਹੋ ਜਿਹੇ ਸੁਰਗਾਂ ਦੇ ਤਾਂ ਅਸੀਂ ਨੇੜੇ ਦੀ ਨਹੀਂ ਲੰਘਦੇ, ਵਿੱਚ ਤਾਂ ਕੀ ਜਾਣਾ। ਬੋਲੋ ਸਤਨਾਮ। ਅਸੀਂ ਕੋਖੇ ਲੈਣੇ ਇਹਨੂੰ ਸੁਰਗਾਂ ਦਾ। ਗਿਆਨ ਦੀ ਗੱਲ ਹੈ ਨਾ, ਸਮਝ ਗਏ? ਤੇ ਵਾਧੂ ਨੂੰ ਚੱਕਰ ਹੀ ਇੱਥੇ ਪਈ ਹੋਈ ਹੈ। ਇਸ ਕਰਕੇ ਭਾਵ ਗਿਆਨ ਭਾਈ ਤਿਲਕਾ ਜੀ ਨੂੰ ਗਿਆਨ ਹੈ ਵੀ ਲੁੱਟ ਜਾਣ ਹੈ, ਲੁੱਟਿਆ ਜਾਂਦਾ ਮਨੁੱਖਤਾ ਨੂੰ ਲਾਰੇ ਲਾ ਲਾ ਕੇ। ਇਹ ਤੇ ਮੈਨੂੰ ਇੱਕ ਗੱਲ ਯਾਦ ਆ ਗਈ, ਆਮ ਜੀ ਕਹਾਣੀ ਹੈ ਇਹ। ਕਹਿੰਦੇ ਇੱਕ ਵਾਰ ਕੋਈ ਪਖੰਡੀ ਕਿਸੇ ਨੌਜਵਾਨ ਨੂੰ ਕਹਿੰਦਾ ਵੀ ਮੈਨੂੰ 1000 ਰੁਪਈਆ ਦੇ, 1000 ਰੁਪਈਆ, ਤੇ ਤੈਨੂੰ ਤਾਂ ਸਵਰਗ ਮਿਲੂ। ਉਹ ਨੌਜਵਾਨ ਬਾਣੀ ਦਾ ਜਾਣਕਾਰ ਸੀ,
ਇਸ ਕਰਕੇ ਉਹਨੇ ਕੀ ਕੀਤਾ, ਉਹਨੇ ਵੀ ਵਿਅੰਗ 'ਚ ਗੱਲ ਕੀਤੀ, ਮਖੌਲ ਟਾਈਪ ਗੱਲ ਕੀਤੀ। ਫਿਰ ਕਹਾ ਇੱਕ ਪਖੰਡੀ ਨੌਜਵਾਨ ਨੂੰ ਕਹਿੰਦਾ 1000 ਰੁਪਈਆ ਦੇ, ਤੈਨੂੰ ਤਾਹਾਂ ਜਾ ਕੇ ਸਵਰਗ ਮਿਲੂ। ਤੇ ਨੌਜਵਾਨ ਕਹਿੰਦਾ ਦਿੱਤਾ। ਨੌਜਵਾਨ ਕੀ ਕਹਿੰਦਾ, ਦਿੱਤਾ। ਉਹ ਕਹਿੰਦਾ ਦੇ। ਨੌਜਵਾਨ ਕਹਿੰਦਾ ਸਵਰਗ ਦੇ, ਸਵਰਗ ਦੇ। ਪਖੰਡੀ ਕਹਿੰਦਾ ਤਾਹਾਂ ਜਾ ਕੇ ਮਿਲੂ। ਨੌਜਵਾਨ ਕਹਿੰਦਾ 1000 ਰੁਪਈਆ ਵੀ ਤਾਹਾਂ ਜਾ ਕੇ ਮਿਲੂ। ਬੋਲੋ ਸਤਨਾਮ। ਗੱਲ ਕਹਿਣ ਦਾ ਭਾਵ ਜਾਣ ਕਰਦੇ। ਕਹਿੰਦੇ 1000 ਰੁਪਏ ਫਿਰ ਉਹ ਵੀ ਦੇ ਦੂੰ ਤਾਹਾਂ ਹੀ। ਜਦੋਂ ਸੁਰਗ ਵਿੱਚ ਗੇਟ ਬਣਨ ਲੱਗਾ ਨਾ, ਤੈਨੂੰ ਗੇਟ ਤੋਂ ਬਾਹਰ ਹੀ ਫੜਾ ਜਾ, ਗੇਟ ਤੋਂ ਬਾਹਰ ਹੀ ਫੜਾ ਦੂੰ। ਉਦੋਂ 1000 ਵੀ ਤਾਹਾਂ ਜਾ ਕੇ ਮਿਲੂ। 1000 ਹੋਣੀ ਦੇ ਤੇ ਕਹਿੰਦੇ ਸੁਰਗ ਤਾਹਾਂ ਜਾ ਕੇ। ਲਾਰੇ ਦੇਖ ਲੋ ਇਹ ਜਲਾਉਂਦੇ ਆ, ਇਹ ਜਿਹੇ ਲਾਰਾ ਚ ਮਰ ਗਈ ਦੁਨੀਆ। ਲਓ ਜੀ ਸਾਖੀ ਤੇ ਆ ਜਾਓ ਨਾਲ ਨਾਲ। ਹੁਣ ਜਿਸ ਵੇਲੇ ਭਾਈ ਤਿਲਕਾ ਡੇਰੇ ਤੇ ਨਹੀਂ ਗਿਆ ਕਦੇ, ਕਿ ਉਹਨੂੰ ਪਤਾ ਹੈ ਵੀ ਇਹ ਜੁੰਡਲੀ ਇਕੱਠੀ ਹੋਈ ਹੁੰਦੀ ਹੈ ਡੇਰਾ ਚਲਾਉਣ ਵਾਲੀ। ਦਲਾਲ ਨੇ ਜਿਹੜੇ ਕਹਿੰਦੇ ਨੇ ਲੋਕਾਂ ਨੂੰ ਵੀ ਸ਼ਿਵ ਜੀ ਦਾ ਵਰ ਮਿਲ ਗਿਆ, ਸੁਰਗ ਮਿਲਦਾ, ਦਲਾਲ ਨਹੀਂ, ਇਹ ਯਾਰ ਨੇ ਇਸ ਦੇ, ਖਾਓ ਪੀਓ ਯਾਰ। ਮਹਿਫਲਾਂ ਲੱਗਦੀਆਂ ਡੇਰੇ ਦੀ ਗੁਫਾਵਾਂ ਦੇ ਵਿੱਚ ਰਾਤ ਨੂੰ। ਇਹ ਚੋਰ ਯਾਰ ਰੰਡੀਆਂ ਕੁੱਟਣੀਆਂ ਇਕੱਠੀਆਂ ਹੁੰਦੀਆਂ, ਨਾਚ ਹੁੰਦੇ ਨੇ, ਮਹਿਫਲਾਂ ਲੱਗਦੀਆਂ। ਪਤਾ ਹੈ ਉਸਨੂੰ, ਉਹਨੇ ਪੜ੍ਹਿਆ ਬਾਣੀ ਚੋਂ। ਲਓ ਜੀ ਇਸ ਵੇਲੇ ਜੋਗੀ ਨੇ ਪੁੱਛਿਆ ਵੀ ਆਉਂਦੇ ਨੇ ਸਾਰੇ, ਦੱਸ ਦਿੱਤਾ ਵੀ ਸਿੱਖ ਨਹੀਂ ਆਉਂਦਾ। ਤੇ ਇੱਥੋਂ ਸਿੱਖਿਆ ਮਿਲ ਗਈ ਨਾ, ਸਿੱਖਿਆ ਨਾਲ ਲਈ ਚੱਲੋ ਵੀ ਸੱਚਮੁੱਚ ਹੀ ਗੁਰੂ ਕਾ ਸਿੱਖ ਬਾਣੀ ਦਾ ਜਾਣਕਾਰ ਹੈ, ਉਹ ਨਾ ਕਿਤੇ ਜਾਂਦਾ ਹੋਇਆ ਕਿਸੇ ਡੇਰੇ 'ਚ, ਕਿਸੇ ਬਾਬੇ ਕੋਲ ਨਾ, ਕਿਸੇ ਚੇਲੇ ਕੋਲੇ, ਕਿਸੇ ਬੂਬਣੇ ਕੋਲੇ, ਕਿਸੇ ਜੋਤਸੀ ਕੋਲੇ ਨਾ। ਲਓ ਜੀ ਜਿਸ ਵੇਲੇ ਜੋਗੀ ਕਹਿਣ ਲੱਗਿਆ, ਕਿ ਦੱਸਤਾ ਉਹਨਾਂ ਨੇ ਵੀ ਸਿੱਖ ਭਾਈ ਤਿਲਕਾ ਨਹੀਂ ਆਉਂਦਾ। ਜੋਗੀ ਪਤਾ ਨਾ ਕੀ ਕਹਿੰਦਾ, ਕਹਿੰਦਾ ਆਪਾਂ ਸਿੱਖ ਲਾਜ਼ਮੀ ਬਟਣਾ ਹੈ। ਸਿੱਖ ਆਪਾਂ, ਕਿ ਉਹਨੂੰ ਪਤਾ ਨਹੀਂ ਸੀ ਵੀ ਜਿਹੜਾ ਸਿੱਖ ਹੈ ਸੱਚਮੁੱਚ ਉਹ ਪੱਟਿਆ ਨਹੀਂ ਜਾ ਸਕਦਾ। ਇਹ ਤਾਂ ਉਹਨੂੰ ਪਤਾ ਨਹੀਂ ਸੀ ਨਾ। ਪਤਾ ਕਿ ਖਿਆਲ ਕਰਿਓ ਕਿ ਅੱਜ ਵੀ ਡੇਰਿਆਂ ਵਾਲੇ ਜੇ ਕਿਤੇ ਲੱਗੇ ਨਾ ਵੀ ਵਧੀਆ ਜਾਣਕਾਰ ਸਿੱਖ ਹੈ, ਭੈਣਾਂ ਚਾਹੇ ਭਰਾ, ਵੀ ਵਧੀਆ ਗੁਰਸਿੱਖ ਪਰਿਵਾਰ ਹੈ, ਅੱਜ ਵੀ ਉਹ ਨਿਗਾਹ ਰੱਖਦੇ ਨੇ, ਅੱਜ ਵੀ ਨਿਗਾਹ ਚ ਨੇ ਵੀ ਆਹ ਬੰਦੇ ਨੂੰ ਪੱਟੋ। ਇੱਥੋਂ ਗੱਲ ਗਾਹਾਂ ਫੈਲਦੀ ਹੈ ਗੁਰਬਾਣੀ ਦੀ, ਪੱਟੋ ਇਹਨੂੰ ਕਿਵੇਂ ਨਾ ਕਿਵੇਂ। ਅੱਜ ਵੀ ਡੇਰੇਦਾਰਾਂ ਦੇ ਦਲਾਲ ਬੰਦੇ ਜਨਾਨੀਆਂ ਅੱਜ ਵੀ ਸਿੱਖਾਂ ਦੇ ਘਰਾਂ 'ਚ ਆਉਂਦੇ ਨੇ। ਵੀ ਤੁਸੀਂ ਇੱਕ ਵਾਰੀ ਚੱਲ ਕੇ ਤਾਂ ਦੇਖੋ ਉੱਥੇ। ਖਿਆਲ ਕਰਿਓ ਮਾਵਾਂ ਭੈਣਾਂ ਧੀਆਂ, ਸੁਚੇਤ ਰਹੇ। ਅੱਜ ਵੀ ਆਉਂਦੇ ਨੇ ਦਲਾਲ, ਤੇ ਦੇਖੋ ਤੁਸੀਂ ਮੰਨਦੇ, ਤੁਸੀਂ ਚਲੋ ਤਾਂ ਸਹੀ। ਛੋਟਾ ਜਿਹਾ ਕੀ ਬੱਸ ਦਾ ਕਿਰਾਇਆ ਵੀ ਕੋਈ ਨਹੀਂ, ਜੇ ਨਵੇਂ ਲੈ ਜਾਣੇ ਨਾ ਬੱਸ ਦਾ ਕਿਰਾਇਆ ਵੀ ਕੋਈ ਨੂੰ ਕਹਿਣਗੇ ਚਲੋ ਤੁਸੀਂ। ਏਦਾਂ ਹੀ ਵਾਧਾ ਡੇਰਾ ਬਾਦ ਆਪਾਂ ਵੇਸਲੇ ਹੋਏ ਰਹਿੰਦੇ। ਲਓ ਜੀ ਇਸ ਵੇਲੇ ਇਹ ਕੁਝ ਚੱਲਦਾ ਹੈ, ਤੇ ਉਸ ਵੇਲੇ ਜਦੋਂ ਆਪਾਂ ਕਹਿ ਲਓ, ਕਹਿੰਦਾ ਜੋਗੀ ਵੀ ਪੱਟਣਾ ਲਾਜ਼ਮੀ ਸਿੱਖ ਆਪਾਂ ਸਿੱਖਿਆ ਲਈ। ਚਲੋ ਵੀ ਅੱਜ ਦੇ ਸਮੇਂ ਵੀ ਇਹੀ ਮੀਟਿੰਗਾਂ ਹੁੰਦੀਆਂ ਡੇਰਿਆਂ 'ਚ, ਜੇ ਆਪਾਂ ਪੱਟਣਾ ਆ, ਸਿੱਖ ਨਹੀਂ ਛੱਡਣਾ, ਸਿੱਖ ਨਹੀਂ ਛੱਡਣਾ, ਟਾਰਗੇਟ ਹੈ ਸਿੱਖ। ਜੋਗੀ ਕਹਿੰਦਾ ਵੀ ਆਪਾਂ ਪੱਟਣਾ। ਕਹਿੰਦੇ ਦੱਸੋ ਜੀ ਫਿਰ ਕਿਵੇਂ ਪੱਟੀਏ। ਕਹਿੰਦੇ ਤੁਸੀਂ ਐਂ ਕਰੋ, ਘਰੇ ਜਾਓ ਉਹਦੇ, ਆਪਦੇ ਦਲਾਲਾਂ ਨੂੰ ਕਹਿੰਦਾ, ਤੇ ਘਰੇ ਜਾ ਕੇ ਤੁਸੀਂ ਐਂ ਕਹਿਓ ਵੀ ਤੇਰੇ ਤੇ ਤਾਂ ਨਾ ਕੋਈ ਬਾਹਲੀ ਵੱਡੀ ਕਿਰਪਾ ਹੈ, ਸਾਨੂੰ ਜੋਗੀ ਜੀ ਨੇ ਤੇਰੇ ਘਰੇ ਸਪੈਸ਼ਲ ਭੇਜਿਆ ਹੈ। ਲੋਕਾਂ ਨੂੰ ਤਾਂ ਇੱਕ ਦਿਨ ਸੇਵਾ ਕਰਕੇ, ਇੱਕ ਵਾਰੀ ਦਰਸ਼ਨ ਕਰਕੇ 1 ਸਾਲ ਦਾ ਸਵਰਗ ਮਿਲਦਾ ਹੈ, ਤੇ ਭਾਈ ਤਿਲਕਾ ਜੀ ਜੇ ਤੂੰ ਡੇਰੇ ਤੇ ਆਇਆ ਕਰੇਗਾ ਤੈਨੂੰ 2 ਸਾਲ ਦਾ ਸਵਰਗ ਮਿਲੂ। ਇੱਕ ਦਿਨ ਸੇਵਾ ਕਰਕੇ ਦੁੱਗਣਾ, ਆਮ ਲੋਕਾਂ ਨਾਲ ਦੁੱਗਣਾ, 2 ਸਾਲ ਦਾ। ਇੱਕ ਵਾਰੀ ਡੇਰੇ ਤੇ ਆਇਆ ਕਰੇਗਾ, ਉਹਨੂੰ ਇਹ ਜਾ ਕੇ ਕਹੋ, ਕਿਉਂਕਿ ਆਪਾਂ ਸਿੱਖ ਲਾਜ਼ਮੀ ਪਟਨਾ ਹੈ। ਲਓ ਜੀ ਭੇਜੇ ਹੋਏ ਦਲਾਲ ਮਹੇਸ਼ੇ ਜੋਗੀ ਦੇ ਸਿੱਖ ਦੇ ਘਰੇ ਆ ਗਏ। ਸਿੱਖ ਦੇ ਘਰੇ ਆ ਗਏ, ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕੀਤੀਆਂ। ਕਿਹੜੀਆਂ ਮਿੱਠੀਆਂ? ਜਿਹਨੂੰ ਮੋਮੋ ਠਾਣੀਆਂ ਕਹਿੰਦੇ ਨੇ, ਠੱਗਣ ਵਾਸਤੇ ਮਿੱਠੀਆਂ ਗੱਲਾਂ ਕਰਦੀਆਂ ਉਹਨੂੰ ਮੋਮੋ ਠਾਣੀਆਂ ਕਹਿੰਦੇ। ਇੱਕ ਸੱਚਮੁੱਚ ਮਿੱਠੀ ਬਚਨ ਹੁੰਦੇ ਨੇ, ਠੀਕ ਹੈ, ਪਰ ਇੱਕ ਹੁੰਦੀਆਂ ਮੋਮੋ ਠੱਗਣੀਆਂ। ਇਹ ਮਿੱਠਾ ਬੋਲ ਕੇ ਵਸਾ ਲੋ ਜਾਲ ਦੇ ਵਿੱਚ, ਇਹਨੂੰ ਮੋਮੋ ਠਾਣੀਆਂ ਕਹਿੰਦੇ। ਤਾਂ ਹੀ ਠੱਗੀ ਮਾਰਨ ਵਾਸਤੇ ਮਿੱਠੀਆਂ ਗੱਲਾਂ ਕਰਨੀਆਂ। ਠੱਗੀ ਮਾਰਨ ਵਾਸਤੇ ਮਿੱਠੀਆਂ ਗੱਲਾਂ ਤਾਂ ਪਹਿਲਾਂ ਵੀ ਕਈ ਨਕਸ਼ਾ ਬਣਾਇਆ। ਸਾਖੀ ਦੇ ਨਾਲ ਇਹ ਵੀ ਚੱਲੀ ਜਾਵੇ, ਨਾਲ ਨਾਲ ਗੱਲਾਂ ਸਮਝ ਆ ਜਾਣਗੀਆਂ ਵੀ ਇਹ ਚੱਲਦੀਆਂ ਆਮ। ਤੇ ਬਹੁਤੇ ਲੋਕੀ ਸੁਣਨਾ ਵੀ ਚਾਹੁੰਦੇ ਹੁੰਦੇ ਆ। ਮੰਨ ਲਓ ਕਿਸੇ ਤੁਸੀਂ ਡੇਰੇ ਵਾਲੇ ਬਾਬੇ ਕੋਲੇ ਵਾਗੇ,
ਕਮਰੇ 'ਚ ਗੱਦੀ ਲਾਈ ਬੈਠਾ। ਨਿਸ਼ਾਨੀ ਕੀ ਹੁੰਦੀ ਹੈ ਜੀ ਲੋਕਾਂ ਦੀ? ਇਹ ਗੁਰੂ ਦੀ ਗੋਦ ਵਿੱਚੋਂ ਨਿਕਲ ਕੇ ਗੱਦੀਆਂ ਲਾਉਂਦੇ ਆ। ਸਿੱਖ ਗੁਰੂ ਦੀ ਗੋਦ ਵਿੱਚ ਰਹਿੰਦਾ, ਸ਼ਰੀਕ ਗੋਦ ਵਿੱਚੋਂ ਨਿਕਲ ਕੇ ਗੱਦੀਆਂ ਲਾਉਂਦੇ ਆ। ਗੱਦੀ ਲਾਉਣ ਵਾਲਾ ਗੋਦ ਵਿੱਚੋਂ ਨਿਕਲ ਚੁੱਕੇ। ਗਲਤ ਤਾਂ ਨਹੀਂ ਮੈਂ ਬੋਲ ਰਿਹਾ ਕੋਈ ਗੱਲ? ਹਾਂਜੀ, ਪਹਿਲੇ ਤਾਂ ਇੱਥੇ ਹੀ ਪਰਖ ਲਿਆ ਕਰੋ ਵੀ ਜਿਹੜਾ ਗੱਦੀ ਲਾਉਂਦਾ ਹੈ ਉਹ ਗੋਦ ਵਿੱਚੋਂ ਨਿਕਲ ਗਿਆ। ਗੋਦ ਵਿੱਚ ਰਹਿਣ ਵਾਲਾ ਗੱਦੀ ਨਹੀਂ ਲਾ ਸਕਦਾ, ਤੇ ਗੱਦੀ ਲਾਉਣ ਵਾਲਾ ਗੁਰੂ ਦੀ ਗੋਦ ਦਾ ਆਨੰਦ ਨਹੀਂ ਮਾਣ ਸਕਦਾ। ਗੱਦੀ ਲਾਉਣ ਵਾਲਾ ਸ਼ਰੀਕ ਬਣ ਚੁੱਕਿਆ। ਸ਼ਰੀਕ ਬਣ ਕੇ ਗੱਦੀ ਲੱਗਦੀ ਹੈ ਨਾ ਜੀ, ਤਾਂ ਸ਼ਰੀਕ ਬਣ ਚੁੱਕਿਆ ਗੁਰੂ ਦਾ। ਇਸ ਕਰਕੇ ਫਿਰ ਕੀ ਚੱਲਦਾ? ਮਿੱਠੇ ਬੋਲ ਤੇ ਗੱਲ ਚੱਲੀ ਹੈ। ਆਸੇ ਪਾਸੇ ਕੀ ਰੱਖ ਲੈਂਦਾ? ਉਹ ਮਿਸ਼ਰੀ ਰੱਖ ਲਈ, ਲੱਡੂ ਰੱਖੀ ਬੈਠਾ, ਸੇਬ ਰੱਖੀ ਬੈਠਾ। ਇਹੀ ਹੁੰਦਾ ਨਾ। ਤੇ ਲਿਆਂਦੇ ਕਿੱਥੋਂ ਹੈ? ਮੁੱਲ ਲਿਆਂਦੇ ਆ, ਬਾਜ਼ਾਰ ਕਿਉਂ ਨਾ। ਉਹ ਜਿਹੜੇ ਤੁਸੀਂ ਲਿਫਾਫੇ ਲੈ ਕੇ ਜਾਂਦੇ ਹੋ ਉਹੀ ਉੱਥੇ ਬਾਬੇ ਕੋਲੇ ਭਜਾ ਦੇ ਕਮਰੇ। ਛੋਡੇ ਵਾਲੀ ਹੈ ਉਹ ਵੀ ਛੋਡੇ ਵਾਲੀ ਹੈ ਗਾਹਾਂ, ਜਿਹੜੀ ਤੁਸੀਂ ਲੈ ਕੇ ਗਏ ਸੀ ਉੱਥੇ ਪਾ ਦੇ ਖੋਲ ਕੇ। ਛੋਡੇ ਸੁਣਨੇ ਬਸ। ਅੰਦਰ ਗਿਆ ਕੋਈ ਪਰਿਵਾਰ, ਅੱਜ ਦੁਨੀਆ ਇੱਥੇ ਲੱਗੀ ਹੈ ਵੀ ਮੰਨ ਲਓ ਕੋਈ ਭਾਈ ਹੈ, ਉਹਦੇ ਘਰੋਂ ਬੀਬੀ ਹੈ, ਉਹਦਾ ਬੱਚਾ ਹੈ, ਪੂਰਾ ਪਰਿਵਾਰ ਹੀ ਜਾਂਦਾ ਡੇਰੇ 'ਚ, ਬਾਕੀ ਕਮਰੇ 'ਚ। ਕਮਰੇ ਕੋਲ ਤਾਂ ਕਮਰੇ 'ਚ ਤਾਂ ਭੁਗਤਣਗੇ ਬਾਬਾ ਜੀ ਕੋਲੇ। ਕਮਰੇ 'ਚ ਚਲੇ ਗਏ ਬਸ, ਫਿਰ ਬਾਬਾ ਨੂੰ ਪਤਾ ਵੀ ਆਪਣੀਆਂ ਮੁਰਗੀਆਂ ਇਹ, ਤੇ ਉਸ ਵੇਲੇ ਫਿਰ ਹੋਰ ਠੀਕ ਠਾਕ ਹੈ। ਭਾਈ ਨੂੰ ਪੁੱਛ ਲਿਆ, ਫਸਲਵਾੜੀ ਚੰਗੀ ਹੋਈ ਹੈ ਤੀ? ਤੁਸੀਂ ਕਹਿੰਦਾ ਹਾਂ ਬਾਬਾ ਜੀ। ਅੱਖ ਜਾ ਹੋਰ ਫਿਰ ਕਿਵੇਂ ਝਾੜ ਝੂੜ ਚੰਗਾ ਨਿਕਲਿਆ? ਐਂ ਲੱਗੀ ਵੀ ਬਾਬਾ ਬੜਾ ਦਰਦੀ ਆ ਪਰਿਵਾਰ ਦਾ, ਵੀ ਝਾੜ ਵੀ ਪੁੱਛਦਾ ਕਿਵੇਂ ਝਾੜ ਝੂੜ ਚੰਗਾ ਨਿਕਲਿਆ? ਫਿਰ ਕੀ ਝਾੜ ਚੰਗਾ ਨਿਕਲਿਆ? ਹਾਂ ਬਾਬਾ ਜੀ। ਹੋਰ ਭਾਈ ਬੀਬਾ ਬੱਚੇ ਦੇ ਫੁੱਲਾ ਜਿਹਾ ਮਾਰ ਦਿੰਦਾ, ਤਾਂ ਪੋਲੜ ਜਾ ਕੇ ਚ ਪੜਦਾ ਹੈ। ਕਹਿੰਦਾ ਬਾਬਾ ਜੀ ਦੂਜੀ 'ਚ ਹੈ। ਉਰੇ ਹੋ ਮਿਸ਼ਰੀ ਭਾਈ ਨੂੰ, ਸੇਬ ਬੀਬਾ ਜੀ ਨੂੰ, ਲੱਡੂ ਚੱਕ ਕੇ ਬੱਚੇ ਨੂੰ। ਖੁਸ਼ ਹੋ ਗਏ ਤੁਸੀਂ ਵੀ ਬਾਬਾ ਜੀ ਨੇ ਹਾਲ ਚਾਲ ਪੁੱਛਿਆ, ਫਸਲ ਦਾ ਝਾੜ ਪੁੱਛਿਆ, ਬੱਚੇ ਬਾਰੇ ਪੁੱਛਿਆ, ਮਿੱਠਾ ਬੋਲਿਆ ਨਾ। ਸੇਬ ਦਿੱਤਾ, ਮਿਸ਼ਰੀ ਦਿੱਤੀ, ਲੱਡੂ ਦਿੱਤੇ। ਫਿਰ 500 ਦਾ ਨੋਟ ਕੱਢ ਕੇ ਬਾਬੇ ਦੇ ਖੁਰਡਿਆਂ 'ਚ। ਤੇ ਜਾਂਦੇ ਕਹਿੰਦੇ ਜਾਂਦੇ ਨੇ ਬਾਬਾ ਜੀ ਬੜੇ ਮਿੱਠੇ ਆ। ਮਿੱਠੇ ਨਹੀਂ, ਮਿੱਠੇ ਠੱਗ ਹੈ। ਦੋ ਕੁ ਗੱਲਾਂ ਮਾਰ ਕੇ 500 ਡੁੱਕ ਲਿਆ। ਬੋਲੋ ਸਤਨਾਮ। ਹਾਂਜੀ, ਮਿੱਠਾ ਦਾਤਾ ਹੀ ਹੈ। ਮੈਂ ਹਟ ਜਾਣਾ, ਮੈਂ ਬਾਣੀ ਦੀ ਕਥਾ ਸਾਨੂੰ ਹਟ ਜਾਣਾ, ਮਿੱਠਾ ਬਾਬਾ ਬਣ ਜਾਣਾ। ਬਣ ਜਾ ਮਿਸ਼ਰੀ ਆ ਬਾਬਾ ਉਹਨਾਂ ਵੀ ਜੀਆ ਤਾਂ ਕਰਦਾ ਹੁਣ ਤਾਂ 25 ਸਾਲ ਹੋ ਗਏ ਦੁਆਰ ਲਾਉਂਦੇ ਨੂੰ, ਬਹੁਤ ਸਾਲਾਂ ਦੀ ਕਥਾ ਹੋਰ ਹੁਣ। ਸੋ ਕਹਿਣ ਦਾ ਭਾਵ ਕੀ? ਮਿੱਠੇ ਦੀ ਗੱਲ ਹੈ ਨਾ, ਮਿੱਠਾ ਮਿੱਠਾ ਹੈ। ਜੇ ਸਾਡੇ ਵਰਗਿਆਂ ਨੂੰ ਤਾਂ ਕਹਿਣਗੇ ਤਾਂ ਗੁਰਖ ਹੀ ਨਹੀਂ ਜੀ, ਤਾਂ ਜਿਹੜੇ ਬਾਣੀ ਦਾ ਅੰਮ੍ਰਿਤ ਵਰਤਾਉਂਦੇ ਨੇ ਪ੍ਰਚਾਰਕ ਕੋਈ ਵੀ। ਆਹ ਮਿੱਠਾ ਹੈ, ਬਾਣੀ ਦੇ ਵਚਨ ਭਲਾ ਕਰਦੇ ਆ। ਰਹੋ ਵਿਚਾਰ ਸਾਖੀ ਤੇ ਅੱਜ ਹੁਣ ਨਾਲ ਹੀ ਜਿਸ ਵੇਲੇ ਉਹ ਦਲਾਲ ਆਪਣੇ ਭੇਜ ਤੇ ਭਾਈ ਤਿਲਕਾਂ ਦੇ ਘਰੇ, ਧਿਆਨ ਚ ਰੱਖਿਓ ਸਾਖੀ ਨਾਲ ਨਾਲ ਚੱਲੀ ਜਾਂਦੀ ਹੈ। ਤੇ ਤਿਲਕਾਂ ਜੀ ਦੇ ਘਰੇ ਜਾ ਕੇ ਨਾ ਬੜੇ ਮਿੱਠੇ ਬੋਲ ਬੋਲਣ। ਇੱਥੋਂ ਗੱਲ ਚੱਲ ਪਈ ਸੀ ਨਾ ਡੇਰਾਦਾਨ ਤੇ, ਉਹ ਜਾ ਕੇ ਹੋਰ ਭਾਈ ਜੀ ਠੀਕ ਠਾਕ ਹੈ ਜੀ, ਹੋਰ ਸਾਰੇ ਪਰਿਵਾਰ ਚ ਸੁੱਖ ਸਾਂਦ ਹੈ ਜੀ, ਹੋਰ ਸਾਰੇ ਮਾਲ ਪਸ਼ੂ ਸਾਰਾ ਠੀਕ ਠਾਕ ਹੈ। ਗਾਹਾਂ ਮਾਲ ਪਸ਼ੂ ਵੀ ਪੁੱਛ ਲੈਂਦੇ ਨੇ। ਜਵਾਕਾਂ ਦਾ ਹਾਲ ਤਾਂ ਪੁੱਛਣਾ ਹੀ ਹੈ, ਪਸ਼ੂਆਂ ਦਾ ਹਾਲ ਵੀ ਪੁੱਛਣ ਬਹਿ ਜਾਂਦੇ ਆ। ਤੇ ਗੱਲਾਂ ਗੁੱਲਾਂ ਕਰਕੇ ਕਹਿੰਦਾ ਭਾਈ ਜੀ ਤੁਸੀਂ ਕਦੇ ਆਏ ਨਹੀਂ ਡੇਰੇ ਤੇ, ਤੁਸੀਂ ਕਦੇ ਡੇਰੇ ਤੇ ਆਏ ਨਹੀਂ, ਤੁਸੀਂ ਵੀ ਆਇਆ ਕਰੋ, ਸਾਰਾ ਨਗਰ ਆਉਂਦਾ ਹੈ, ਤੁਸੀਂ ਵੀ ਆਇਆ ਕਰੋ ਡੇਰੇ। ਜਦੋਂ ਇੰਨਾ ਕਿਹਾ ਤੇ ਭਾਈ ਤਿਲਕਾ ਜੀ ਯਾਦ ਰੱਖਿਓ, ਸੱਚਾ ਬੰਦਾ ਥੋੜਾ ਖਰਾ ਜਿਹਾ ਹੁੰਦਾ ਹੈ ਤੇ ਝੂਠਿਆਂ ਨੂੰ ਰੁੱਖਾ ਲੱਗਦਾ ਹੁੰਦਾ ਹੈ। ਅਸਲ 'ਚ ਰੁੱਖਾ ਨਹੀਂ ਹੁੰਦਾ, ਤਾਂ ਸੁਭਾਅ ਹੀ ਨਹੀਂ ਹੁੰਦਾ। ਹੁਣ ਭਾਈ ਤਿਲਕਾ ਸੱਚਾ ਸੁੱਚਾ ਗੁਰਸਿੱਖ ਹੈ। ਜਦੋਂ ਪੁੱਛਿਆ ਭਾਈ ਜੀ ਤੁਸੀਂ ਕਦੇ ਡੇਰੇ ਤੇ ਆਈ ਨਹੀਂ, ਸਹਿ ਸੁਭਾਅ ਜੀ ਕਹਿੰਦਾ ਭਾਈ ਤਿਲਕਾ ਜੀ ਨਹੀਂ, ਰੁੱਖਪਣਾ ਤਾਂ ਨਹੀਂ ਇਹ, ਸਹਿ ਸੁਭਾਅ ਕਹਿੰਦਾ ਮੈਂ ਡੇਰੇ ਤੇ ਕੀ ਲੈਣਾ ਆਉਣਾ। ਹੁਣ ਇੱਕ ਸਹਿਜ ਹੈ ਨਾ, ਦੇਖੋ ਹੁਣੇ ਰੁੱਖਪਣਾ ਕਹਿੰਦਾ ਮੈਂ ਡੇਰੇ ਤੇ ਕੀ ਲੈਣ ਆਉਣਾ। ਤਾਂ ਉਹਨੂੰ ਪਤਾ ਹੈ ਵੀ ਕਿਹੜੇ ਸੁਰਗ ਕਿਹੜਾ, ਇਹ ਤਾਂ ਯਾਰ ਇੱਕ ਜਾਲ ਬੁਣਿਆ ਹੋਇਆ। ਕਹਿੰਦਾ ਮੈਂ ਡੇਰੇ ਤੇ ਕੀ ਲੈਣ ਆਉਣਾ। ਤੂੰ ਇੰਨਾ ਕਿਹਾ, ਕਹਿੰਦੇ ਭਾਈ ਜੀ ਤੁਹਾਨੂੰ ਪਤਾ ਨਹੀਂ ਕੀ ਜੋਗੀ ਜੀ ਨੂੰ ਵਰ ਮਿਲਿਆ ਹੋਇਆ ਸ਼ਿਵ ਜੀ ਦਾ। ਉਹੀ ਗੱਲ ਛੇੜਦੀ,
ਤੇ शिव जी ने वर ਦਿੱਤਾ ਵੀ ਜਿਹੜਾ ਡੇਰੇ ਤੇ ਆ ਕੇ ਯੁੱਗ ਦੇ ਦਰਸ਼ਨ ਕਰਦਾ, ਇੱਕ ਦਿਨ ਸੇਵਾ ਕਰਦਾ, 1 ਸਾਲ ਦਾ ਸਵਰਗ ਮਿਲਦਾ ਹੈ। ਤੇ ਤੇਰੇ ਤੇ ਕੋਈ ਨਾ ਵੱਡੀ ਕਿਰਪਾ ਹੈ, ਸਾਨੂੰ ਆਪ ਭੇਜਿਆ ਯੋਗ ਜੀ ਨੇ ਵੀ ਤੂੰ ਜੇ ਆਇਆ ਕਰੇ ਡੇਰੇ ਤੇ, ਤੈਨੂੰ 1 ਦਿਨ ਸੇਵਾ ਕਰਨ ਦੇ ਬਦਲੇ 2 ਸਾਲ ਦਾ ਸਵਰਗ ਮਿਲਿਆ ਕਰੂ, ਦੁੱਗਣਾ ਤੈਨੂੰ 2 ਸਾਲ ਦਾ ਸਵਰਗ। ਲੋ ਜੀ ਜਦੋਂ ਇਹਨਾਂ ਕਿਹਾ, ਹੁਣ ਭਾਈ ਤਿਲਕਾ ਨੂੰ ਗਿਆਨ ਤਾਂ ਹੈ, ਪਤਾ ਉਹਨੂੰ ਇਹ ਦਿਨ ਦਾ ਸਵਰਗ ਤਾਂ ਕਿਤੇ ਨਹੀਂ, ਪਰ ਉਹਨਾਂ ਨਾਲ ਗੱਲਾਂ ਕਰਨੀਆਂ ਸੀ। ਕਹਿਣ ਲੱਗਿਆ 2 ਸਾਲ ਦਾ ਸਵਰਗ 1 ਦਿਨ ਸੇਵਾ ਕਰਕੇ। ਕਹਿੰਦੇ ਹਾਂ, ਉਹਨੂੰ ਲੱਗਿਆ ਵੀ ਫਸੂ ਆ। ਕਹਿੰਦਾ ਮੰਨ ਲਓ ਮੈਂ ਕੱਲ ਨੂੰ ਸੇਵਾ ਕਰਨ ਆ ਜਾ ਸੁਬਾਹ। ਉਹ ਵਿੱਚੀ ਬੋਲੀ ਜਾਣ, ਕਹਿੰਦੇ ਆਇਓ ਜੀ, ਆਇਓ ਆਇਓ, ਬਸ ਠੀਕ ਹਾਂ ਜੀ, ਕੱਲ ਨੂੰ ਆ ਜਾਇਓ। ਲੋਕਾਂ ਦਾ ਪੂਰੀ ਗੱਲ ਤਾਂ ਸੁਣ ਲਓ। ਕਹਿੰਦਾ ਮੰਨ ਲਓ ਮੈਂ ਕੱਲ ਨੂੰ ਸੇਵਾ ਕਰਨਾ ਵਾ, ਦਰਸ਼ਨ ਕਰਾਂ ਜੋਗੀ ਦੀ ਆ ਕੇ, ਪਹਿਲਾਂ ਫਿਰ ਸੇਵਾ ਕਰਨ ਲੱਗ ਜਾਣਾ। ਫਿਰ ਸ਼ਾਮ 5 ਵਜੇ ਤੱਕ ਦਿਨ ਪੂਰਾ ਮੰਨ ਲਓਗੇ ਨਾ ਵੀ ਹੋ ਗਿਆ, 5 ਵਜੇ ਤੱਕ ਜਾਂ 6 ਵਜੇ ਤੱਕ, 6 ਵਜੇ ਚਲੋ ਮੇਰੀ ਸੇਵਾ ਪੂਰੀ ਹੋ ਗਈ, ਤੇ 6 ਵਜੇ ਸੇਵਾ ਪੂਰੀ ਹੋਣ ਤੋਂ ਤੁਰੰਤ ਬਾਅਦ ਹੀ ਮੈਨੂੰ ਸੁਰਗ ਮਿਲ ਜੂ 2 ਸਾਲ ਦਾ। ਸੇਵਾ ਪੂਰੀ ਹੁੰਦਿਆਂ ਹੀ ਉਸ ਤੋਂ ਬਾਅਦ ਸਵਰਗ ਉਸੇ ਵੇਲੇ ਮਿਲ ਜੂ ਨਾ। ਜਦੋਂ ਇਹਨਾਂ ਕਿਹਾ ਤੇ ਉਹ ਹੱਸ ਕੇ ਕਹਿੰਦੇ ਕਿ ਉਹਨਾਂ ਨੂੰ ਫਸਾਉਣਾ ਸੀ, ਹੱਸ ਕੇ ਕਹਿੰਦੇ ਲੈ ਭਾਈ ਜੀ ਤੁਹਾਨੂੰ ਇੰਨੇ ਨਹੀਂ ਪਤਾ। ਕੀ ਨਹੀਂ ਪਤਾ? ਕਹਿੰਦੇ ਸਵਰਗ ਤਾਂ ਮਰਨ ਤੋਂ ਬਾਅਦ ਮਿਲਦਾ ਹੁੰਦਾ, ਤਾਹਾਂ ਜਾ ਕੇ ਮਰਨ ਤੋਂ ਬਾਅਦ ਮਿਲਦਾ ਹੁੰਦਾ ਹੈ। ਭਾਈ ਤਿਲਕਾ ਜੀ ਕਹਿੰਦੇ ਫਿਰ ਸੋਡੇ ਵਾਲਾ ਤਾਂ ਵੱਡਾ ਹੀ ਲਾਰਾ ਲਾਉਂਦਾ ਹੈ, ਮਰਨ ਤੋਂ ਬਾਅਦ ਉਹ ਵੀ ਤਾਹਾਂ ਜਾ ਕੇ। ਕਹਿੰਦੇ ਫਿਰ ਤਾਂ ਮੇਰੇ ਸਤਿਗੁਰ ਜੀ ਸੱਚਾ, ਸੋਡੇ ਦਾ ਝੂਠਾ ਹੈ। ਮੇਰੇ ਸਤਿਗੁਰ ਜੀ ਤਾਂ ਕਹਿੰਦੇ ਤੂੰ ਆਪਣੀ ਮਨਮਤ ਛੱਡ ਕੇ ਸੱਚਾ ਗਿਆਨ ਪ੍ਰਾਪਤ ਕਰ ਲੈ, ਤੇਰਾ ਜੀਵਨ ਹੁਣੇ ਸਵਰਗ ਬਣ ਜੂ। ਮੇਰਾ ਤਾਂ ਭਾਈ ਹੁਣੇ ਜੀਵਨ ਸਵਰਗ ਬਣਿਆ ਪਿਆ, ਸੋਡੇ ਵਾਲਾ ਤਾਂ ਲਾਰਾ ਲਾਉਂਦਾ ਹੈ। ਬੋਲੋ ਸਤਨਾਮ। ਚੁੱਪ ਕਰਕੇ ਵਿਸਾਲ, ਕਹਿੰਦੇ ਸੋਡਾ ਤਾਂ ਲਾਰਾ ਵੀ ਲੰਮਾ, ਮਰਨ ਤੋਂ ਬਾਅਦ ਤਾਹਾਂ ਜਾ ਕੇ। ਲੈ ਦੇਖ ਲਾ, ਮਰਨ ਤੋਂ ਬਾਅਦ ਤਾਹਾਂ ਜਾ ਕੇ ਏਡੇ ਵੱਡੇ ਲਾਰੇ। ਇਹ ਤਾਂ ਲੀਡਰਾਂ ਤੋਂ ਵੀ ਵੱਡੇ ਲਾਰੇ ਆ। ਲੀਡਰ ਤਾਂ 2-4 ਸਾਲ ਦਾ ਲਾਰਾ ਲਾਉਂਦਾ, ਐਂ ਕਰ ਦਿਆਂਗੇ ਸਭ ਕਰਕੇ, ਤੇ ਬਾਬੇ ਮਰਨ ਤੋਂ ਬਾਅਦ ਦੇ ਲਾਰੇ ਲਾਉਂਦੇ। ਇਹ ਲੀਡਰਾਂ ਤੋਂ ਵੀ ਤਾਹਾਂ ਟੱਪ ਗਏ। ਭਾਈ ਤਿਲਕਾ ਕਹਿੰਦਾ ਫਿਰ ਵੀ ਮੇਰੇ ਸਤਿਗੁਰੂ ਤਾਂ ਨਗਦੋ ਨਗਦੀ ਚੱਲਦਾ, ਇਸੇ ਦਾ ਕੰਮ ਆ ਵੀ ਅੱਜ ਹੀ ਕਿਸੇ ਨੇ ਮਨਮਤ ਛੱਡ ਕੇ ਗੁਰੂ ਦੀ ਮੱਤ ਲੈ ਲਈ, ਅੱਜ ਜੀਵਨ ਸੋਹਣਾ ਬਣ ਜਾਂਦਾ, ਐ ਸਵਰਗ ਬਣ ਜਾਂਦਾ, ਮਨੁੱਖ ਦੇਵਤਾ ਬਣ ਜਾਂਦਾ ਉਸੇ ਵੇਲੇ। ਜਦੋਂ ਗੁਰੂ ਦੀ ਮੱਤ ਲੈ ਲੈਂਦਾ, ਆਪਣੀ ਛੱਡ ਦਿੰਦਾ ਨਾ, ਤੇ ਉਸੇ ਵੇਲੇ ਦੇਵਤਾ ਬਣ ਜਾਂਦਾ। ਲਿਖਿਆ ਨਾ ਬਾਣੀ ਚ ਵੀ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ। ਪੰਕਤੀਆਂ ਪੜ੍ਹ ਕੇ ਵੀ ਸੁਣਾਵੇ ਭਾਈ ਤਿਲਕਾ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਆਹਗਦ ਮੈਂ ਪਾਈ। ਭਾਈ ਤਿਲਕਾ ਜੀ ਕਹਿੰਦੇ ਮਨੁੱਖ ਤੋਂ ਦੇਵਤਾ ਤਾਂ ਅੱਖ ਦੇ ਹੋਰ ਕੀ ਬਣ ਜਾਂਦਾ ਹੈ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਜਦੋਂ ਸਤਿਗੁਰ ਵਾਲੀ ਮੱਤ ਸਿੱਖ ਲਈ, ਆਪਣੇ ਵਾਲੀ ਛੱਡਤੀ, ਸਤਿਗੁਰ ਵਾਲੀ ਮੱਤ ਲੈ ਲਈ ਸੱਚੇ ਗਿਆਨ ਦੀ, ਕਹਿੰਦੇ ਬਸ ਮਨੁੱਖ ਦੇਵਤਾ ਬਣ ਗਿਆ, ਜੀਵਨ ਸਵਰਗ ਬਣ ਗਿਆ, ਮਨੁੱਖ ਖੁਦ ਹੀ ਦੇਵਤਾ ਬਣ ਗਿਆ। ਨਰ ਤੇ ਉਪਜ ਸੁਰਗ ਕੋ ਜੀਤਿਓ, ਕਹਿੰਦੇ ਉਸ ਮਨੁੱਖ ਨੇ ਆ ਮਾਨਸ ਦੇਹੀ ਵਿੱਚ ਪੈਦਾ ਹੋ ਕੇ ਨਰ ਤੇ ਉਪਜ ਸੁਰਗ ਕੋ ਜੀਤਿਓ, ਤਾਹਾਂ ਵਾਲਾ ਸਵਰਗ ਤਾਂ ਜਿੱਤ ਲਿਆ। ਪਖੰਡੀਆਂ ਵਾਲਾ ਜਿਹੜੇ ਲਾਰੇ ਲਾਉਂਦੇ ਸੀ, ਉਹ ਤਾਂ ਜਿੱਤ ਲਿਆ ਤਾਹਾਂ ਵਾਲਾ, ਤਾਂ ਵੀ ਉਹ ਤਾਂ ਇੱਛਾ ਹੀ ਨਹੀਂ ਕੋਈ ਤਾਹਾਂ ਜਾ ਕੇ ਸੁਰਗ ਚ ਰਹਿਣ ਦੀ। ਤਾਂ ਹੁਣੀ ਸਵਰਗ ਬਣਿਆ ਪਿਆ ਜੀਵਨ, ਸਪਸ਼ਟ ਲਿਖੀਆਂ ਕਰਨਾ, ਕਹਿੰਦੇ ਜਿੱਤ ਲਿਆ ਤਾਂ ਉਹ ਤਾਂ ਜਿੱਤ ਲਿਆ ਸੀ। ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਆਗਤ ਮੈਂ ਪਾਈ। ਕਹਿੰਦੇ ਉਹ ਮੈਂ ਸੱਚੇ ਗਿਆਨ ਦੀ ਦਵਾਈ ਪ੍ਰਾਪਤ ਕਰ ਲਈ। ਆਫਤ ਔਸ਼ਧੀ ਨੂੰ ਕਹਿੰਦੇ ਨਾ ਮੈਡੀਸਨ। ਇਹ ਸੱਚੇ ਗਿਆਨ ਨੇ ਮੇਰੀਆਂ ਵਾਸ਼ਨਾਵਾਂ ਖਤਮ ਕਰਤੀਆਂ, ਵੀ ਤਾਹਾਂ ਸੁਰਗਾਂ ਚ ਜਾਵਾਂਗੇ, ਪਰੀਆਂ ਦੇ ਨਾਚ ਦੇਖਾਂਗੇ, ਮੌਜਾਂ ਕਰਾਂਗੇ, ਮੌਜ ਮਸਤੀ ਮਿਲੂ। ਇਹ ਤਾਂ ਵਾਸ਼ਨਾਵਾਂ ਹੀ ਖਤਮ ਕਰਤੀਆਂ ਮੇਰੀਆਂ ਦਾ ਸੱਚੇ ਗਿਆਨ ਨੇ। ਮੈਂ ਤਾਂ ਜਿੱਤੀ ਫਿਰਨਾ ਤਾਹਾਂ ਵਾਲਾ ਸੁਰਗ, ਪਿੱਛੇ ਵੀ ਨਹੀਂ ਕੋਈ। ਉਹ ਝਾਕਣ ਸਾਰੇ ਵੀ ਹੈ, ਕਿਉਂ ਇਹ ਗਿਆਨ ਤਾਂ ਹੁਣ ਉਹਨਾਂ ਨੇ ਕਦੇ ਨਹੀਂ ਸੁਣਿਆ ਸੀਗਾ, ਜੋਗੀ ਦੇ ਯਾਰਾਂ ਨੇ ਕਦੇ ਨਹੀਂ ਸੁਣਿਆ ਸੀ। ਉਹ ਵੀ ਹੈਰਾਨ ਹੋਣ ਵੀ ਹੈ ਐਸਾ ਗਿਆਨ, ਐਸੇ ਗੁਰੂ ਦੇ ਸਿੱਖ। ਹੁਣ ਸਿੱਖ ਕਿਹੇ ਜਿਹਾ ਹੋ ਜਿਹਨੂੰ ਸਿੱਖੀ ਦਾ ਪਤਾ ਹੈ, ਕਹਿਣ ਮਾਤਰ ਸਿੱਖ ਨਹੀਂ। ਅੱਜ ਕਹਿਣ ਮਾਤਰ ਸਿੱਖ ਹੋ ਕੇ ਜਿਹਨਾਂ ਨੂੰ ਬਾਣੀ ਬਾਰੇ ਕੱਖ ਨਹੀਂ ਪਤਾ। ਭਾਈ ਤਿਲਕੇ ਨੂੰ ਪੂਰਾ ਪਤਾ ਸਾਰਾ ਕੁਛ। ਜਦੋਂ ਇੰਨਾ ਕਿਹਾ ਉਹਨਾਂ ਨੂੰ ਵੀ ਤੁਸੀਂ ਤਾਂ ਵੀ ਵੱਡਾ ਲਾਰਾ ਹੀ ਲਾਉਣੇ ਹੋ, ਫਿਰ ਮਾਰਨ ਤੋਂ ਬਾਅਦ ਤਾਂ ਹਾਂ, ਤੇ ਮੇਰੇ ਸਤਿਗੁਰ ਤਾਂ ਮੈਨੂੰ ਇੱਥੇ ਹੀ ਦੇ ਦਿੰਦੇ ਆ, ਜਿਉਂਦਿਆਂ ਨੂੰ ਦਿੰਦੇ ਨੇ ਮੇਰੇ ਸਤਿਗੁਰ ਜੀ ਸਵਰਗ, ਮਰਨ ਤੋਂ ਬਾਅਦ ਜਿਉਂਦਿਆਂ ਨੂੰ ਤੇ ਦਿੰਦੇ ਵੀ ਇੱਥੇ ਹੀ ਹੈ। ਤੁਸੀਂ ਤਾਹਾਂ ਦਾ ਲਾਰਾ ਲਾਉਣੇ। ਅਗਲੀਆਂ ਗੱਲਾਂ ਮੈਨੂੰ ਕਹਿ ਦਿੱਤੀਆਂ, ਫਿਰ ਤੁਸੀਂ ਤਾਂ ਉਹੀ ਕਹੋਗੇ ਨਾ ਪਤਾ ਸੀ।
ਉੱਥੇ ਇਦਾਂ ਚੱਲਦਾ, ਉੱਥੇ ਆਹ ਚੱਲਦਾ, ਕਹਿੰਦੇ ਨਾ ਤਾਂ ਹਾਲੇ ਸਵਰਗ ਦੇ ਅਸੀਂ ਵਿੱਚ ਕੀ ਜਾਣਾ, ਨੇੜੇ ਦੀ ਵੀ ਲੰਘਦੇ ਸੀ, ਕਿਤੇ ਨਹੀਂ ਇਹੋ ਜਿਹਾ ਕੁਛ। ਲਓ ਜੀ, ਇਸ ਵੇਲੇ ਇੰਨੀਆਂ ਗੱਲ, ਉਹਨਾਂ ਨੂੰ ਗੱਲ ਨਹੀਂ ਕੋਈ ਆ ਰਹੀ, ਗੱਲ ਨਹੀਂ ਕੋਈ ਆਉਂਦੀ ਉਹਨਾਂ ਨੂੰ। ਤੇ ਉਸ ਵੇਲੇ ਭਾਈ ਤਿਲਕਾ ਜੀ ਕਹਿਣ ਲੱਗੇ, ਕਹਿੰਦੇ ਤੁਸੀਂ ਤਾਂ ਕਹਿੰਦੇ ਹੋ ਵੀ ਡੇਰੇ ਵਿੱਚ ਆ ਜਾ ਸਵਰਗ ਮਿਲੂ, ਦਰਸ਼ਨ ਕਰ ਲਾ ਜੋਗੀ ਦੇ। ਆਹ ਪੰਕਤੀਆਂ ਵੀ ਸੁਣਾਤੀਆਂ ਪੜ੍ਹ ਕੇ। ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ। ਅਰਥ ਸਮਝਦੇ ਆਪਾਂ, ਇੱਕ ਵਾਰੀ ਪੜ੍ਹ ਵੀ ਦਈਏ। ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਤੇ, ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਤੇ, ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ। ਹਮ ਕਾਹੂ ਕੀ ਕਾਣ ਨ ਕੱਢਤੇ, ਹਮ ਕਾਹੂ ਕੀ ਕਾਣ ਨ ਕੱਢਤੇ, ਹਮ ਕਾਹੂ ਕੀ ਕਾਣ ਨ ਕੱਢਤੀ, ਹਮ ਕਾਹੂ ਕੀ ਕਾਣ ਨ ਕੱਢਤੀ। ਆਪਣੇ ਗੁਰ ਪ੍ਰਸਾਦੇ, ਹਮ ਕਾਹੂ ਕੀ ਕਾਣ ਨ ਕੱਢਤੇ, ਹਮ ਕਾਹੂ ਕੀ ਕਾਣ ਨ ਕੱਢਤੇ। ਆਪਣੀ ਗੁਰ ਪ੍ਰਸਾਦੇ, ਹਮ ਕਾਹੂ ਕੀ ਕਾਣ ਨ ਕੱਢਤੇ, ਹਮ ਕਾਹੂ ਕੀ ਕਾਣ ਨ ਕੱਢਤੇ। ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ। ਕਵਣ ਨਰਕ ਕਿਆ ਸੁਰਗ ਵਿਚਾਰਾ, ਕਵਣ ਨਰਕ ਕਿਆ ਸੁਰਗ ਵਿਚਾਰਾ। ਕਹਿੰਦੇ ਗੱਲ ਸੁਣ ਮੇਰੇ ਸਤਿਗੁਰੂ ਜੀ, ਕਹਿੰਦੇ ਕਵਣ ਨਰਕ ਕਿਆ ਸੁਰਗ ਵਿਚਾਰਾ। ਕਵਣ ਨਰਕ ਵੀ ਕਿਹੜਾ ਨਰਕ, ਕਿਹੜਾ ਨਰਕ? ਗੁਰਬਾਣੀ ਜਿਉਂਦੇ ਨੂੰ ਨਰਕ ਤੋਂ ਬਚਾਉਂਦੀ ਹੈ ਮਨੁੱਖ ਨੂੰ। ਕਵਣ ਨਰਕ ਕਿਆ ਸੁਰਗ ਵਿਚਾਰਾ, ਕਹਿੰਦੇ ਕਿਆ ਕਿਹੜਾ ਵਿਚਾਰਾ ਸੁਰਗ, ਉਹਨੂੰ ਸੁਰਗ ਵਿਚਾਰਾ ਕਹਿੰਦੇ ਮਖੌਲ ਉਡਾਉਂਦਾ, ਕਿਹੜਾ ਵਿਚਾਰਾ ਸੁਰਗ ਤਾਂ ਹਾਂ। ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਕਹਿੰਦੇ ਰੱਬ ਦੇ ਪਿਆਰਿਆਂ ਨੇ, ਸੱਤ ਪੁਰਸ਼ਾਂ ਨੇ ਦੋਨੇ ਰੱਦ ਕਰਤੇ, ਦੋਨੇ ਹੀ ਰੱਦ ਕਰਤੇ, ਦੋਨੇ ਹੀ ਰੱਦ। ਫੇ ਪੜੋ ਬਾਣੀ, ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ। ਕਹਿੰਦੇ ਅਸੀਂ ਤਾਂ ਇਹ ਜਿਹੀ ਕਿਸੇ ਦੀ ਕਾਣ ਵੀ ਨਹੀਂ ਜਾਂਦੇ। ਜਿਹੜਾ ਲੋਕਾਂ ਨੂੰ ਏਦਾਂ ਦੇ ਲਾਰਿਆਂ ਦੇ ਵਿੱਚ ਲਾ ਕੇ ਡੇਰਾ ਚਲਾਉਂਦਾ ਕੋਈ ਵੀ ਹੈ, ਉਸ ਤੋਂ ਇਤਿਹਾਸ ਦੀ ਸਾਖੀ ਤੇ ਆਪਾਂ ਨਾਲ ਗੱਲ ਲਾਉਣੀ ਹੈ ਨਾ, ਪਰ ਇਦਾਂ ਵੀ ਸਮਝ ਗਏ ਵੀ ਅਸੀਂ ਤਾਂ ਕਾਣ ਵੀ ਨਹੀਂ ਜਾਂਦੇ। ਆਪਣੇ ਗੁਰੂ ਦੀ ਕਿਰਪਾ ਨਾਲ ਅਸੀਂ ਇੰਨੇ ਬੇਪਰਵਾਹ ਹੋ ਗਏ, ਆਪਣੇ ਗੁਰ ਪ੍ਰਸਾਦੇ। ਇਹ ਹੰਕਾਰ ਨਹੀਂ, ਬੇਪਰਵਾਹੀ ਹੈ। ਅਸੀਂ ਕਾਣ ਨਾ ਜਾਈਏ ਕਿਸੇ ਦੇ ਡੇਰੇ 'ਚ। ਤਾਂ ਇਹਨਾਂ ਵਚਨਾਂ ਦੇ ਆਧਾਰ ਦੇ ਉੱਤੇ ਭਾਈ ਤਿਲਕਾ ਜੀ ਨੇ ਕਹਿ ਦਿੱਤਾ, ਕਹਿੰਦੇ ਗੱਲ ਸੁਣ ਲਓ ਬਈ, ਗੱਲ ਸੁਣ ਲਓ, ਸੱਚੀ ਹੈ, ਕਹਿੰਦੇ ਗੁੱਸਾ ਨਾ ਕਰਿਓ। ਪਰ ਨਾਲ ਹੀ ਕਹਤਾ ਗੱਲ ਸੱਚੀ ਹੈ, ਜੇ ਗੁੱਸਾ ਕਰਨਾ ਹੋਇਆ ਕਰ ਲਿਓ। ਇਹ ਸੱਚੀ ਗੱਲ ਹੈ, ਫਿਰ ਸੱਚੀ ਕਹਿੰਦਾ ਵੀ ਗੱਲ ਹੈ ਸੱਚੀ, ਕਹਿੰਦੇ ਕਰਨਾ ਹੋਇਆ ਜਦ ਕਰ ਲਿਓ। ਪਰ ਨਾ ਕਰੇ ਚਲੋ ਫਾਇਦਾ ਹੁੰਦਾ, ਗੁੱਸਾ ਕਰਨ ਨੂੰ ਖਾ ਜਾਂਦਾ, ਪਰ ਜੇ ਫਿਰ ਵੀ ਕਰਨਾ ਹੋਇਆ ਤਾਂ ਕਰ ਲਿਓ। ਕਹਿੰਦਾ ਗੱਲ ਸੁਣ ਲਓ, ਤੁਸੀਂ ਮਹੇਸ਼ੇ ਜੋਗੀ ਕੋਲੇ ਡੇਰੇ 'ਚ ਆਉਣ ਦੀ ਗੱਲ ਕਰਦੇ ਹੋ। ਜਿਸ ਦਿਨ ਮਹੇਸ਼ਾ ਜੋਗੀ ਮਰ ਗਿਆ, ਕਹਿੰਦੇ ਤਿਲਕਾ ਤਾਂ ਉਸ ਦਿਨ ਡੇਰੇ 'ਚ ਕਾਣ ਵੀ ਨਹੀਂ ਆਉਂਦਾ। ਬੋਲੋ ਸਤਨਾਮ। ਅਸੀਂ ਮਰਿਆਂ ਦੇ ਸੱਥਰ ਤੇ ਨਾ ਬੈਠੀਏ ਜਾ ਕੇ, ਡੇਰੇਦਾਰਾਂ ਦੇ ਤਾਂ ਪਖੰਡੀਆਂ ਦੇ। ਅਸੀਂ ਮਰਿਆਂ ਦੇ ਸੱਥਰ ਤੇ ਨਹੀਂ ਜਾ ਕੇ ਕਹਿੰਦੇ ਵੀ ਆਮ ਵਾਲਾ ਕਹਿੰਦੇ ਮਰ ਗਏ ਹੁਣ ਤਾਂ ਜਾਓ, ਚੱਲ ਮਰੇ ਤੇ ਬੈਠੇ। ਅਸੀਂ ਕਾਣ ਨਾ ਜਾਈਏ ਡੇਰੇ 'ਚ। ਅਸੀਂ ਤਾਂ ਮਰਿਆਂ ਦੇ ਸੱਥਰਾਂ ਤੇ ਨਹੀਂ ਆ ਕੇ ਕਹਿੰਦੇ ਪਖੰਡੀ ਦੇ। ਤਾਂ ਜਿਉਂਦਿਆਂ ਕੋਲ ਤਾਂ ਜਾਣਾ ਕੀ ਹੈ, ਅਸੀਂ ਤਾਂ ਮਰੇ ਦੀ ਕਾਣ ਨਹੀਂ ਜਾਂਦੇ ਭਾਈ। ਮਰੇ ਦੀ ਕਾਣ ਡੇਰੇ ਤੱਕ ਕਾਣ ਵੀ ਨਹੀਂ ਜਾਂਦੇ ਅਸੀਂ। ਇਹ ਸਿੱਖ ਦੀ ਪ੍ਰਪੱਕਤਾ ਹੈ, ਇਹਨੂੰ ਸਮਝੋ। ਅੱਜ ਪ੍ਰਪੱਕਤਾ ਦੀ ਘਾਟ ਹੋ ਗਈ, ਸਿੱਖ ਤੁਰੇ ਫਿਰਦੇ ਥਾਂ ਦੇ ਉੱਤੇ ਐਵੇਂ ਤੁਰੇ ਫਿਰਦੇ ਨੇ ਪਖੰਡੀਆਂ ਕੋਲੇ, ਗੂਬਣਿਆਂ ਕੋਲੇ, ਕਬਰਾਂ ਤੇ, ਸਮਾਧਾਂ ਤੇ, ਡੇਰਿਆਂ ਤੇ, ਤੁਰੇ ਫਿਰਦੇ ਧੱਕੇ ਖਾਂਦੇ।
ਆਲੂ ਵਰਗੇ ਹੋਏ ਪਏ ਨੇ ਗੁਰੂ ਦੇ ਗਿਆਨ ਤੋਂ ਬਿਨਾਂ, ਵੀ ਵੱਢ ਕੇ ਜਿੱਥੇ ਮਰਜ਼ੀ ਪਾ ਲਓ ਸਿੱਖ ਨੂੰ। ਬਹੁਤੇ ਸਿੱਖ ਸਾਰੇ ਨਹੀਂ ਕਿਹਾ ਕਿ ਸੋਝੀ ਵਾਲੇ ਬੈਠੇ, ਅੱਜ ਬਹੁਤੇ ਸਿੱਖ ਤਾਂ ਆਲੂ ਵਰਗੇ ਹੋਏ ਪਏ ਨੇ, ਵੀ ਵੱਢ ਲਓ ਪਾ ਲਓ ਪਾ ਲਓ ਪਾ ਲਓ, ਸਿੱਖ ਨੂੰ ਵੱਢ ਕੇ ਪਾ ਲਓ ਵਿੱਚ ਹੀ, ਹਰੇਕ ਸਬਜ਼ੀ 'ਚ ਹੀ ਪੈ ਜਾਂਦਾ। ਇਹ ਹੋ ਗਿਆ ਸਾਡਾ ਹਾਲ ਗਿਆਨ ਤੋਂ ਬਿਨਾਂ। ਇਸ ਕਰਕੇ ਲੋ ਜੀ ਹੁਣ ਖਰੀਆਂ ਸੁਣਾਤੀਆਂ, ਖਿਆਲ ਕਰੋ ਸਿੱਖ ਕਿਹੋ ਜਿਹਾ ਹੁੰਦਾ। ਸਾਖੀ ਦੇਖੋ ਇਤਿਹਾਸ ਦੀ, ਭਾਈ ਤਿਲਕਾ ਜੀ ਕਹਿੰਦੇ ਮਹੇਸ਼ੇ ਦੇ ਚੇਲਿਆਂ ਨੂੰ, ਕਹਿੰਦੇ ਜਾ ਕੇ ਕਹਿ ਦਿਓ ਕਾਣ ਵੀ ਨਹੀਂ ਆਉਂਦਾ, ਜਿੱਦੇ ਮਰ ਗਿਆ ਉਦੋਂ ਨਹੀਂ ਆਉਣਾ ਮੈਂ ਤਾਂ, ਤੁਸੀਂ ਜਿਉਂਦੇ ਕੋਲੇ ਆਉਣ ਦੀ ਗੱਲ ਕਰਦੇ, ਮਿਲਦਾ ਸੁਰਗ ਤਾਂ ਹਾਂ। ਖਰੀਆਂ ਖਰੀਆਂ ਸੁਣਾ ਕੇ ਭੇਜਤੇ ਵਾਪਸ, ਆ ਗਏ ਕੰਨ ਜੀ ਝਾੜ ਕੇ ਜਿਹਨੂੰ ਕਹਿ ਲਓ, ਆ ਗਏ। ਜਿਸ ਵੇਲੇ ਨਿੰਮੋ ਝਾੜੇ ਹੋ ਜਾਂਦੇ ਆ, ਆਇਆਂ ਨੂੰ ਪੁੱਛਿਆ ਮਹੇਸ਼ੇ ਜੋਗੀ ਨੇ, ਕਹਿੰਦੇ ਕਿਵੇਂ ਫਿਰ ਬਣੀ ਗੱਲ ਆਉਂਦਾ? ਉਹ ਕਹਿੰਦੇ ਆਉਣ ਦੀਆਂ ਗੱਲਾਂ ਕਰਦਾ। ਕਹਿੰਦੇ ਹੋਰ ਕੀ ਕਿਹਾ? ਜਦੋਂ ਕਿਹਾ ਕੀ ਕਿਹਾ, ਪਹਿਲਾਂ ਤਾਂ ਸਾਰੀਆਂ ਗੱਲਾਂ ਉਹਨਾਂ ਦੱਸਦੇ ਨਰਕ ਸੁਰਗ ਵਾਲੀਆਂ, ਜਿੰਨੀ ਕੁ ਯਾਦ ਰਹੀਆਂ ਜਿੰਨੀਆਂ ਕੁ ਉਹਨਾਂ ਦੇ, ਜੋ ਤਾਂ ਗੁਰਬਾਣੀ ਦੀਆਂ ਗੱਲਾਂ ਸੁਣਾਉਂਦਾ ਵੀ ਸਾਡਾ ਸਵਰਗ ਜੀਵਨ ਬਣ ਗਿਆ, ਮਨੁੱਖ ਜਿਉਂਦੀ ਦੇਵਤਾ ਬਣ ਜਾਂਦਾ ਹੈ, ਤੇ ਤਾਹਾਂ ਵਾਲੇ ਲਾਰੇ ਆ, ਤਾਹਾਂ ਵਾਲੇ ਤਾਂ ਲੱਦ ਕਰਦਾ ਉਹ ਸੁਰਗ, ਉਹਨੇ ਕੀ ਫਸਣਾ ਆਪਣੇ ਲਾਰਿਆਂ 'ਚ। ਇਹ ਸਾਰੀਆਂ ਸੁਣਾ ਸੁਣੂ ਕੇ ਤੇ ਆਖਰ ਤੇ ਫਿਰ ਜੋਗੀ ਕਹਿੰਦਾ ਫਿਰ ਆਉਂਦਾ ਨਹੀਂ। ਫਿਰ ਉਹ ਕਹਿੰਦੇ ਵੀ ਫਿਰ ਤੁਸੀਂ ਆਉਣ ਦੀ ਗੱਲ ਕਰਦੇ ਹੋ, ਉਹਨੇ ਤਾਂ ਸਿਰੇ ਵਾਲੀ ਕਹਿਤੀ। ਜੋਗੀ ਕਹਿੰਦਾ ਕੀ ਕਹਿੰਦਾ? ਕਹਿੰਦੇ ਫਿਰ ਦੱਸ ਦਈਏ, ਉਹ ਤਾਂ ਯਾਰ ਹੀ ਹੈ, ਦੱਸਣ ਨੂੰ ਕੀ ਹੁੰਦਾ? ਕਹਿੰਦੇ ਦੱਸ ਦੇ। ਕਹਿੰਦੇ ਉਹ ਤਾਂ ਕਹਿੰਦਾ ਮਹੇਸ਼ਾ ਜੋਗੀ ਜਿਸ ਦਿਨ ਮਰ ਗਿਆ, ਮੈਂ ਤਾਂ ਮਰੇ ਹੋਏ ਦੀ ਕਾਣ ਵੀ ਡੇਰੇ 'ਚ ਨਹੀਂ ਆਉਣਾ, ਤੇ ਜਿਉਂਦੇ ਕੋਲੇ ਤਾਂ ਲੈਣੀ ਕੀ ਆਉਣਾ। ਜੋ ਤਾਂ ਜੀ ਆਏ ਕਹਿੰਦਾ ਵੀ ਇਹਦਾ ਕਾਣ ਵੀ ਨਹੀਂ ਆਉਂਦੇ ਡੇਰੇ 'ਚ ਤਾਂ। ਇਹਨਾਂ ਕਿਹਾ ਹੁਣ ਅੱਗੇ ਸੁਣਿਓ, ਜੁਰਤ ਦਾ ਅਸਰ ਪੈਂਦਾ ਹੈ। ਜੋਗੀ ਦੇ ਅੰਦਰ ਦਾ ਕੜ ਟੁੱਟ ਗਿਆ ਝੂਠ ਦਾ। ਇੱਕ ਸੁਰਤ ਦੇ ਉੱਤੇ ਬਣਿਆ ਹੁੰਦਾ ਕੜ, ਸੁਰਤ ਹਿਪਨੋਟਾਈਜ਼ ਹੋਈ ਹੁੰਦੀ ਹੈ, ਸਮਹੁੱਤ ਹੋਈ ਹੁੰਦੀ ਹੈ, ਟੁੱਟ ਗਿਆ ਉਹ ਸਮਹੁਣ। ਇਹਨਾਂ ਸੁਣਦੇ ਆ ਵੀ ਐਸਾ ਸਿੱਖ ਜਿਹੜਾ ਕਹਿੰਦਾ ਮੈਂ ਜਿਉਂਦਾ ਸਵਰਗ 'ਚ, ਜਿਹ 'ਚ ਇੰਨੀ ਜੁਰਤ ਵੀ ਕਾਣ ਵੀ ਨਹੀਂ ਆਉਂਦਾ। ਉਸੇ ਵੇਲੇ ਸੁਰਤ ਦਾ ਕੜ ਟੁੱਟ ਗਿਆ ਜੋਗੀ ਦਾ, ਤੇ ਜੋਗੀ ਕਬੂਲ ਕਰ ਗਿਆ, ਐਲਾਨ ਕਰਤਾ ਇਹ ਵੀ ਸੂਰਮਗਤੀ ਕਹਾਂਗੇ। ਉੱਥੇ ਜਿੰਨੇ ਲੋਕ ਇਕੱਠੇ, ਕਹਿੰਦੇ ਵੀ ਸੁਣ ਲਓ ਲੋਕੋ, ਕਹਿੰਦੇ ਦੱਸੋ ਜੀ। ਕਹਿੰਦੇ ਭਾਈ ਮੈਨੂੰ ਕੋਈ ਸ਼ਿਵ ਜੀ ਦਾ ਦਰਸ਼ਨ ਨਹੀਂ ਹੋਇਆ, ਕੋਈ ਮੇਰੇ ਦਰਸ਼ਨ ਕਰਕੇ ਕਿਸੇ ਨੂੰ ਗਾਹ ਤਾਹਾਂ ਸਵਰਗ ਨਹੀਂ ਮਿਲਦਾ, ਮੈਂ ਤਾਂ ਆਪ ਨਰਕ 'ਚ ਬੇਚੈਨੀ ਘਬਰਾਹਟ ਰਹਿੰਦੀ, ਨੀਂਦ ਮੈਨੂੰ ਆਉਂਦੀ ਨਹੀਂ ਰਾਤ ਨੂੰ। ਇਸ ਕਰਕੇ ਤਾਂ ਅਸੀਂ ਡੇਰਾ ਚਲਾਉਣ ਵਾਸਤੇ ਕਹਾਣੀ ਫੈਲਾਈ ਸੀ। ਮੰਨ ਗਿਆ ਤੇ ਕਹਿੰਦਾ ਮੈਂ ਚੱਲੇ। ਲੋਕ ਕਹਿੰਦੇ ਕਿੱਥੇ ਚੱਲੇ? ਕਹਿੰਦਾ ਮੈਂ ਤਾਂ ਸਿੱਖ ਕੋਲੇ ਚੱਲੇ ਪੁੱਛਣ ਵੀ ਜਿਉਂਦੇ ਨੂੰ ਸਵਰਗ ਕਿਵੇਂ ਮਿਲਦਾ। ਬੋਲੋ ਸਤਨਾਮ। ਇਤਿਹਾਸ ਹੈ ਇਹ, ਇਹਨੂੰ ਕਹਿੰਦੇ ਨੇ ਸਿੱਖ। ਕਹਿੰਦਾ ਮੈਂ ਤਾਂ ਸਿੱਖ ਕੋਲੇ ਚੱਲਿਆ, ਹਮੇਸ਼ਾ ਜੋਗੀ ਕਹਿੰਦਾ ਵੀ ਜਿਉਂਦਿਆਂ ਨੂੰ ਸਵਰਗ ਕਿਵੇਂ ਮਿਲਦਾ ਹੈ। ਮੈਂ ਤਾਂ ਨਰਕ 'ਚ, ਮੈਂ ਤਾਂ ਨਰਕ 'ਚ ਪਖੰਡ ਕਰਦਾ, ਬੇਚੈਨੀ ਰਹਿੰਦੀ, ਮੈਨੂੰ ਤਾਂ ਘਬਰਾਹਟ ਰਹਿੰਦੀ ਹੈ। ਲੋਕ ਕਹੀ ਜਾਂਦੇ ਨੇ ਅਸੀਂ ਕਹਾਣੀ ਫੈਲਾਤੀ, ਲੋਕਾਂ ਨੂੰ ਦੱਸਤਾ ਵੀ ਕਹਾਣੀ ਫੈਲਾਈ ਸੀ ਡੇਰਾ ਚਲਾਉਣ ਵਾਸਤੇ ਭਾਈ ਅਸੀਂ ਤਾਂ ਇਹ। ਤੇ ਮੈਂ ਚੱਲਿਆ ਸਿੱਖ ਕੋਲ। ਹੁਣ ਚੱਲ ਪਿਆ, ਖਿਆਲ ਕਰੋ ਹੁਣ ਮਹੇਸ਼ਾ ਜੋਗੀ ਕਿੱਥੇ ਚੱਲ ਪਿਆ? ਭਾਈ ਤਿਲਕਾ ਜੀ ਦੇ ਘਰ ਵੱਲ ਨੂੰ ਤੁਰਿਆ ਆਉਂਦਾ। ਭਾਈ ਤਿਲਕੇ ਦੇ ਘਰ ਨੂੰ ਤੁਰਿਆ ਆਉਂਦਾ ਨਾਲ ਕੁਝ ਲੋਕ ਵੀ ਤੁਰ ਪਏ ਜਿਹੜੇ ਡੇਰੇ ਤੇ ਇਕੱਠੇ ਹੋਏ ਸੀ, ਤੇ ਰੌਲਾ ਰੱਪਾ ਜਿਹਾ ਪੈਂਦਾ ਹੁੰਦਾ, ਕਹਿ ਲਓ ਹੌਲਾ ਹੌਲਾ ਜਿਹੀ ਹੁੰਦੀ ਆਉਂਦੀ ਹੈ। ਜਦੋਂ ਭਾਈ ਤਿਲਕਾ ਜੀ ਨੇ ਦੇਖ ਲਿਆ ਵੀ ਪਖੰਡੀ ਆਉਂਦਾ ਹੈ, ਮਹੇਸ਼ਾ ਜੋਗੀ, ਦਰਵਾਜ਼ੇ ਹੀ ਬੰਦ ਕਰ ਲਿਆ। ਕਹਿੰਦੇ ਲੰਘ ਜਾਂਦੇ ਪਖੰਡੀ ਨੂੰ, ਪਰੇ ਜਾਂਦਾ ਹੋ ਕਿਸੇ ਪਾਸੇ ਜਾਂਦਾ ਹੋ, ਲੰਘ ਜਾਂਦੇ ਆ। ਕਾਹਨੂੰ ਇਹ ਜਿਹੇ ਪਖੰਡੀ ਨੂੰ ਮੱਥੇ ਲਾਉਣਾ ਹੈ, ਜਿਹਦੇ ਦੁਨੀਆ ਦਰਸ਼ਨ ਕਰਦੀ ਸੀ ਜਾ ਕੇ। ਸਿੱਖ ਨੇ ਦਰਵਾਜ਼ਾ ਬੰਦ ਕਰ ਲਿਆ, ਤੇ ਜਿਸ ਵੇਲੇ ਦਰਵਾਜ਼ਾ ਬੰਦ ਕੀਤਾ, ਉਹ ਤਾਂ ਹੁਣ ਕਿੱਥੇ ਜਾਂਦਾ ਸੀ, ਜਾਣਾ ਕਿੱਥੇ? ਉਹ ਤਾਂ ਭਾਈ ਤਿਲਕਾ ਜੀ ਦੇ ਘਰ ਹੀ ਆ ਰਿਹਾ ਸੀ। ਦਰਵਾਜ਼ਾ ਖੜਕਾਇਆ, ਤੇ ਦਰਵਾਜ਼ਾ ਬੰਦ ਕਰ ਲਿਆ ਸੀ। ਦਰਵਾਜ਼ਾ ਖੜਕਾਇਆ ਜਦੋਂ, ਭਾਈ ਤਿਲਕਾ ਜੀ ਗੁਰਸਿੱਖਾ ਦਰਵਾਜ਼ਾ ਖੋਲ। ਭਾਈ ਤਿਲਕਾ ਚੁੱਪ, ਬੋਲੇ ਹੀ ਨਹੀਂ। ਦੂਜੀ ਵਾਰ ਦਰਵਾਜ਼ਾ ਖੜਕਾਇਆ, ਆਵਾਜ਼ਾਂ ਦਿੱਤੀਆਂ, ਭਾਈ ਤਿਲਕਾ ਜੀ ਦਰਵਾਜ਼ਾ ਖੋਲੋ। ਭਾਈ ਤਿਲਕਾ ਚੁੱਪ। ਫਿਰ ਦਰਵਾਜ਼ਾ ਖੜਕਾਇਆ, ਆਵਾਜ਼ ਦਿੱਤੀ, ਪਰ ਗੁਰੂ ਦਾ ਵਾਸਤਾ ਪਾਤਾ ਇਤਕੀ। ਕਹਿੰਦਾ ਭਾਈ ਤਿਲਕਾ ਜੀ ਦਰਵਾਜ਼ਾ ਖੋਲ। ਹਮੇਸ਼ਾ ਜੋਗੀ ਕਹਿੰਦਾ ਤੈਨੂੰ ਤੇਰੇ ਗੁਰੂ ਦਾ ਵਾਸਤਾ, ਮੈਂ ਪਖੰਡ ਛੱਡ ਕੇ ਆਇਆ, ਮੈਂ ਐਲਾਨ ਕਰਕੇ ਆਇਆ ਵੀ ਮੇਰੇ ਦਰਸ਼ਨ ਕਰਕੇ ਕੋਈ ਸਵਰਗ ਨਹੀਂ ਮਿਲਦਾ। ਇਹ ਤਾਂ ਅਸੀਂ ਡੇਰਾ ਚਲਾਉਣ ਵਾਸਤੇ ਕਹਾਣੀ ਬਣਾਈ ਸੀ। ਮੈਂ ਐਲਾਨ ਕਰਾਇਆ, ਮੈਂ ਪਖੰਡ ਛੱਡ ਕੇ ਆਇਆ, ਦਰਵਾਜ਼ਾ ਖੋਲ, ਦਰਵਾਜ਼ਾ ਖੋਲ।
ਤੇ ਮੈਂ ਵੀ ਤੇਰੇ ਵਰਗਾ ਸਿੱਖ ਬਣਨਾ ਹੈ, ਮੈਨੂੰ ਵੀ ਗੁਰੂ ਨਾਲ ਮੇਲ ਹੈ, ਤੇ ਮੈਨੂੰ ਵੀ ਪਤਾ ਲੱਗ ਜੇ ਜਿਉਂਦਿਆਂ ਨੂੰ ਸਵਰਗ ਕਿਵੇਂ ਮਿਲਦਾ, ਜਿਉਂਦਿਆਂ ਨੂੰ ਕਿਵੇਂ ਸਵਰਗ ਮਿਲਦਾ, ਕਿਵੇਂ ਮਹਾਨ ਜੀਵਨ ਬਣਦਾ ਹੈ। ਤੇ ਮੈਂ ਵੀ ਸਿੱਖ ਬਣਨਾ ਚਾਹੁੰਦਾ ਹੈ। ਗੁਰੂ ਦਾ ਵਾਸਤਾ ਸਿੱਖਾ ਦਰਵਾਜ਼ਾ ਖੋਲ। ਜਦੋਂ ਗੁਰੂ ਦਾ ਵਾਸਤਾ ਪਾਇਆ ਤੇ ਭਾਈ ਤਿਲਕਾ ਨੇ ਦਰਵਾਜ਼ਾ ਖੋਲਿਆ, ਖੋਲਣਾ ਹੀ ਸੀ। ਖੋਲਿਆ ਜਿਸ ਵੇਲੇ, ਉਸ ਵੇਲੇ ਜੋਗੀ ਨੇ ਹੱਥ ਜੋੜ ਕੇ ਕਿਹਾ ਵੀ ਧੰਨ ਸਿੱਖਾ, ਧੰਨ ਤੇਰੇ ਗੁਰੂ ਜਿਨ੍ਹਾਂ ਦੀ ਮਹਾਨ ਸਿੱਖਿਆ, ਤੇ ਧੰਨ ਤੂੰ ਆਪਣੇ ਗੁਰੂ ਦੀ ਸਿੱਖਿਆ ਨੂੰ ਸਮਝ ਕੇ ਕਮਾਉਣ ਵਾਲਾ, ਕਮਾਉਣ ਵਾਲਾ। ਤੇ ਚੱਲ ਮੈਨੂੰ ਵੀ ਗੁਰੂ ਕੋਲ ਲੈ ਕੇ ਚੱਲ, ਮੈਂ ਵੀ ਤੇਰੇ ਵਰਗਾ ਸਿੱਖ ਬਣਾ, ਸਿੱਧਕ ਵਾਲਾ ਪੱਕਾ। ਫਿਰ ਇਤਿਹਾਸ ਦੱਸਦਾ ਭਾਈ ਤਿਲਕਾ ਜੀ ਮਹੇਸ਼ੇ ਜੋਗੀ ਨੂੰ ਗੁਰੂ ਅਰਜਨ ਸਾਹਿਬ ਜੀ ਕੋਲ ਲੈ ਕੇ ਆਇਆ ਅੰਮ੍ਰਿਤਸਰ ਸਾਹਿਬ। ਫਿਰ ਭਾਈ ਤਿਲਕੇ ਦੇ ਨਾਲ ਚੱਲ ਕੇ ਆਇਆ ਜਿਸ ਵੇਲੇ ਮਹੇਸ਼ਾ ਜੋਗੀ, ਤੇ ਮਹੇਸ਼ਾ ਜੋਗੀ ਵੀ ਗੁਰੂ ਕਾ ਸਿੱਖ ਬਣ ਗਿਆ। ਫਿਰ ਉਹ ਜਿਹੜਾ ਡੇਰਾ ਸੀਗਾ ਉਹ ਗੁਰਮਤਿ ਦਾ ਪ੍ਰਚਾਰ ਕੇਂਦਰ ਬਣ ਗਿਆ। ਇੱਕ ਸਿੱਖ ਦੇ ਸਿਦਕ ਨੇ ਪਖੰਡਵਾਦੀ ਡੇਰਾ ਸਾਫ਼ ਕਰਤਾ, ਤੇ ਉੱਥੇ ਅੱਜ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ। ਜੇ ਤੁਸੀਂ ਉਸ ਇਲਾਕੇ 'ਚ ਕਦੇ ਵੀ ਜਾ ਸਕਦੇ ਹੋ, ਉਸ ਇਤਿਹਾਸਕ ਸਥਾਨ ਦਾ ਹੈ ਨਾਂ ਹੈ ਅੱਜ ਮਹੇਸ਼ੇ ਆਣਾ ਸਾਹਿਬ। ਉਸ ਇਤਿਹਾਸ ਸਥਾਨ ਦਾ ਨਾਮ ਵੀ ਮਹੇਸ਼ੇ ਆਣਾ ਸਾਹਿਬ ਹੈ। ਰਹੋ ਵਿਚਾਰ। ਇਹ ਸੀ ਕਹਿਣ ਦਾ ਭਾਵ ਆਪਾਂ ਨੂੰ ਪਤਾ ਲੱਗ ਗਿਆ ਵੀ ਝੂਠੀਆਂ ਕਹਾਣੀਆਂ ਕਿਵੇਂ ਫੈਲਾਈਆਂ ਜਾਂਦੀਆਂ, ਨਾਲੇ ਇਤਿਹਾਸ ਦੀ ਕਥਾ ਹੋ, ਤੇ ਝੂਠੀਆਂ ਕਹਾਣੀਆਂ ਫੈਲਾ ਕੇ ਡੇਰੇ ਕਿਵੇਂ ਚਲਾਏ ਜਾਂਦੇ, ਤੇ ਸੱਚੀ ਕਥਾ ਸੁਣਨ ਵਾਲੇ, ਸਮਝਣ ਵਾਲੇ ਕਦੇ ਵੀ ਇਹਨਾਂ ਜਾਲਾਂ ਵਿੱਚ ਫਸਦੇ ਨਹੀਂ। ਇਹ ਤੁਹਾਨੂੰ ਇੱਕ ਇਸ਼ਾਰਾ ਦਿੱਤਾ। ਰਹੋ ਵਿਚਾਰ। ਹੁਣ ਆਪਾਂ ਸ਼ਬਦ ਨੂੰ ਅੱਗੇ ਵਿਚਾਰ ਕਰੀਏ। ਇੱਥੋਂ ਤੱਕ ਆਪਾਂ ਵਿਚਾਰ ਕਰ ਲਈ। ਦੁਬਾਰਾ ਪੜ੍ਹਦੇ ਹਾਂ ਸ਼ਬਦ। ਹਰ ਰਸ ਛੋੜ ਹੋਸ਼ੈ ਰਸ ਮਾਤਾ, ਘਰ ਮਹਿ ਵਸਤ ਬਾਹਰ ਉੱਠ ਜਾਤਾ, ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ, ਰਾਰ ਕਰਤ ਝੂਠੀ ਲਗ ਗਾਥਾ। ਰਹਾਓ ਵੀ ਝੂਠੀਆਂ ਕਹਾਣੀਆਂ ਪਿੱਛੇ ਲੱਗੇ ਲੋਕ ਸੱਚੀ ਕਥਾ ਨਹੀਂ ਸੁਣ ਸਕਦੇ। ਇਹ ਵਿਆਖਿਆ ਕਰ ਲਈ ਨਾ, ਇੱਕ ਦੋ ਗੱਲਾਂ ਹੋਰ ਕਹਿੰਦੇ ਆ। ਜਿਵੇਂ ਕਿ ਬਾਣੀ ਦੀ ਸੱਚੀ ਕਥਾ ਕੀ ਕਹਿੰਦੀ ਹੈ ਵੀ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਦੂਜੀ ਸ਼ਕਤੀ ਹੈ ਨਹੀਂ, ਇੱਕੋ ਹੀ ਪਰਮੇਸ਼ਰ ਸਾਰੇ ਸਰਬ ਵਿਆਪਕ ਹੈ, ਹੋਰ ਕੋਈ ਦੂਜੀ ਸ਼ਕਤੀ ਨਹੀਂ, ਨਾ ਕੋਈ ਦੇਵੀ ਦੇਵਤਾ, ਨਾ ਕੋਈ ਬਾਬਾ ਪੀਰ, ਕੋਈ ਵੱਖਰੀ ਸ਼ਕਤੀ ਨਹੀਂ, ਨਾ ਕਿਸੇ ਕਬਰ ਵਾਲੇ ਦੀ ਵੱਖਰੀ ਸ਼ਕਤੀ ਹੈ, ਨਾ ਕਿਸੇ ਸਮਾਧ ਵਾਲੇ ਦੀ ਵੱਖਰੀ ਸ਼ਕਤੀ ਹੈ, ਨਾ ਕਿਸੇ ਡੇਰੇ ਵਾਲੇ ਦੀ ਵੱਖਰੀ ਚੀਜ਼ ਹੀ ਨਹੀਂ, ਕੋਈ ਇੱਕੋ ਹੀ ਹੈ। ਹੁਣ ਜਿਹੜੇ ਲੋਕ ਬਾਬੇ ਪੀਰਾਂ ਦੀਆਂ, ਦੇਵੀ ਦੇਵਤਿਆਂ ਦੀਆਂ ਕਹਾਣੀਆਂ ਨਾਲ ਜੁੜੇ ਹੋਏ ਹੈ, ਉਹਦਾ ਕਥਾ ਨਹੀਂ ਸੁਣਨਗੇ ਨਾ, ਤੇ ਉਹ ਕਥਾ ਕੱਟ ਗਈ। ਇੱਕ ਬਚਨੀ ਕੱਟ ਦਿੰਦਾ। ਸੱਚੀ ਕਥਾ ਕਰਨ ਲੱਗਿਆ ਮੈਂ, ਤੁਹਾਡੇ ਧਿਆਨ ਚ ਆ ਗਿਆ ਹੁਣ ਮੈਂ ਕੀ ਕਹਿਣ ਲੱਗਿਆ, ਪਤਾ ਹੋ ਤੁਹਾਨੂੰ। ਆ ਸੱਚੀ ਕਥਾ ਦਾ ਇੱਕੋ ਹੀ ਵਚਨ ਸਭ ਭੋਗ ਪਾ ਦਿੰਦਾ ਪਖੰਡ ਦਾ। ਸਾਰਵੰਗ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਆਹ ਸੱਚੀ ਕਥਾ, ਸਾਰੇ ਇੱਕੋ ਸੱਚਾ ਪਰਮੇਸ਼ਰ ਹੈ, ਦੂਜਾ ਕੋਈ ਹੈ ਹੀ ਨਹੀਂ। ਖਿਆਲ ਕਰਨਾ ਮਾਤਾ ਜੀ, ਭੈਣ ਜੀ, ਧੀਏ, ਖਿਆਲ ਕਰਨਾ। ਇੱਕ ਪੰਗਤੀ ਨੇ 33 ਕਰੋੜ ਦਾ ਤੇ ਨਾਲ ਨਾਲ ਸਾਰੇ ਬਾਬੇ ਪੀਰਾਂ ਦਾ ਭੋਗ ਪਾਤਾ। ਕਹਿੰਦੇ ਸਾਰੇ ਇੱਕੋ ਹੀ ਸੱਚਾ ਪਰਮੇਸ਼ਰ ਹੈ, ਦੂਜਾ ਕੋਈ ਹੈ ਹੀ ਨਹੀਂ। ਬੋਲੋ ਸਤਨਾਮ। ਆਹ ਇਹਨੂੰ ਕਹਿੰਦੇ ਸੱਚੀ ਕਥਾ। ਸੱਚੀ ਕਥਾ ਦੀ ਤਾਕਤ ਵੀ ਕਿੰਨੀ ਹੁੰਦੀ ਹੈ ਦੇਖਿਆ। ਇੱਕੋ ਹੀ ਵਚਨ ਸਾਰੇ ਜਾਲੀ ਖਤਮ ਕਰ ਗਿਆ। ਸਰਵੰ ਸਾਚਾ ਏਕ ਹੈ, ਦੂਜਾ ਨਹੀਂ। ਆਹ ਸੱਚੀ ਕਥਾ। ਤੇ ਝੂਠੀਆਂ ਕਹਾਣੀਆਂ ਨਾਲ ਜੁੜੇ ਕੀ ਕਹਿਣਗੇ, ਉਹ ਵੀ ਦੱਸਿਆ ਹੀ ਹੈ ਬਹੁਤ ਵਾਰੀ, ਮੈਂ ਫਿਰ ਦੱਸ ਦੇਣਾ। ਮੈਂ ਸੋਚਦਾ ਝੂਠੀਆਂ ਕਹਾਣੀਆਂ ਨਾਲ ਜੁੜੇ ਹੋਏ ਕੀ ਕਹਿਣਗੇ। ਮਾਤਾ ਜੀ, ਭੈਣ ਜੀ, ਖਿਆਲ ਕਰਨਾ। ਝੂਠੀਆਂ ਕਹਾਣੀਆਂ ਨਾਲ ਜੁੜੇ ਕੀ, ਮੰਨ ਲਓ ਭੈਣਾਂ ਇਕੱਠੀਆਂ ਹੋ ਗਈਆਂ, ਇੱਕਦਮ ਗੁਰੂ ਦਾ ਵਚਨ ਨਹੀਂ ਮਨ ਚ ਵਸਿਆ, ਝੂਠੀਆਂ ਕਹਾਣੀਆਂ ਘਰ ਕੀਤੀਆਂ ਹੋਈਆਂ ਮੰਨ ਲਓ, ਉਹ ਫਿਰ ਇਕੱਠੀਆਂ ਹੋ ਕੇ ਭੈਣਾਂ ਕੀ ਕਹਿਣਗੀਆਂ, ਨਾ ਭੈਣੇ ਸਾਰਾ ਕੁਝ ਹੀ ਹੈ। ਹੁਣ ਭੈਣੇ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ, ਨਾ ਭੈਣੇ ਚੀਜ਼ਾਂ ਸਾਰੀਆਂ, ਸਾਰਿਆਂ ਨੂੰ ਮੰਨਣਾ ਪੈਂਦਾ, ਬਾਬੇ ਤਾਂ ਐਵੇਂ ਮਾਰੀ ਜਾਂਦੇ ਆ। ਬੋਲੋ ਸਤਨਾਮ। ਇਹ ਭੈਣਾਂ ਨੇ ਕਥਾ ਕਰ ਲਈ। ਗੁਰੂ ਦੇ ਬਚਨ ਨੂੰ ਕੀ ਕਹਤਾ, ਬਾਬੇ ਤਾਂ ਐਵੇਂ ਮਾਰੀ ਜਾਂਦੇ, ਸਾਰਾ ਕੁਝ ਹੀ ਹੈਗਾ, ਚੀਜ਼ਾਂ ਸਾਰੀਆਂ ਹੀ ਹੈ, ਸਭ ਨੂੰ ਮੰਨਣਾ ਪੈਂਦਾ। ਲੈ ਇਦਾਂ ਕਹਿਣਗੀਆਂ ਨਾ। ਹਾਂ, ਝੂਠੀਆਂ ਕਹਾਣੀਆਂ ਨਾਲ ਜੁੜੇ, ਕਿਉਂ ਕਹਾਣੀਆਂ ਸੁਣੀਆਂ ਹੋਈਆਂ, ਫਲਾਨਾ ਬਾਬਾ, ਫਲਾਨਾ ਸ਼ਕਤੀ ਵਾਲਾ, ਫਲਾਨਾ ਜਾਰਾ ਪੀਰ, ਫਲਾਣੇ ਦੇਵਤੇ ਨੇ ਕਰਤਾ, ਢਿਮਕੇ ਨੇ ਕਰਤਾ, ਜੁੜੀਆਂ ਹੋਈਆਂ ਨਾ, ਝੂਠੀਆਂ ਕਹਾਣੀਆਂ। ਦੂਜੀ ਚੀਜ਼ ਹੀ ਨਹੀਂ ਕੋਈ। ਸਭ ਕਹਾਣੀਆਂ ਰੱਦ ਹੋ ਗਈਆਂ ਨਾ ਇੱਕੋ ਵਚਨ ਨਾਲ। ਪਹਿਲਾ ਇੱਕ ਭੋਪ ਆ ਗਿਆ ਸਭ ਦਾ, ਪਹਿਲਾਂ ਹੀ ਬਣਦਾ ਇੱਕ, ਬਾਕੀ ਤਾਂ ਅੱਗੇ ਚੱਲੂਗਾ ਇੱਕ ਬਸ।
ਇੱਕ ਓੰਕਾਰ ਦਾ ਅੱਗੇ ਆ ਨਾ ਇੱਕ ਦੱਸ ਇੱਕ ਨਹੀਂ ਸਮਝ ਆਇਆ ਕੋਤਰੀਆਂ ਕਰਦੀਆਂ ਹਾਂ ਬੜੇ ਪਾਠਾਂ ਦੇ ਭੋਗ ਪਾਏ ਬੜੇ ਸਪੀਕਰ ਸਤਾਏ ਆ ਜਾਓ ਭਾਈ ਭੋਗ ਪੈਂਦਾ ਆ ਜਾਓ ਭਾਈ ਭੋਗ ਪੈਂਦਾ ਲੈ ਪਹਿਲਾਂ ਇੱਕ ਨਹੀਂ ਸਮਝ ਆਇਆ ਭੋਗ ਤਾਂ ਕਈ ਪਾਤੇ ਬੋਲੋ ਸਤਿਨਾਮ ਇੱਕ ਬਸ ਇੱਕ ਦੀ ਅੱਗੇ ਵਿਆਖਿਆ ਤਾਂ ਜਿੰਨੀ ਮਰਜ਼ੀ ਪੜ੍ਹੀ ਚੱਲੋ ਅੱਗੇ ਤਾਂ ਵਿਆਖਿਆ ਨਾ ਵੀ ਸਮਝ ਜੇ ਇੱਕ ਜਿਵੇਂ ਦੇਖੋ ਇੱਕ ਦੀ ਗੱਲ ਉਹ ਵਿਆਖਿਆ ਹੋ ਗਈ ਇੱਕ ਕਹਤਾ ਨਾ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਣਕੇ ਵਿਸਥਾਰ ਏਕ ਤੇ ਭਈ ਏਕ ਆਰਾਧ ਪ੍ਰਾਸਤ ਗਏ ਮਨ ਤਨ ਅੰਤਰ ਏਕ ਪ੍ਰਭ ਦਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਗਿਣ ਕੇ ਦਿਖਾਓ ਵੀ ਇੱਕ ਕਿੰਨੇ ਵਾਰੀ ਕਹਤਾ ਇੱਕ ਪਦੇ ਚ ਇੱਕ ਚੱਲਦਾ ਨਾ ਫਿਰ ਇੰਨੀ ਸਰਲ ਮਿੱਠੀ ਪਿਆਰੀ ਬਾਣੀ ਸਮਝ ਕਿਉਂ ਨਾ ਆਈ ਇੱਕ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਹੀਂ ਰਸ ਪੜ ਲੋ ਸੁਖਨ ਸਾਹਿਬ ਪੜ ਲੋ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਦੂਜੇ ਤੇ ਕਾਟਾ ਕਹਾਣੀਆਂ ਰੱਦ ਸਾਰੀਆਂ ਕਿ ਕਹਾਣੀਆਂ ਕਿੱਥੋਂ ਆ ਗਈਆਂ ਦੂਜਾ ਹੈ ਨਹੀਂ ਕੋਈ ਲੁੱਟਰੋਂ ਇਹਨਾਂ ਨੇ ਕਹਾਣੀਆਂ ਬਣਾਈਆਂ ਡੇਰਾ ਚਲਾਉਣ ਵਾਸਤੇ ਕਬਰ ਕਾਮਯਾਬ ਕਰਨ ਵਾਸਤੇ ਸਮਾਧ ਨਾਲ ਕਹਾਣੀ ਜੋੜਤੀ ਕਬਰ ਨਾਲ ਕਹਾਣੀ ਜੋੜਤੀ ਪੀਰ ਦੀ ਕਹਾਣੀ ਜੋੜਤੀ ਕਹਾਣੀਆਂ ਝੂਠੀਆਂ ਸੱਚੀਆਂ ਤਾਂ ਕੋਈ ਨਹੀਂ ਝੂਠੀਆਂ ਕਹਾਣੀਆਂ ਨਾਲ ਲੱਗੇ ਲੋਕ ਸੱਚੀ ਕਥਾ ਨਹੀਂ ਸੁਣਦੇ ਆਹੀ ਗੱਲ ਚੱਲੀ ਅੱਜ ਸਭ ਕਹਾਣੀਆਂ ਸੋ ਇਦਾਂ ਪਤਾ ਨਹੀਂ ਕਿੰਨੀਆਂ ਕਹਾਣੀਆਂ ਹੁੰਦੀਆਂ ਹੁਣ ਸਾਰਾ ਨਹੀਂ ਦੇਖੋ ਵਿਆਖਿਆ ਹੋ ਸਕਦੀ ਇਸ਼ਾਰਾ ਮਾਤਰ ਹੋਰ ਦੇ ਦਿੰਦੇ ਵੀ ਜਿਵੇਂ ਕਹਾਣੀ ਫਲਾਤੀ ਵੀ ਕਾਲਯੁਗ ਜੀ ਕਹਾਣੀ ਬਣਾਤੀ ਵੀ ਗੁਰੂ ਬਾਬਾ ਜੀ ਕੋਲੇ ਕਾਲਯੁਗ ਆ ਗਿਆ ਜੀ ਉਹਦੀਆਂ ਵੱਡੀਆਂ ਵੱਡੀਆਂ ਅੱਖਾਂ ਉਹਦੀ ਜੀਭ ਬਾਹਰ ਨਿਕਲੀ ਹੋਈ ਫਿਰ ਉਹਦੇ ਦੰਦ ਬਾਹਰ ਨਿਕਲੇ ਹੋਏ ਜੋ ਕਿਤੇ ਸਿੰਘ ਕਹਿ ਦਿੱਤਾ ਸਿੰਘ ਉਹਦੇ ਚੌੜੀਆਂ ਨਾਸਾਂ ਉਹਦੀਆਂ ਵੱਡੀਆਂ ਪਹਾੜਾਂ ਜਿਹੜੀਆਂ ਨਾਸਾਂ ਇਦਾਂ ਬਣਾਤਾ ਨਾ ਨਕਸ਼ਾ ਇਦਾਂ ਕਿਤੇ ਕੁਛ ਨਹੀਂ ਕਲਯੁਗ ਨਾਂ ਦੀ ਚੀਜ਼ ਹੀ ਨਹੀਂ ਕਿਤੇ ਬਾਹਰ ਦੀ ਗੱਲ ਕਰਦਾ ਮੈਂ ਕਹਾਣੀਆਂ ਬਣਾਤੀਆਂ ਕਲਯੁਗ ਨਾਲ ਸਾਡੇ ਇਤਿਹਾਸਾਂ ਦੇ ਵਿੱਚ ਵੀ ਇਦਾਂ ਦੀ ਗੱਪਾਂ ਕਹਾਣੀਆਂ ਲਿਖਤੀਆਂ ਕਿ ਗੁਰੂ ਨਾਨਕ ਸਾਹਿਬ ਕੋਲੇ ਕਲਯੁਗ ਆ ਗਿਆ ਬਣਾਤੀ ਨਾ ਉਹਦਾ ਕਲਯੁਗ ਦਾ ਨਕਸ਼ਾ ਬਣਾਤਾ ਇਹ ਕਹਾਣੀ ਬਣਾਤੀ ਨਾ ਇਹ ਕਹਾਣੀ ਹੈ ਤੇ ਜਾਂ ਫਿਰ ਕਈ ਥਾਵਾਂ ਦੇ ਉੱਤੇ ਕਮਜ਼ੋਰੀ ਹੁੰਦੀ ਹੈ ਨਿੱਜੀ ਆਪਣੀ ਉਹ ਕਮਜ਼ੋਰੀ ਨੂੰ ਕਲਯੁਗ ਦੇ ਨਾਲ ਲਾਤਾ ਸੌਖੀ ਉਦਾਹਰਨ ਦੇ ਦਿਆਂ ਵੀ ਮੰਨ ਲਓ ਸੰਗਤਾਂ ਦੇ ਜੁੱਤੇ ਆਪਾਂ ਠੀਕ ਢੰਗ ਨਾਲ ਨਾ ਸੰਭਾਲ ਸਕੇ ਮੈਂ ਜੇ ਕਿਹਾ ਉਦਾਹਰਨ ਹੈ ਤਾਂ ਸੇਵਾਦਾਰ ਸੇਵਾ ਕਰਦੇ ਆ ਵੀ ਜੇ ਕੋਈ ਜੁੱਤਾ ਪਾ ਕੇ ਲੈ ਗਿਆ ਉਹ ਜਿਹਦਾ ਜੁੱਤਾ ਪਾ ਕੇ ਲੈ ਗਿਆ ਉਹਨੇ ਕਿਹਾ ਪ੍ਰਬੰਧਕਾਂ ਨੂੰ ਵੀ ਮੇਰਾ ਜੁੱਤਾ ਲੈ ਗਿਆ ਪਾ ਕੇ ਕੋਈ ਹੁਣ ਪ੍ਰਬੰਧਕਾਂ ਨੇ ਜੇ ਤਾਂ ਸੁਹਿਰਦਤਾ ਹੋਵੇ ਤਾਂ ਕੀ ਕਹਿਣਾ ਸੀ ਵੀ ਸੌਰੀ ਅਫਸੋਸ ਅਸੀਂ ਵੀ ਸੰਭਾਲ ਨਹੀਂ ਕਰ ਸਕੇ ਠੀਕ ਢੰਗ ਨਾਲ ਚਲੋ ਜੇ ਤੁਸੀਂ ਨਹੀਂ ਦੁਬਾਰਾ ਬਣਾ ਸਕਦੇ ਕੋਈ ਗੱਲ ਨਹੀਂ ਤੁਹਾਨੂੰ ਫੰਡ ਚੋਂ ਲੈ ਕੇ ਦੇ ਦਿਆਂਗੇ ਹੈਗਾ ਫੰਡ ਆਪਣੇ ਕੋਲ ਉਹ ਕਹਿੰਦਾ ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਠੀਕ ਹੈ ਮੈਂ ਤਾਂ ਆਮ ਦੱਸਿਆ ਤੁਹਾਨੂੰ ਇਹ ਤਾਂ ਸੱਚੀ ਗੱਲ ਹੋ ਗਈ ਮੈਂ ਪਰ ਚੱਲਦਾ ਕੀ ਹੈ ਪ੍ਰਬੰਧਕਾਂ ਨੂੰ ਦੱਸਿਆ ਵੀ ਜੁੱਤਾਂ ਲੈ ਗਿਆ ਜੁੱਤਾਂ ਕਹਿੰਦੇ ਹੁਣ ਜੀ ਕਲਯੁਗ ਆਇਆ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਤਾਂ ਸੀ ਜੇ ਕਲਯੁਗ ਨੇ ਕਿਹਾ ਵੀ ਅੰਦਰ ਆ ਜਾ ਕਰ ਕਹਿੰਦੇ ਉਹਨਾਂ ਨੇ ਕਹਿਤਾ ਸੀ ਅੰਦਰ ਨਹੀਂ ਆਉਣਾ ਕਹਿੰਦੇ ਜੁੱਤਿਆਂ 'ਚ ਹਾਜ਼ਰੀ ਲਵਾ ਲਿਆ ਕਰ ਜੁੱਤੇ ਕੋਈ ਪਾ ਕੇ ਲੈ ਗਿਆ ਕਮਜ਼ੋਰੀ ਆਪਣੀ ਕਹਿੰਦੇ ਕਲਯੁਗ ਹਾਜ਼ਰੀ ਲਵਾ ਗਿਆ ਬੋਲ ਸਤਿਨਾਮ ਹਾਂਜੀ ਜੁੱਤਾ ਕਲਯੁਗ ਦੇ ਨਾਲ ਆਤਾ ਇਹ ਕਲਯੁਗ ਲੈ ਗਿਆ ਭਾਈ ਠੀਕ ਹੈ ਕਮਜ਼ੋਰੀ ਮਨੁੱਖ ਦੀ ਕਲਯੁਗ ਲੈ ਗਿਆ ਕਹਿੰਦੇ ਨਾਲ ਹੀ ਦੇਖੋ ਗੁਰੂ ਸਾਹਿਬ ਦੇ ਨਾਲ ਗੱਲ ਜੋੜਤੀ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਸੀ ਕਹਿੰਦੇ ਗਾਹਾਂ ਨਹੀਂ ਆਉਣਾ ਕਹਿੰਦੇ ਜੋੜਾਂ 'ਚ ਹਾਜ਼ਰੀ ਲਵਾ ਲਿਆ ਕਰ ਕੋਲੋਂ ਹੀ ਗੱਲ ਬਣਾਤੀ ਨਾ ਕਹਾਣੀ ਗੁਰੂ ਦੇ ਮੂੰਹ 'ਚ ਪਾਤੀ ਝੂਠੀ ਗੱਲ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਇਹਦੀ ਪ੍ਰਸ਼ਾਦ ਵੇਲੇ ਚੱਲਦੀ ਹੈ ਗੱਲ ਨਾ ਗੱਪ ਇੱਕ ਸਮਝ ਗਏ ਹੋਣੀ ਜਦੋਂ ਪ੍ਰਸ਼ਾਦ ਵਰਤਾਉਂਦੇ ਹੁਣ ਤਾਂ ਸੰਗਤ ਸਿਆਣੀ ਹੋ ਗਈ ਅੱਗੇ ਰੌਲਾ ਨਹੀਂ ਪਾ ਲੈਂਦੇ ਸੀ ਮੈਨੂੰ ਨਹੀਂ ਬਾਬਾ ਮੈਨੂੰ ਨਹੀਂ ਮੂੰਹ ਤੱਕ ਲਾਏ ਹੱਥ ਮੂੰਹ ਨੂੰ ਲਾਉਣ ਨੂੰ ਇਹਦਾ ਕਰਦੇ ਨਾ ਕਈ ਰੌਲਾ ਪਾ ਲੈਂਦੇ ਬੱਚੇ ਜਾਂ ਹੋਰ ਜੇ ਕੋਈ ਕਹਿੰਦਾ ਵੀ ਇਹਦਾ ਰੌਲਾ ਕਾਹਤੇ ਪੈਂਦਾ ਪ੍ਰਸ਼ਾਦ ਵਰਤਾਉਣ ਵੇਲੇ ਦੂਜਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਕਲਯੁਗ ਹਾਜ਼ਰੀ ਲਵਾਉਂਦਾ ਇਹ ਕਿਵੇਂ ਕਹਿੰਦੇ
ਕਲਯੁਗ ਨੇ ਕਿਹਾ ਸੀ ਬੇਨਤੀ ਕਰਕੇ ਵੀ ਜੀ ਮੈਨੂੰ ਵੀ ਆਪਦੇ ਦਰਬਾਰ 'ਚ ਹਾਜ਼ਰੀ ਲਵਾ ਲਿਆ ਕਰਨ ਦਿਓ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਸੀ ਪਹਿਲਾਂ ਨਹੀਂ ਆਉਣਾ, ਕਹਿੰਦੇ ਜਦੋਂ ਪ੍ਰਸ਼ਾਦ ਵਰਤਦਾ ਕਹਿੰਦੇ ਉਦੋਂ ਆ ਜਾ ਕਰੀ। ਲੈ ਲਓ ਐਵੇਂ ਹੀ ਜੋੜਤੀ ਗੱਲ, ਐਵੇਂ ਨਾਲ ਕਹਾਣੀ ਬਣਾ ਕੇ ਜੋੜ ਦੂੰਗੀ। ਇਦਾਂ ਦੀਆਂ ਕਹਾਣੀਆਂ ਚੱਲਦੀਆਂ ਨੇ ਨਾ, ਗੁਰੂ ਦੇ ਮੂੰਹ ਦੇ ਵਿੱਚ ਝੂਠੀ ਗੱਲਾਂ ਹੀ ਪਾਈ ਜਾਂਦੇ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਸੀ ਕਹਿੰਦੇ ਪ੍ਰਸ਼ਾਦ ਵਰਤਾਉਣ ਵੇਲੇ ਆ ਜਾ ਕਰ, ਕਹਿੰਦੇ ਪ੍ਰਸ਼ਾਦ ਵਰਤਾਉਣ ਵੇਲੇ ਰੌਲਾ ਤਾਂ ਪੈਂਦਾ ਹੈ ਕਹਿੰਦੇ ਕਲਯੁਗ ਹਾਜ਼ਰੀ ਲਾਉਣਾ ਹੈ। ਲੈ ਦੇਖੋ ਕਹਾਣੀਆਂ ਦੇਖ ਲਓ, ਕਮਾਲ ਹੋ ਗਈ। ਸੋ ਏਦਾਂ ਦੀਆਂ ਬਹੁਤ ਗੱਲਾਂ ਨੇ। ਸੋ ਇਹ ਕਹਾਣੀਆਂ ਬਹੁਤ ਨੇ ਕਲਯੁਗ ਦੀਆਂ। ਕਲਯੁਗ ਆ ਗਿਆ ਜੀ, ਕਲਯੁਗ ਆ ਗਿਆ। ਤੇ ਹੁਣ ਸੱਚੀ ਕਥਾ ਸੁਣੋ, ਕਹਾਣੀਆਂ ਰੱਬ ਸੱਚੀ ਕਥਾ ਇਹ ਕਹਿੰਦੀ। ਹੁਣ ਕਿਹਾ ਜਾਂਦਾ ਨਾ ਕਹਾਣੀ ਵੀ ਗੁਰੂ ਨਾਨਕ ਸਾਹਿਬ ਕੋਲ ਕਲਯੁਗ ਆ ਗਿਆ ਸੀ, ਕਿਹਾ ਜਾਂਦਾ ਨਾ। ਪਰ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਦੁਨੀਆ ਕਹਿੰਦੀ ਕਲਯੁਗ ਆ, ਕਲਯੁਗ ਆ ਗਿਆ। ਕਹਿੰਦੇ ਅਸੀਂ ਤਾਂ ਸੁਣਿਆ ਨਹੀਂ ਵੀ ਕਲਯੁਗ ਕਿੱਥੇ ਆ ਗਿਆ। ਹੁਣ ਦੱਸੋ ਕਹਾਣੀਆਂ ਮੰਨੋਗੇ ਗੁਰੂ ਦਾ ਵਚਨ ਮੰਨੋਗੇ? ਆ ਸੁਣੋ ਵਚਨ ਗੁਰੂ ਜੀ ਕੀ ਕਹਿੰਦੇ ਨੇ ਕਿ ਤੈਂ ਦੇਸ ਨਾ ਆਇਆ ਸੁਣੀਏ। ਆਪਣੇ ਗੁਰੂ ਬਾਬਾ ਜੀ ਕਹਿੰਦੇ ਅਸੀਂ ਸੁਣੀ ਨਹੀਂ ਵੀ ਕਿਹੜੇ ਦੇਸ਼ ਵਿੱਚ ਕਲਯੁਗ ਆ ਗਿਆ। ਨਿਬੜ ਗਈ ਨਾ ਗੱਲ ਸੱਚੀ ਕਥਾ ਕਿ ਤੈਂ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ। ਕਹਿੰਦੇ ਨਾ ਕਲਯੁਗ ਕਿਸੇ ਤੀਰਥ ਤੇ ਬੈਠਾ, ਉਹ ਵੀ ਉੱਥੇ ਪਾਂਡੇ ਲੁੱਟ ਕੇ ਖਾਂਦੇ ਨੇ, ਉਹ ਕਹੀ ਜਾਂਦੇ ਕਲਯੁਗ ਹੈ, ਕਲਯੁਗ ਹੈ, ਕਲਯੁਗ ਹੈ। ਕਲਯੁਗ ਦੇ ਨਾਲ ਆਈ ਜਾਂਦੇ, ਲੁੱਟਦੇ ਆਪ ਨੇ। ਕਿਤੇ ਤੀਰਥ ਤੇ ਕਿਤੇ ਕਲਯੁਗ ਨਹੀਂ ਬੈਠਾ ਆਇਆ, ਕਿਤੇ ਦੇਸ਼ ਵਿੱਚ ਨਹੀਂ ਆਇਆ ਸੁਣਿਆ। ਫਿਰ ਸੁਣੋ ਕਿ ਤੈਂ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ। ਦਾਤਾ ਦਾਨ ਕਰੇ ਤਹ ਨਾਹੀ। ਕਹਿੰਦੇ ਨਾ ਹੀ ਕਿਤੇ ਬੈਠੇ ਨੂੰ ਕੋਈ ਦਾਨੀ ਕਹਿੰਦੇ ਦਾਨ ਕਰਦਾ ਸੁਣੇ, ਵੀ ਕੋਈ ਦਾਨੀ ਕਲਯੁਗ ਨੂੰ ਦਾਨ ਦਿੰਦਾ ਹੋਵੇ ਵੀ ਚੱਕ ਭਾਈ ਦਾਨ ਦਸ਼ਨਾ ਤੇ ਮੈਨੂੰ ਨਾ ਕੁਛ ਨਹੀਂ। ਦਾਤਾ ਦਾਨ ਕਰੈ ਤਹ ਨਾ ਮਹਿਲ ਉਸਾਰ ਨਾ ਬੈਠਾ। ਕਹਿੰਦੇ ਨਾ ਹੀ ਕਲਯੁਗ ਤੇ ਕੋਠੀ ਪਾ ਕੇ ਬੈਠਾ, ਨਾ ਹੀ ਕਲਯੁਗ ਤੇ ਕੋਠੀ ਪਾ ਕੇ ਬੈਠਾ, ਮਹਿਲ ਉਸਾਰ ਨਾ ਬੈਠਾ। ਫਿਰ ਕਿੱਥੇ ਆ ਗਿਆ ਕਲਯੁਗ? ਸਾਰਾ ਸ਼ਬਦ ਪੜ੍ਹਨੇ ਘਰ ਜਾ ਕੇ ਪੜ੍ਹ ਲਓ, ਸ਼ੁਰੂ ਇੱਥੋਂ ਹੁੰਦਾ। ਸੋਈ ਚੰਦ ਚੜੇ ਸੇ ਤਾਰੇ, ਵੀ ਉਹੀ ਚੰਦਰਮਾ ਉਹੀ ਤਾਰ ਹਰ ਕੁਛ ਹੋਈ। ਸੋਈ ਚੰਦ ਚੜਾ ਸੇ ਤਾਰੇ ਸੋਈ ਦਿਨੀਅਰ ਤਪ, ਉਹੀ ਸੂਰਜ ਤਪਦਾ ਦਿਨੇ ਸੋਈ ਦਿਨ ਤਪਤ ਰਹੇ। ਸਾਹ ਪਾਣੀ ਸੋ ਪੌਣ ਝੁਲਾਰੇ, ਵੀ ਪਾਣੀ ਵੀ ਉਹੀ ਹਵਾ ਵੀ ਉਹੀ ਝੁਲਦੀ ਹੈ। ਸਾਹ ਪਾਣੀ ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਮ ਕੈਸੇ। ਕਹਿੰਦੇ ਕਿਹੜਾ ਥਾਂ ਕਿੱਥੇ, ਕਿਹੜਾ ਜੁਗ ਕਿੱਥੇ ਖੇਡਦਾ ਕਲਯੁਗ। ਅਸਲ 'ਚ ਕੀ ਹੈ ਕਹਿੰਦੇ ਜੀਵਨ ਤਲਬ ਨਿਵਾਰ। ਆਪਣੇ ਜੀਵਨ ਦੇ ਵਿੱਚੋਂ ਦੂਜੇ ਦਾ ਹੱਕ ਕਰਨ ਦੀ ਜਿਹੜੀ ਤੈਨੂੰ ਤਲਬ ਲੱਗੀ ਰਹਿੰਦੀ, ਅੱਗ ਜੀ ਲੱਗੀ ਰਹਿੰਦੀ, ਦੂਰ ਕਰਦੇ। ਭਾਵ ਕਿ ਦੂਜੇ ਦਾ ਹੱਕ ਖਾਣ ਦੀ ਅੱਗ ਲੱਗਣੀ ਹੀ ਕਲਯੁਗ ਹੈ। ਬੋਲੋ ਸਤਨਾਮ। ਬਾਹਰ ਕਿੱਥੇ ਕਲਯੁਗ ਹੈ? ਤੇਰੇ ਅੰਦਰ ਦੀ ਕਮਜ਼ੋਰੀ ਹੈ। ਜੀਵਨ ਤਲਬ ਨਿਵਾਰ ਹੋਵੇ ਪ੍ਰਵਾਣਾ ਕਰੇ ਤਿੰਘਾਣਾ ਕਲ ਲਖਣ। ਵਿਜਾ ਕਲਯੁਗ ਕੀ ਹੁੰਦਾ? ਜਦੋਂ ਧੱਕਾ ਕਰਨ ਵਾਲੇ ਨੂੰ ਆਗੂ ਪ੍ਰਵਾਨ ਕਰ ਲਿਆ ਜਾਵੇ, ਜੋ ਧੱਕਾ ਕਰਨ ਵਾਲੇ ਨੂੰ ਆਗੂ ਪ੍ਰਵਾਨ ਕਰ ਲਿਆ ਜਾਵੇ। ਅੱਜ ਆਪਾਂ ਦੇਖਦੇ ਹਾਂ ਵਿਧਾਨ ਸਭਾਵਾਂ 'ਚ ਜਾਂ ਪਾਰਲੀਮੈਂਟ 'ਚ ਇਹੋ ਜਿਹੇ ਲੋਕ ਲੀਡਰ ਮੰਤਰੀ MLA MP ਬਣੇ ਬੈਠੇ ਹੈ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲਿਆਂ 'ਚ ਕੇਸ ਵੀ ਚੱਲਦੇ ਹੈ। ਜਿਸ ਵੇਲੇ ਅਪਰਾਧੀ ਲੋਕਾਂ ਨੂੰ ਆਗੂ ਮੰਨ ਲਿਆ ਜਾਵੇ ਕਲਯੁਗ ਹੈ। ਬੋਲੋ ਸਤਨਾਮ। ਆਹ ਸੱਚੀ ਕਥਾ ਹੁਣੇ ਫਿੱਟ ਨਹੀਂ ਆਉਣੀ ਨਾ ਲੀਡਰਾਂ ਦੇ ਫਿੱਟ ਆਉਣੀ ਹੈ। ਜਿਸ ਵੇਲੇ ਅੰਨੇ ਲੋਕ ਅਪਰਾਧੀ ਲੋਕਾਂ ਨੂੰ ਵੀ ਆਗੂ ਮੰਨ ਲੈਣ, ਜਿਤਾ ਦੇਣ, ਕੋਈ ਵੀ ਭਾਵੇਂ ਕਿਤੇ ਵੀ ਬਾਣੀ ਦੀ ਸੱਚੀ ਕਥਾ ਹੈ। ਕਹਿੰਦੇ ਉਹਨੂੰ ਕੀ ਕਹਿੰਦੇ ਨੇ? ਕਲਯੁਗ। ਵੀ ਜਿਸ ਵੇਲੇ ਨਿਘਾਰ ਆ ਜਾਵੇ ਮਨੁੱਖਤਾ ਦੇ ਵਿੱਚ, ਫਿਰ ਕਲਯੁਗ ਕਿਤੇ ਬਾਹਰ ਨਹੀਂ ਕਿਤੇ ਹੁੰਦਾ। ਬੰਦੇ ਦੇ ਅੰਦਰ ਦੀ ਅਵਸਥਾ ਕਲਯੁਗ ਹੈ। ਲਾਲਚੀ ਵਿਅਕਤੀ ਕਲਯੁਗ ਹੈ। ਧੱਕਾ ਕਰਨ ਵਾਲੇ ਨੂੰ ਆਗੂ ਕਬੂਲ ਕਰ ਲੈਣਾ ਕਲਯੁਗ ਹੈ। ਇੱਕ ਕਲਯੁਗ ਦਾ ਹੋਰ ਨਕਸ਼ਾ ਦਿੱਤਾ ਵੀ ਸੁਣ ਲਓ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਆ ਸੱਚੀ ਕਥਾ ਚੱਲ ਰਹੀ ਹੈ। ਇਸ ਕਲਯੁਗ ਮੈਂ ਕਰਮ ਤਾਂ ਇਸ ਕਲਯੁਗ ਮੈਂ ਦਾ ਭਾਵ ਇਸ ਅੰਦਰ ਦੀ ਨਿੱਘਰੀ ਹਾਲਤ ਵਿੱਚ ਧਰਮ ਦਾ ਕੰਮ ਕੋਈ ਨਹੀਂ ਹੁੰਦਾ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਕਲਯੁਗ ਦਾ ਜਨਮ ਕਿੱਥੇ ਹੁੰਦਾ? ਬਕਾਰੀ ਮਨੁੱਖ ਦੇ ਅੰਦਰ। ਕਲੀ ਕਾ ਜਨਮ ਇੱਥੇ ਕਹਿੰਦੇ ਬਾਹਰ ਕਲਯੁਗ ਹੈ। ਕਲੀ ਕਾ ਜਨਮ ਕਿੱਥੇ ਜੀ? ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਚੰਡਾਲ ਬਕਾਰੀ ਮਨੁੱਖ, ਪੁੱਠੇ ਕੰਮ ਕਰਨ ਵਾਲੇ ਦੇ ਅੰਦਰ ਦੀ ਨਿੱਘਰੀ ਅਵਸਥਾ ਨੂੰ ਕੀ ਕਹਿੰਦੇ ਨੇ? ਕਲਯੁਗ। ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੁਰੂ ਬਾਬਾ ਜੀ ਕਹਿੰਦੇ ਨਾਮ ਭਾਵ ਸੱਚੇ ਗਿਆਨ ਤੋਂ ਬਿਨਾ ਕੋਈ ਵੀ ਇਸ ਅੰਦਰ ਦੀ ਨਿੱਘਰੀ ਹਾਲਤ ਵਿੱਚੋਂ ਮੁਕਤ ਨਹੀਂ ਹੋ ਸਕਦਾ। ਗੁਰੂ ਦਾ ਗਿਆਨ ਇਸ ਅੰਦਰ ਦੀ ਨਿੱਘਰੀ ਹਾਲਤ ਭਾਵ ਕਲਯੁਗ ਦੇ ਵਿੱਚੋਂ ਕੱਢਦਾ ਹੈ।
ਨਹੀਂ ਤਾਂ ਇਸ ਅੰਦਰ ਦੀ ਨਿਗਰੀ ਹਾਲਤ ਦੇ ਵਿੱਚ ਇੱਥੋਂ ਤੱਕ ਨਿਗਰ ਗਿਆ ਮਨੁੱਖ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾਂ ਦਾ ਸਿਕਦਾਰ, ਮਨੁੱਖ ਨੂੰ ਵਹਿ। ਹੁਣ ਸੱਚੀ ਕਥਾ ਚੋਟ ਕਰਦੀ ਹੈ ਨਾ, ਕਹਿੰਦੇ ਨਹੀਂ ਵੀ ਹੋਰ ਹੁੰਦਾ। ਹੋਰ ਕੌਣ? ਤੂੰ ਹੈ। ਗੁਰੂ ਕਹਿੰਦੇ ਤੂੰ ਹੈ, ਤੇਰੇ ਅੰਦਰ ਜੰਮਿਆ ਕਲਯੁਗ, ਤੇ ਕਲਯੁਗ ਤੇਰੇ ਅੰਦਰ ਪੈਦਾ ਹੋ ਗਿਆ, ਤੂੰ ਜਿੰਨ ਬਣ ਗਿਆ। ਕਲੀ ਅੰਦਰ ਨਾਨਕਾ ਜਿਹੜਾ ਕਲਯੁਗ ਵਿੱਚ ਜਿਉਂ ਰਿਹਾ ਅੰਦਰ ਦੀ ਨਿਗਰੀ ਹਾਲਤ ਵਿੱਚ, ਕਹਿੰਦੇ ਜਿੰਨੀ ਹੈ, ਜਿੰਨ ਦਾ ਅਵਤਾਰ ਹੈ ਬੰਦਾ ਨਹੀਂ ਦੈਂਤ ਹੈ। ਇਹ ਹੈ ਬਾਣੀ ਦੀ ਕਥਾ। ਇਸ ਕਰਕੇ ਹੁਣ ਬਾਣੀ ਦੀ ਕਥਾ ਸਮਝ ਆ ਗਈ ਤੇ ਕਲਯੁਗ ਦੀਆਂ ਕਹਾਣੀਆਂ ਰੱਦ, ਬਾਣੀ ਸਮਝ ਆ ਗਈ, ਦੇਵੀ ਦੇਵਤੇ ਬਾਬੇ ਪੀਰਾਂ ਦੀਆਂ ਕਹਾਣੀਆਂ ਰੱਦ। ਆਹ ਚੀਜ਼ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਜਿਹੜੀ ਸੱਚੀ ਕਥਾ ਹੈ, ਕਹਿੰਦੇ ਸੁਣੀ ਨਹੀਂ ਜਾਂਦੀ ਬਹੁਤੇ ਲੋਕਾਂ ਤੋਂ, ਕਿਉਂਕਿ ਝੂਠੀਆਂ ਕਹਾਣੀਆਂ ਨਾਲ ਜੁੜੇ ਲੋਕ ਝਗੜਾ ਪਾ ਬੈਂਦੇ ਹੈ। ਚਲੋ ਜੀ, ਇੰਨੀ ਵਿਆਖਿਆ ਕਾਫੀ ਹੋ ਗਈ। ਅੱਗੇ ਸ਼ਬਦ ਵਿਚਾਰ ਕੇ ਹੁਣ ਆਪਾਂ, ਇਹ ਰਹਾਉ ਦੀ ਪੰਕਤੀ ਸੀ। ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ, ਰਾਰ ਕਰਤ ਝੂਠੀ ਲਗ ਗਾਥਾ। ਰਹਾਉ ਅਗਲੀ ਪੰਕਤੀ, ਵਜਹੋ ਸਾਹਿਬ ਕਾ ਸੇਵ ਵਿਰਾਨੀ, ਐਸੇ ਗੁਨਾਹ ਅਸ਼ਾਦਿਓ ਪ੍ਰਾਨੀ। ਵਜਹੋ ਸਾਹਿਬ ਕਾ, ਵਜਹੋ ਦਾ ਅਰਥ ਕੀ ਹੁੰਦਾ? ਰੋਜ਼ੀਨਾ। ਰੋਜ਼ੀਨਾ ਦਾ ਸੌਖਾ ਅਰਥ ਹੀ ਕਰਦੇ ਮਾਂ ਵੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜੋ ਵੀ ਵਰਤਦੇ ਹਾਂ ਸਭ ਕੁਝ ਮਾਲਕ ਪਰਮੇਸ਼ਰ ਦੀ ਦਾਤ ਹੈ। ਜੋ ਕੁਝ ਵੀ ਹੈ ਸਭ ਪਰਮੇਸ਼ਰ ਦੀ ਦਾਤ ਹੈ। ਬਸ ਜੋ ਕੁਝ ਵੀ ਹੈ ਸਭ ਕੁਝ ਤੇਰੇ ਹੀ ਹੈ। ਤੂੰ ਠਾਕਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਦਾਸ। ਤੂੰ ਮਾਤ ਪਿਤਾ ਹਮ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ। ਹੁਣ ਵਜਹੋ ਸਾਹਿਬ ਕਾ, ਵੀ ਜੋ ਕੁਝ ਵੀ ਬਖਸ਼ਿਸ਼ ਹੈ ਰੋਜ਼ੀਨਾ ਰੋਜ਼ਮਰਾ ਦੀ ਜ਼ਿੰਦਗੀ 'ਚ ਜੋ ਵੀ ਕਿਰਪਾ ਹੈ ਸਭ ਮਾਲਕ ਦੀ ਹੈ। ਵਜਹੋ ਸਾਹਿਬ ਕਾ ਸਮਝ ਆ ਗਿਆ। ਪਰ ਅੱਗੇ ਕੀ ਰਿਹਾ? ਸੇਵ ਵਿਰਾਨੀ। ਕਹਿੰਦੇ ਸੇਵ ਦਾ ਅਰਥ ਇੱਥੇ ਮੰਨਤਾ ਪੂਜਾ, ਸੇਵਾ ਮੰਨਤਾ ਪੂਜਾ ਬਗਾਨਿਆਂ ਦੀ ਕਰਦਾ, ਦੂਜਿਆਂ ਦੀ ਕਰਦਾ ਹੈ। ਬਖਸ਼ਿਸ਼ ਇੱਕੋ ਹੀ ਮਾਲਕ ਦੀ ਹੁੰਦੀ ਹੈ, ਯਾਦ ਰੱਖਿਓ। ਪਰ ਗਿਆਨ ਨਾ ਹੋਣ ਕਰਕੇ ਮੰਨਤਾ ਪੂਜਾ ਦੂਜਿਆਂ ਦੀ ਕਰਦਾ। ਬਹੁਤ ਮੈਂ ਕਹਿੰਦੇ ਦੇਖੇ ਨੇ, ਆਹ ਕਾਕੇ ਦੀ ਦਾਤ ਤਾਂ ਸਾਨੂੰ ਫਲਾਣੇ ਬਾਬਾ ਜੀ ਨੇ ਦਿੱਤੀ ਹੈ, ਆਹ ਕਾਕੇ ਦੀ ਤਾਂ ਸਾਨੂੰ ਫਲਾਣੀ ਕਬਰ ਤੋਂ ਮਿਲੀ ਹੈ, ਸਮਾਜ ਜਿਹੜੇ ਫਲਾਣੇ ਡੇਰੇ ਤੋਂ ਮਿਲੀ ਹੈ, ਜਾਂ ਹੋਰ ਬੜੀਆਂ ਬੜੀਆਂ ਚੀਜ਼ਾਂ ਗੱਲਾਂ ਕਰਦੇ ਹੁੰਦੇ ਨੇ ਲੋਕ। ਕਹਿੰਦੇ ਨਾਂ ਲੈਂਦਾ ਹੋਰਾਂ ਦਾ, ਕੋਈ ਬਾਬੇ ਦਾ ਨਾਂ ਲੈਂਦਾ, ਕੋਈ ਕਿਸੇ ਪੀਰ ਦਾ ਨਾਂ ਲੈਂਦਾ, ਕੋਈ ਕਿਸੇ ਦਾ ਨਾਂ, ਪਰ ਜੋ ਕੁਝ ਹੈ ਮਾਲਕ ਦਾ ਹੈ। ਪਰ ਸੇਵਾ ਮੰਨਤਾ ਪੂਜਾ ਕਰਦਾ ਦੂਜਿਆਂ ਦੀ, ਦੂਜਿਆਂ ਦੀ, ਕਿ ਫਲਾਣੇ ਪੀਰ ਦੀ ਕਿਰਪਾ ਹੋਈ ਹੈ, ਢਿਮਕੇ ਪੀਰ ਦੀ ਕਿਰਪਾ ਹੋਈ ਹੈ। ਵਜਹੋ ਸਾਹਿਬ ਕਾ ਸੇਵ ਵਿਰਾਨੀ, ਐਸੇ ਗੁਨਾਹ ਅਸ਼ਾਦਿਓ ਪ੍ਰਾਨੀ। ਐਸੇ ਗੁਨਾਹਾਂ ਕਰਕੇ ਹੈ ਪ੍ਰਾਣੀ, ਤੇਰੇ ਆਪੇ ਦੇ ਉੱਤੇ ਪੜਦਾ ਪਿਆ ਹੋਇਆ। ਅਸ਼ਾਦਿਓ ਦਾ ਭਾਵ ਕੱਜਿਆ ਹੋਇਆ, ਢਕਿਆ ਹੋਇਆ, ਭਾਵ ਆਪਾ ਪ੍ਰਕਾਸ਼ ਨਹੀਂ ਹੋ ਰਿਹਾ, ਸਚਾਈ ਪ੍ਰਗਟ ਨਹੀਂ ਹੋ ਰਹੀ। ਤੂੰ ਝੂਠ ਦੇ ਪਰਦਿਆਂ ਵਿੱਚ ਜਿਉ ਰਿਹਾ। ਜੋ ਕੁਝ ਹੈ ਮਾਲਕ ਪਰਮੇਸ਼ਰ ਦਾ, ਪਰ ਤੂੰ ਬਗਾਨਿਆਂ ਦੇ ਨਾਂ ਲੈਣਾ, ਗੈਰਾਂ ਦੇ ਨਾਂ ਲੈਣਾ। ਤੂੰ ਆ ਸਾਡੇ ਤੇ ਫਲਾਣੇ ਦੀ ਕਿਰਪਾ ਹੋ ਗਈ, ਸਾਡਾ ਕਾਰੋਬਾਰ ਵੱਧ ਗਿਆ, ਸਾਡੇ ਤੇ ਫਲਾਣਾ ਆਏ ਹੋ ਗਿਆ, ਬੜਾ ਕੁਛ ਕਰਦੇ ਇੱਥੇ ਲੋਕ। ਇਹੀ ਪੜਦਾ ਹੈ, ਇਹੀ ਝੂਠ ਦੇ ਪਰਦਿਆਂ ਵਿੱਚ ਜਿਉ ਰਹੀ ਹੈ ਦੁਨੀਆ। ਐਸੇ ਗੁਨਾਹਾਂ ਨੇ ਹੀ ਤੇਰੇ ਆਪੇ ਨੂੰ ਕੱਜਿਆ ਹੋਇਆ ਹੈ। ਇਹ ਗੁਨਾਹ ਨੇ, ਇਹ ਸਾਰੇ ਅਪਰਾਧ ਨੇ, ਜਿਹੜਾ ਕਹਿਣਾ ਵੀ ਹੋਰ ਕਿਸੇ ਨੇ ਕਿਰਪਾ ਕਰਤੀ। ਹੋਰ ਕੌਣ ਹੈ? ਹੋਰ ਤਾਂ ਹੈ ਨਹੀਂ। ਇੱਕ ਪ੍ਰਮਾਣ ਹੋਰ ਧਿਆਨ ਜਾ ਕੇ ਖਿਆਲ ਕਰਿਓ, ਗੁਰੂ ਬਾਬਾ ਜੀ ਦਾ ਵਚਨ ਹੈ, ਏਕ ਕ੍ਰਿਸ਼ਨ ਸਰਬ ਦੇਵਾ। ਦੇਵ ਦੇਵਾ ਤਾਂ ਆਤਮਾ, ਸਾਰੇ ਦੇਵਤਿਆਂ ਦੀ ਆਤਮਾ ਇੱਕੋ ਪਰਮੇਸ਼ਰ ਹੈ, ਪ੍ਰਭੂ ਹੈ। ਏਕ ਕ੍ਰਿਸ਼ਨ ਦਾ ਮਤਲਬ ਇੱਕ ਪ੍ਰਭੂ। ਭਾਵ ਕੀ ਹੋਇਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੇਵਤੇ ਹੈ, ਕਹਿੰਦੇ ਦੱਸੋ ਫਿਰ ਵੀ ਦੇਵਤੇ ਦੀ ਆਤਮਾ ਉਹ ਕੋਈ ਵੱਖਰੀ ਆਤਮਾ ਕਿਤੋਂ, ਉਹ ਅੰਸ਼ ਕਿਤੋਂ ਹੋ ਰਹੀ ਹੈ? ਵੀ ਜਿਹੜਾ ਤੁਸੀਂ ਦੇਵਤੇ ਕਹਿੰਦੇ ਹੋ ਧਰਤੀ ਤੇ ਹੋਏ ਹੋਣਗੇ ਕਦੇ? ਸਰੀਰ ਤਾਂ ਧਰਤੀ ਤੇ ਹੁੰਦਾ ਨਾ, ਤਾਂ ਤੁਹਾਡੇ ਕਹਿਣ ਮੁਤਾਬਕ ਭਾਵ ਤੇ ਉਹਦੇ ਵਿੱਚ ਆਤਮਾ ਕਿਹਦੀ ਹੈ? ਇੱਕੋ ਪਰਮੇਸ਼ਰ ਦੀ। ਭਾਵ ਕਹਿਣ ਦਾ ਹੈ ਵੀ ਦੇਵਤਾ ਕੋਈ ਵੱਖਰੀ ਸ਼ਕਤੀ ਤਾਂ ਨਹੀਂ, ਸਾਰਿਆਂ ਵਿੱਚ ਇੱਕੋ ਹੀ ਪਰਮੇਸ਼ਰ ਦੀ ਅੰਸ਼ ਹੈ, ਜਿਹਨੂੰ ਆਤਮਾ ਵੀ ਕਿਹਾ ਜਾਂਦਾ ਹੈ, ਜੋਤ ਵੀ ਕਹਿ ਦਿੰਦੇ ਆ, ਅੰਸ਼ ਵੀ ਕਹਿ ਦਿੰਦੇ ਆ, ਹੰਸ ਵੀ ਕਹਿ ਦਿੰਦੇ ਆ। ਚਲ ਮੌਕੇ ਤੇ ਗੱਲ ਅਗਲੀ ਪ੍ਰਮਾਣ ਦੇ ਦੇ। ਕਿਤੇ ਜੋਤ ਕਹਿਤਾ ਵੀ ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
ਕਿਤੇ ਕਹਿ ਦਿੱਤਾ ਕਹੋ ਕਬੀਰੇ ਰਾਮ ਕੀ ਅੰਸ਼, ਅੰਸ਼ ਕਹਿਤਾ, ਕਿਤੇ ਨੂੰ ਹੰਸ ਕਹਿਤਾ, ਹੰਸ ਚੱਲਿਆ ਤੂੰ ਪਿੱਛੇ ਰਹੀਆਂ ਛੁੱਟੜ ਹੋਈਆਂ ਨਾਰੀ, ਕਿਤੇ ਅੰਸ ਕਿਤੇ ਹੰਸ ਕਿਤੇ ਜੋਤ ਕਿਤੇ ਜੀਓ ਕਹਿਤਾ, ਮਰਨ ਹਾਰੇ ਜੀਰਾ ਨਹੀਂ, ਚਿੰਦ ਬਹੁਤੀ ਮਰਨ ਵਾਲਾ। ਸੋ ਕਹਿੰਦਾ ਭਾਵ ਕੀ ਹੈ ਵੀ ਇਹ ਤਾਂ ਇਹ ਕਹਿੰਦੇ ਫਿਰ ਐਂ ਦੱਸੋ ਵੀ ਇਹ ਜੋ ਆਤਮਾ ਹੈ, ਜੋਤ ਹੈ, ਅੰਸ਼ ਹੈ ਜਾਂ ਹੰਸ ਇਹਨੂੰ ਕਿਹਾ ਵੀ ਇਹ ਦੱਸੋ ਵੀ ਹੋਰ ਹੈ, ਇਹ ਕੋਈ ਕਿਸੇ ਦਾ ਆਜ਼ਾਦ ਹੈ ਵੀ ਕਿਸੇ ਦੀ ਆਪਣੀ ਹੈ ਆਜ਼ਾਦ। ਭਾਵ ਕੀ ਹੈ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਸਾਰਿਆਂ ਵਿੱਚ ਸ਼ਕਤੀ ਇੱਕੋ ਮਾਲਕ ਦੀ ਹੈ। ਕਿ ਦੇਵਤਾ ਕੀ ਹੁੰਦਾ ਹੈ? ਹਰ ਮਨੁੱਖ ਨੇ ਦੇਵਤਾ ਬਣਨਾ, ਭਾਵ ਜਿਹੜਾ ਮਾਲਕ ਦੀ ਸ਼ਕਤੀ ਤੋਂ ਸਹੀ ਕੰਮ ਲੈਂਦਾ ਹੈ ਉਹ ਹਰ ਮਨੁੱਖ ਦੇਵਤਾ ਬਣ ਸਕਦਾ ਹੈ। ਕੱਲ ਆਪਾਂ ਗੱਲ ਕੀਤੀ ਸੀ ਦੇਵਤੇ ਬਣਨਾ, ਦੇਵਤੇ ਪੂਜਣਾ ਨਹੀਂ। ਦੇਵਤੇ ਦਾ ਅਰਥ ਕੀ ਹੁੰਦਾ ਹੈ? ਪਰਮੇਸ਼ਰ ਦੀ ਸ਼ਕਤੀ ਨੂੰ ਸਹੀ ਵਰਤੋਂ ਕਰਨ ਵਾਲਾ ਮਨੁੱਖ, ਜਿਹੜਾ ਹਰ ਸ਼ਕਤੀ ਨੂੰ ਸਹੀ ਵਰਤੋਂ ਕਰਦਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਸਦਕੇ ਜਾਵਾਂ ਗੁਰੂ ਤੋਂ ਦਿਨ ਵਿੱਚ ਸੈਂਕੜੇ ਵਾਰੀ, ਜਿਸ ਗੁਰੂ ਜੀ ਦੇ ਸੱਚੇ ਗਿਆਨ ਨੇ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਸਹੀ ਕੰਮ ਕਰਨ ਵਾਲਾ ਮਨੁੱਖ ਦੇਵਤਾ ਹੈ ਤੇ ਗਲਤ ਕੰਮ ਕਰਨ ਵਾਲਾ ਮਨੁੱਖ ਦੈਂਤ ਹੈ। ਨਾ ਵੱਖਰੇ ਮਨੁੱਖ ਤੋਂ ਵੱਖਰਾ ਨਾ ਕੋਈ ਦੇਵਤਾ ਹੈ। ਹੁਣ ਸਮਝ ਗਈ ਗੱਲ? ਮਨੁੱਖ ਤੋਂ ਵੱਖਰਾ ਨਾ ਕੋਈ ਦੈਂਤ ਹੈ। ਦੇਵਤਿਆਂ ਤੇ ਦੈਂਤਾਂ ਦੀਆਂ ਕਹਾਣੀਆਂ ਝੂਠੀਆਂ, ਕੋਈ ਦੈਂਤ ਕਦੇ ਕਿਤੇ ਨਹੀਂ ਹੋਇਆ। ਅੱਜ ਕਿਉਂ ਨਹੀਂ ਫਿਰ ਕਿਤੇ? ਕਿੰਨੀਆਂ ਕਹਾਣੀਆਂ ਭਰੇ ਪਏ ਨੇ ਗ੍ਰੰਥ ਦੈਂਤਾਂ ਦੀਆਂ ਕਹਾਣੀਆਂ ਦੀ, ਕਿਹੜਾ ਦੈਂਤ ਇੱਥੇ ਹੁੰਦਾ? ਦੈਂਤ ਹੈ ਹੀ ਨਹੀਂ ਕੋਈ। ਦੈਂਤ ਨਾਂ ਦੀ ਕੋਈ ਚੀਜ਼ ਨਹੀਂ। ਵਿਗੜਿਆ ਮਨੁੱਖ ਦੈਂਤ ਹੈ ਤੇ ਸੁਧਰਿਆ ਚੰਗਾ ਮਨੁੱਖ ਜਿਹੜਾ ਹਰ ਸ਼ਕਤੀ ਦੀ ਸਹੀ ਵਰਤੋਂ ਕਰਦਾ ਹੈ ਦੇਵਤਾ। ਦੇਵਤੇ ਦੈਂਤ ਵੀ ਵੱਖਰੇ ਨਹੀਂ ਹੁੰਦੇ, ਮਨੁੱਖ ਹੁੰਦੇ ਆ, ਮਨੁੱਖ ਹੁੰਦੇ ਨੇ। ਇਹ ਬਾਣੀ ਦਾ ਫੈਸਲਾ ਹੈ। ਤੇ ਕਹਾਣੀਆਂ ਇੱਥੇ ਕਿੰਨੀਆਂ ਬਣੀਆਂ ਹੋਈਆਂ, ਜਿਹੜੇ ਕਹਾਣੀਆਂ ਨਾਲ ਜੁੜੇ ਹੋਏ ਨੇ ਉਹੀ ਗੱਲ ਫਿਰ ਦੁਬਾਰਾ ਕਹਿਣੀ ਪੈਂਦੀ। ਕੋਈ ਸ਼ਬਦ ਇੱਥੇ ਚੱਲ ਰਿਹਾ ਉਹਨਾਂ ਨੇ ਫਿਰ ਨਾ ਜੀ ਕਿਉਂ, ਉਹਨਾਂ ਨੇ ਕਥਾਵਾਂ ਸੁਣੀਆਂ ਹੋਈਆਂ, ਕਹਾਣੀਆਂ ਸੁਣੀਆਂ, ਮਨ ਚ ਘਰ ਕੀਤੀਆਂ ਹੋਈਆਂ, ਉਹ ਕਹਾਣੀਆਂ ਛੱਡਣ ਨੂੰ ਤਿਆਰ ਨਹੀਂ। ਬਸ ਉਹ ਸੱਚੀ ਕਥਾ ਤੋਂ ਪਾਸਾ ਵੱਟ ਲੈਂਦੇ ਆ। ਇਹ ਤਾਂ ਜੀ ਸਾਰਾ ਕੁਝ ਹੀ ਰੱਦ ਕਰੀ ਜਾਂਦੇ, ਐਂ ਕਹਿ ਦਿੰਦੇ ਨਾ ਇਹ ਤਾਂ ਸਾਰਾ ਕੁਝ ਹੀ ਰੱਦ ਕਰੀ ਜਾਂਦੇ। ਕਿਹੜੇ ਦੈਂਤ, ਕਿਹੜੇ ਦੇਵਤੇ, ਕਿੱਥੇ ਆ? ਕੋਈ ਕਿਤੇ ਕੁਛ ਨਹੀਂ, ਨਾ ਹੋਇਆ ਨਾ ਹੈ ਨਾ। ਵਿਗੜੇ ਮਨੁੱਖ ਨੂੰ ਦੈਂਤ ਕਿਹਾ ਜਾਂਦਾ ਹੈ, ਨਾ ਭੁੱਲ ਜਾਓ। ਪਰ ਪ੍ਰਮਾਣ ਦਿੱਤਾ ਤੁਹਾਨੂੰ ਪਹਿਲਾਂ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਅੰਦਰ ਦੀ ਨਿਗਰੀ ਹਾਲਤ ਵਿੱਚ ਮਨੁੱਖ ਹੀ ਜਿੰਨਾਂ ਦਾ ਅਵਤਾਰ ਹੈ। ਜਿੰਨ ਕਹਿ ਲੋ, ਦੈਂਤ ਕਹਿ ਲੋ, ਰਾਖਸ਼ ਕਹਿ ਲੋ, ਕੀ ਗੱਲ ਹੈ? ਜਿੰਨ ਮਨੁੱਖ ਹੈ, ਜਿੰਨ ਵਿਗੜਿਆ ਮਨੁੱਖ ਜਿੰਨ, ਜੁੜਿਆ ਮਨੁੱਖ ਦੇਵਤਾ। ਮਾਨਸ ਤੇ ਦੇਵਤੇ ਭਈ ਧਿਆਇਆ ਨਾਮ ਹਰੇ। ਹੋਰ ਪ੍ਰਮਾਣ ਆ ਗਿਆ, ਹਰੀ ਪਰਮੇਸ਼ਰ ਨੂੰ ਧਿਆਉਂਦਿਆਂ ਮਨੁੱਖੀ ਦੇਵਤੇ ਬਣ ਜਾਂਦੇ ਆ। ਮਨੁੱਖ ਦੀ ਗੱਲ ਹੈ ਸਾਰੀ। ਸੋ ਇਸ ਕਰਕੇ ਇਹ ਨੁਕਤਾ ਮੇਰਾ ਖਿਆਲ ਆਪਾਂ ਨੂੰ ਹੋਰ ਦ੍ਰਿੜ ਹੋ ਗਿਆ। ਸੋ ਯਾਦ ਰੱਖੋ, ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਤਾ ਆਤਮਾ, ਆਤਮਾ ਵਾਸੁਦੇਵ ਵਸ ਜੇ ਕੋ ਜਾਣਸ, ਭਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਭਿਓ। ਇੱਕੋ ਹੀ ਮਾਲਕ ਪਰਮੇਸ਼ਰ ਹੈ। ਤੁਸੀਂ ਦੇਵਤੇ ਕਹਿੰਦੇ, ਗੁਰੂ ਜੀ ਨੇ ਪ੍ਰਸ਼ਨ ਕਰਤਾ, ਕਹਿੰਦੇ ਦੱਸੋ ਨਾ ਫਿਰ ਦੇਵਤੇ ਦੀ ਆਤਮਾ ਕਿਹਦੀ ਹੈ? ਆਤਮਾ ਕਿਹਦੀ ਹੈ? ਕੋਈ ਆਪਣੀ ਹੈ, ਕੋਈ ਵੱਖਰੀ ਸ਼ਕਤੀ ਹੈ ਕੋਈ ਉਹ? ਇਸ ਕਰਕੇ ਇੱਕ ਤੋਂ ਦੂਜਾ ਕੋਈ ਨਹੀਂ। ਇਸੇ ਕਰਕੇ ਕਿਹਾ ਵੀ ਇੱਕ ਤੋਂ ਹੀ ਹੁਕਮ ਚੱਲਦਾ ਹੈ, ਇੱਕ ਨਾਲ ਹੀ ਜੁੜਨਾ ਹੈ, ਦੂਜੇ ਦਾ ਸਾਡੀ ਜ਼ਿੰਦਗੀ 'ਚ ਕੋਈ ਸੰਬੰਧ ਨਹੀਂ। ਇਹ ਵੀ ਪੜ੍ਹ ਲਓ ਪ੍ਰਮਾਣ, ਹਰ ਇੱਕ ਸੈਦਾ ਹੈ ਅਮਰ, ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੀਂ, ਡਰ ਭਰਮ ਪਾਓ ਦੂਰ ਕਰ। ਇੱਕੋ ਹੀ ਮਾਲਕ ਦਾ ਹੁਕਮ ਇੱਥੇ ਚੱਲਦਾ ਹੈ। ਹਰ ਇੱਕ ਸੈਦਾ ਹੈ ਅਮਰ, ਅਮਰ ਮੀਨ ਹੁਕਮ, ਰੱਬੀ ਕਾਨੂੰਨ ਦੀ ਕਾਸਮਿਕ ਲਾ ਇੱਕੋ ਹੀ ਚੱਲਦਾ ਬਸ। ਹਰ ਇੱਕ ਸੈਦਾ ਹੈ ਅਮਰ, ਇੱਕੋ ਹਰ ਚਿੱਤ ਧਰ, ਇੱਕੋ ਹਰੀ ਪਰਮੇਸ਼ਰ ਨੂੰ ਚਿੱਤ 'ਚ ਧਰ ਲਓ। ਹਰ ਤਿਸ ਬਿਨ ਕੋਈ ਨਾਹੀਂ, ਥਾਂ ਥਾਂ ਤੇ ਬਣ 'ਚ ਗੱਲ ਆ ਰਹੀ। ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਜੀ ਚੀਜ਼ ਨਹੀਂ, ਕੋਈ ਦੂਜੀ ਸ਼ਕਤੀ ਨਹੀਂ। ਹਰ ਤਿਸ ਬਿਨ ਕੋਈ ਨਾਹੀਂ, ਡਰ ਭਰਮ ਪਾਓ ਦੂਰ ਕਰ। ਜੇ ਤੁਹਾਨੂੰ ਕਿਸੇ ਨੇ ਕੋਈ ਡਰ ਪਾ ਦਿੱਤਾ, ਕੋਈ ਭਰਮ ਪਾ ਦਿੱਤਾ, ਭਾਉ ਪਾ ਦਿੱਤਾ, ਚੱਕ ਦਿਓ ਸਾਰੇ ਡਰ। ਦੂਜੀ ਚੀਜ਼ ਹੀ ਹੈ ਨਹੀਂ ਕੋਈ। ਸੋ ਆਪਾਂ ਸਮਝ ਰਹੇ ਸੀ ਵਜਹੋ ਸਾਹਿਬ ਕਾ ਸੇਵ ਬਰਾਨੀ, ਰੋਜ਼ੀਨਾ ਰੋਜ਼ਮਰਾ ਦੀ ਜ਼ਿੰਦਗੀ ਜੋ ਵੀ ਹੈ ਮਾਲਕ ਦਾ ਹੈ। ਕਿਵੇਂ ਦੂਜਿਆਂ ਦੀ ਮਨਤਾ ਪੂਜਾ, ਨਾ ਦੂਜਿਆਂ ਦਾ ਲਈ ਜਾਂਦਾ। ਕਹਿੰਦੇ ਬਸ ਇਹ ਐਸੇ ਗੁਨਾਹਾਂ ਕਰਕੇ ਹੀ ਤੇਰਾ ਆਪਾ ਕੱਜਿਆ ਹੋਇਆ, ਐਸੇ ਗੁਨਾਹ ਅਸ਼ਾਦਿਓ ਪਰਮੀ। ਅਗਲੀ ਪੰਕਤੀ, ਤਿਸ ਸਿਉ ਲੂਕ ਜੋ ਸਦ ਹੀ ਸੰਗੀ, ਕਾਮ ਨ ਆਵੈ ਸੋ ਫਿਰ ਮੰਗੀ। ਕਹਿੰਦੇ ਉਸ ਮਾਲਕ ਪਰਮੇਸ਼ਰ ਤੋਂ ਓਲਾ ਰੱਖਣਾ ਚਾਹੁੰਦਾ ਹੈ। ਲੁਕ ਕੇ ਓਲਾ ਤਾਂ ਰਹਿੰਦੇ ਨਹੀਂ।
ਕਿਉਂਕਿ ਜੋ ਸਦ ਹੀ ਸੰਗੀ, ਜੋ ਮਾਲਕ ਪਰਮੇਸ਼ਰ ਸਦਾ ਹੀ ਅੰਗ ਸੰਗ ਹੈ, ਉਹ ਤੋਂ ਤੂੰ ਓਲਾ ਰੱਖਣਾ ਚਾਹੁੰਦਾ ਹੈ। ਕੀ ਖਿਆਲ ਕਰਦਾ ਤੂੰ ਮੈਂ ਲੋਕੇ ਕੋਈ ਬੁਰਾ ਕੰਮ ਕਰ ਲਊਂ? ਨਾ, ਲੁਕਿਆ ਜਾ ਹੀ ਨਹੀਂ ਸਕਦਾ। ਪੇਖ ਤੋਂ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਜਿਸ ਪਾਸ ਲੁਕੈਂਦੜੋ ਸੋ ਵੇਖੀ ਸੱਥ ਹੈ, ਜੀ ਤੋਂ ਲੋਕੀ ਕੁਛ ਕਰਨਾ ਚਾਹੁੰਦਾ ਹੈ ਉਹ ਤਾਂ ਤੇਰੇ ਨਾਲ ਹੀ ਤੈਨੂੰ ਵੇਖਦਾ। ਸੋ ਵੇਖੀ ਸੱਥ ਹੈ। ਸੋ ਕਹਿੰਦੇ ਤਿਸ ਸਿਓ ਲੂਕ ਜੋ ਸਦ ਹੀ ਸੰਗੀ, ਕਾਮ ਨਾ ਆਵੇ ਸੋ ਫਿਰ ਮੰਗੀ। ਕਹਿੰਦੇ ਜੋ ਕੁਝ ਆਤਮਿਕ ਜੀਵਨ ਦੇ ਵਿੱਚ ਕੰਮ ਨਹੀਂ ਆਉਣਾ ਉਹੀ ਦੁਬਾਰਾ ਮੰਗਦਾ ਹੈ। ਕਾਮ ਨਾ ਆਵੇ ਸੋ ਫਿਰ ਮੰਗੀ। ਇਆਨਾ ਹੈ ਨਾ, ਮਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੋ ਸੋ ਜਾਨਾ। ਮੰਗਣ ਇੱਕੋ ਹੀ ਮੰਗ, ਜੇ ਕਿਤੇ ਗਹਿਰੀ ਉੱਠ ਪਵੇ ਤੇ ਆਪਾਂ ਆਪਣੀ ਹਾਲਤ ਕੀ ਹੈ? ਮਾਇਆ ਮਨੁ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵ ਈ ਨਾਨਕ ਨਹੀਂ ਕਰਮ। ਸੋ ਸਮਝ ਰਹੇ ਸੀ ਕਾਮ ਨਾ ਆਵੇ ਸੋ ਫਿਰ ਮੰਗੀ। ਸਮਾਪਤੀ ਦੀਆਂ ਪੰਕਤੀਆਂ, ਕਾਹੋ ਨਾਨਕ ਪ੍ਰਭ ਦੀਨ ਦਇਆਲਾ, ਜਿਉ ਭਾਵੈ ਤਿਉ ਕਰ ਪ੍ਰਤਿਪਾਲਾ। ਕਾਹੋ ਨਾਨਕ ਪ੍ਰਭ ਦੀਨ ਦਇਆਲਾ। ਕਾਹੋ ਨਾਨਕ, ਗੁਰੂ ਨਾਨਕ ਬਾਬਾ ਜੀ ਪੰਜਵੇਂ ਸਰੂਪ ਦੇ ਵਿੱਚ ਕਹਿ ਰਹੇ ਹਨ। ਮਹਿਲਾ ਪੰਜਵਾਂ ਦਾ ਪਾਠ ਹੈ। ਕਾਹੋ ਨਾਨਕ ਪ੍ਰਭ ਦੀਨ ਦਇਆਲਾ, हे ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਮਾਲਕ ਜੀਓ। ਕਾਹੋ ਨਾਨਕ ਪ੍ਰਭ ਦੀਨ ਦਇਆਲਾ, ਜਿਉਂ ਭਾਵੈ ਤਿਉ ਕਰ ਪ੍ਰਤਿਪਾਲਾ। ਜਿਵੇਂ ਆਪ ਜੀ ਨੂੰ ਭਾਉਂਦਾ ਹੈ ਉਵੇਂ ਜਿਵੇਂ ਹੀ ਆਪ ਜੀ ਸਾਡੀ ਪ੍ਰਤਿਪਾਲਣਾ ਕਰੋ। ਪ੍ਰਤਿਪਾਲਣਾ ਦਾ ਕੀ ਹੁੰਦਾ ਹੈ? ਸਾਡੀ ਰੱਖਿਆ ਕਰੋ, ਸਾਨੂੰ ਵਿਸ਼ੇ ਵਿਕਾਰਾਂ ਤੋਂ ਬਚਾਓ। ਵਿਸ਼ੇ ਵਿਕਾਰਾਂ ਤੋਂ, ਗਲਤ ਖਿਆਲਾਂ ਤੋਂ, ਗਲਤ ਸੋਚ ਤੋਂ ਆਪ ਹੀ ਸਾਡੀ ਰੱਖਿਆ ਕਰੋ, ਆਪ ਹੀ ਸਾਨੂੰ ਬਚਾਓ। ਕਾਹੋ ਨਾਨਕ ਪ੍ਰਭ ਦੀਨ ਦਇਆਲਾ, ਜਿਉਂ ਭਾਵੈ ਤਿਉ ਕਰ ਪ੍ਰਤਿਪਾਲਾ। ਇੱਥੋਂ ਤੱਕ ਸ਼ਬਦ ਦੀ ਵਿਚਾਰ ਆਪਾਂ ਸਮਝੀਏ ਸਾਥੀਆਂ ਦੇ ਸਮੇਤ। ਸਮਾਂ ਹੋ ਗਿਆ। 6 ਪੌੜੀਆਂ ਆਨੰਦ ਸਾਹਿਬ ਪਾਠ ਸਮਾਪਤ। ਰਾਮ ਕਲੀ ਮਹਿਲਾ ਤੀਜਾ।